सत श्री अकाल, सलाम, नमस्कार, आदाब सब सत्कारत सजना नूं जो इस वक्त जिंदगी दे रंगां ते वादियां तरंगां नूं माणदे होए जुड़े ने टिवाणा रेडियो दे नाल। बागां ते रागां दे शहर पटियाला तो मैं परमिंदर सिंह टिवाणा आप सब सजना दा स्वागत करदा। भारती समां 7:34 हो चुके ने ते शनिवार दी शाम है 23 अप्रैल सन 2022 10 वैसाख नानक शाही संमत 553 ਨੂੰ ਸ਼ਾਮ ਦੀ ਸਵਾ ਦੇ ਇਸ ਪ੍ਰੋਗਰਾਮ ਟਿਵਾਣਾ ਲਾਈਵ ਦੇ ਵਿੱਚ ਆਪ ਸਭ ਸੱਜਣਾਂ ਦਾ ਪਟਿਆਲਾ ਸਟੂਡੀਓ ਤੋਂ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਸਵਾਗਤ ਹੈ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 7 ਤੋਂ 9 ਤੇ ਸ਼ਾਮ ਨੂੰ 7:30 ਤੋਂ 9:30 ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਜੀ ਦੇ ਨਾਲ ਜੁੜਦਾ ਤੇ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ ਤੇ ਇਹਨੇ ਦਿਨੀ ਉਹਨਾਂ ਦਾ ਮਸ਼ਰੂਫੀਅਤ ਚੱਲ ਰਹੀ ਹੈ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਮੁੱਖ ਖਬਰਾਂ ਤੇ ਚਰਚਾ ਕਰਾਂਗੇ, ਉਸ ਤੋਂ ਬਾਅਦ ਤੁਹਾਨੂੰ ਇੱਕ ਪ੍ਰਵਾਸੀ ਪੰਜਾਬੀਆਂ ਦੀ ਕਹਾਣੀ ਸੁਣਾਵਾਂਗੇ। ਥੋੜੀ ਵਿਰਾਸਤ ਸਿਆਸਤ ਦੀ ਵੀ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹੋਏਗੀ। ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tiwanaradio.com ਤੇ ਲਾਈਵ ਸੁਣ ਸਕਦੇ ਹੋ, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਲਾਈਕ ਕਰੋ, ਬੈਲ ਆਈਕਨ ਦਬਾਓ। ਇਸ ਤੋਂ ਇਲਾਵਾ ਆਪਣੀ ਵੈਬਸਾਈਟ ਤੇ ਪੰਜਾਬੀ ਦੇ ਵਿੱਚ ਖਬਰਾਂ ਵੀ ਪੜ੍ਹ ਸਕਦੇ ਹੋ ਤੇ ਨਾਲ ਪੰਜਾਬੀ ਦੇ ਵਿੱਚ ਖਬਰਾਂ ਦੇ ਨਾਲ ਤੁਸੀਂ ਉੱਥੇ ਰੇਡੀਓ ਵੀ ਸੁਣ ਸਕਦੇ ਹੋ। ਤੇ ਆਪਣਾ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ ਮਿਲੇਗਾ, ਉੱਥੇ ਤੁਹਾਨੂੰ 667-930-9260 667-930-9260 ਨੰਬਰ ਤੇ ਡਾਇਲ ਕਰਕੇ ਇਸ ਪ੍ਰੋਗਰਾਮ ਨੂੰ ਅਮਰੀਕਾ ਭਰ ਦੇ ਵਿੱਚ ਸੁਣ ਸਕਦੇ ਹੋ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦਾ ਫੇਸਬੁੱਕ ਤੇ YouTube ਦਾ ਲਿੰਕ ਵੀ ਮਿਲੇਗਾ। ਆਪਣੇ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਇੰਸਟਾਲ ਕਰੋ। ਤੇ ਇਸ ਪ੍ਰੋਗਰਾਮ ਦਾ YouTube ਦਾ ਲਿੰਕ ਅਗਰ ਆਪਣੇ WhatsApp ਨੰਬਰ ਤੇ ਮੰਗਵਾਉਣਾ ਤਾਂ ਆਪਣਾ WhatsApp ਗਰੁੱਪ ਨੰਬਰ ਹੈ 9876309655 9876309655 ਤੇ ਇਸ ਨੰਬਰ ਤੇ ਡਾਇਲ ਕਰਕੇ ਤੁਸੀਂ ਇਸ ਪ੍ਰੋਗਰਾਮ ਦਾ YouTube ਦਾ ਲਿੰਕ ਆਪਣੇ WhatsApp ਨੰਬਰ ਤੇ ਮੰਗਵਾ ਸਕਦੇ ਹੋ। ਨੈਸ਼ਨਲ ਖਬਰਾਂ ਦੇ ਵਿੱਚ ਕਿ ਦੇਸ਼ ਭਰ ਦੇ ਵਿੱਚ ਵੱਡਾ ਡਰਾਮਾ ਚੱਲਿਆ। ਮਹਾਰਾਸ਼ਟਰ ਦੇ ਵਿੱਚ ਨਿੱਤ ਦਿਨ ਦਾ ਰੌਲਾ ਹੋ ਗਿਆ। ਹਨੂਮਾਨ ਚਾਲੀਸਾ ਨੂੰ ਲੈ ਕੇ ਜਾਂ ਨਮਾਜ਼ ਨੂੰ ਲੈ ਕੇ ਜੋ ਕੁਝ ਚੱਲ ਰਿਹਾ ਉਸ ਸਿਲਸਿਲੇ ਵਿੱਚ ਇਹ ਡਰਾਮਾ ਭਾਰਤ ਭਰ ਦੇ ਵਿੱਚ ਰੋਜ਼ ਵੱਧ ਰਿਹਾ। ਹਿੰਦੂ ਮੁਸਲਿਮ ਵੋਟ ਬੈਂਕ ਨੂੰ ਵੰਡਣ ਦੇ ਵਾਸਤੇ ਇਹ ਜੁਗਾੜਬਾਜ਼ੀਆਂ ਬੀਜੇਪੀ ਸਰਕਾਰ ਵੱਲੋਂ ਚੱਲ ਰਹੀਆਂ ਨੇ। ਇਸ ਦੇ ਵਿੱਚ ਜਿਹੜੀਆਂ ਕੱਟੜ ਇਸਲਾਮਿਕ ਪਾਰਟੀਆਂ ਨੇ ਉਹ ਵੀ ਆਪਣਾ ਬਣਦਾ ਤਣਦਾ ਪੂਰਾ ਯੋਗਦਾਨ ਪਾ ਰਹੀਆਂ ਨੇ। ਜਿਸ ਸਿਲਸਿਲੇ ਵਿੱਚ ਮਹਾਰਾਸ਼ਟਰ ਦੇ ਵਿੱਚ ਇੱਕ ਪੰਜਾਬੀ ਮੂਲ ਦੀ ਫੌਜੀ ਬੈਕਗਰਾਉਂਡ ਵਾਲੇ ਮਾਪਿਆਂ ਦੀ ਬੇਟੀ ਹੈ ਨਵਨੀਤ ਕੌਰ, ਜਿਹੜੀ ਨਵਨੀਤ ਰਾਣਾ ਬਣ ਗਈ ਹੈ ਤੇ ਆਜ਼ਾਦ ਮੈਂਬਰ ਪਾਰਲੀਮੈਂਟ ਹੈ ਮਹਾਰਾਸ਼ਟਰ ਤੋਂ। ਤੇ ਉਸਨੇ ਪੂਰਾ ਸਿਆਸੀ ਡਰਾਮਾ ਕੀਤਾ। ਵੈਸੇ ਇਸ ਦਾ ਵਿਚੋਲਾ ਵੀ ਰਾਮਦੇਵ ਸੀ। ਨਵਨੀਤ ਕੌਰ ਨਵਨੀਤ ਰਾਣਾ ਬਣ ਗਈ ਹੈ ਕਿਉਂਕਿ ਇਸਨੇ ਇੱਕ ਉੱਥੋਂ ਦੇ ਸਥਾਨਕ MLA ਰਾਣਾ ਨਾਲ ਵਿਆਹ ਕਰਾਇਆ। ਉਸ ਤੋਂ ਪਹਿਲਾਂ ਇਹ ਸਾਊਥ ਇੰਡੀਅਨ ਕੰਨੜ ਤਾਮਿਲ ਫਿਲਮਾਂ ਦੇ ਵਿੱਚ ਕੰਮ ਕਰਦੀ ਰਹੀ ਹੈ ਤੇ ਪੰਜਾਬੀ ਫਿਲਮ ਲੜ ਗਿਆ ਪੇਚਾ ਦੇ ਵਿੱਚ ਵੀ ਇਸਨੇ ਕੰਮ ਕੀਤਾ, ਪਰ ਹੁਣ ਇਸ ਦਾ ਸਿਆਸੀ ਪੇਚਾ ਉੱਥੋਂ ਦੀ ਸ਼ਿਵ ਸੈਨਾ ਦੇ ਨਾਲ ਟਹਿ ਚੁੱਕਿਆ। ਬੋਲਣ ਨੂੰ ਬਹੁਤ ਵਿਭਾਗ ਹੈ। ਇਸ ਮਾਮਲੇ ਦੇ ਵਿੱਚ ਇਹਨੇ ਤੇ ਇਹਦੇ ਪਤੀ ਰਾਣਾ ਨੇ ਐਲਾਨ ਕੀਤਾ ਕਿ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਤੇ ਸ਼ਿਵ ਸੈਨਾ ਪ੍ਰਮੁੱਖ ਉਧਵ ਠਾਕਰੇ ਦੇ ਘਰ ਦੇ ਅੱਗੇ ਹਨੂਮਾਨ ਚਾਲੀਸਾ ਪੜ੍ਹੇਗੀ। ਪਰ ਬਾਅਦ ਦੇ ਵਿੱਚ ਕਿਉਂਕਿ ਸ਼ਿਵ ਸੈਨਿਕਾਂ ਨੇ ਦੇ ਘਰ ਨੂੰ ਘੇਰ ਲਿਆ, ਬਹੁਤ ਰੌਲਾ ਰੱਪਾ ਪਿਆ ਤੇ ਸਿਆਸੀ ਡਰਾਮਾ ਦਿਨ ਭਰ ਚੱਲਿਆ। ਪਰ ਇਹ ਰਾਣਾ ਜੋੜੀ ਦਾ ਕਹਿਣਾ ਕਿ ਅਸੀਂ ਜੋ ਕੁਝ ਕਰਨਾ ਚਾਹੁੰਦੇ ਸੀ ਉਹ ਸਾਡਾ ਮੰਤਵ ਪੂਰਾ ਹੋ ਗਿਆ। ਇਸ ਦਾ ਪਤੀ ਰਵੀ ਰਾਣਾ ਉਹ ਵੀ ਬੀਜੇਪੀ ਬੈਕਗਰਾਉਂਡ ਨਾਲ ਸੰਬੰਧਿਤ ਹੈ ਤੇ ਕਾਫੀ ਦੋਨਾਂ ਹੀ ਤੀਵੀਂ ਮਾਲਕ ਨੇ ਕਹਿ ਲਈਏ, ਕਿਉਂਕਿ ਪੁਰਾਣਾ ਲਫ਼ਜ਼ ਆ ਤੀਵੀਂ ਮਾਲਕ ਕਹਿਣਾ ਤਾਂ ਨਹੀਂ ਵੈਸੇ ਚਾਹੀਦਾ, ਤੀਵੀਂ ਦਾ ਮਾਲਕ ਨਹੀਂ ਹੁੰਦਾ ਤੇ ਇਹ ਪੁਰਾਣਾ ਪੰਜਾਬੀ ਦਾ ਅੰਦਾਜ਼ ਆ ਤੀਵੀਂ ਮਾਲਕ ਕਹਿਣਾ। ਤੇ ਬੜਾ ਰੋਕ ਇਸ ਨੂੰ ਰੱਖਿਆ ਇਸ ਦੇ ਨਾਲੋਂ ਤੇ ਕਿਵੇਂ ਡੋਲਿਆਂ ਤੋਂ ਫੜ ਕੇ ਲੜਨ ਨੂੰ ਪੂਰੀ ਤਿਆਰ ਹੈ ਬੀਬੀ। ਤੇ ਕਈ ਫਿਲਮਾਂ ਵੀ ਇਸ ਦੀਆਂ ਬਹੁਤ ਚਰਚਿਤ ਨੇ ਤੇ ਸਾਊਥ ਇੰਡੀਅਨ ਫਿਲਮਾਂ 'ਚ ਤੁਹਾਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਥ੍ਰਿਲ ਹੁੰਦਾ, ਸਭ ਕੁਝ ਹੁੰਦਾ। ਤੇ ਇਸ ਦੀ ਜਿਹੜੀ ਦੱਖਣੀ ਭਾਰਤ ਦੇ ਵਿੱਚ ਕਾਫੀ ਚਰਚਿਤ ਰਹੀ ਹੈ ਨਵਨੀਤ ਤੇ ਰਾਮਦੇਵ ਨੇ ਇਸ ਦੀ ਸ਼ਾਦੀ ਕਰਵਾਈ ਸੀ। ਅਮਰਾਵਤੀ ਤੋਂ ਆਜ਼ਾਦ ਮੈਂਬਰ ਪਾਰਲੀਮੈਂਟ ਹੈ ਨਵਨੀਤ ਰਾਣਾ ਤੇ ਦੱਸਿਆ ਇਹ ਵੀ ਜਾ ਰਿਹਾ ਕਿ
महाराष्ट्र ਦੇ ਵਿੱਚ ਅਲਾਇੰਸ ਗਵਰਨਮੈਂਟ ਦੇ ਵਿੱਚ ਜਿਹੜੀ ਨੈਸ਼ਨਲ ਪਾਰਟੀ ਹੈ, ਨੈਸ਼ਨਲ ਕਾਂਗਰਸ ਪਾਰਟੀ ਸ਼ਰਦ ਪਵਾਰ ਦੀ, ਉਸਨੇ ਵੀ ਇਸ ਨੂੰ ਸਪੋਰਟ ਕੀਤਾ ਸੀ। इसने ਠਾਕਰਿਆਂ ਦੀ ਰਿਹਾਇਸ਼ ਮਾਤੋਸ਼ਰੀ ਜਿਸ ਦਾ ਨਾਂ ਹੈ ਉਸ ਦੇ ਬਾਹਰ ਜਾ ਕੇ ਹਨੂਮਾਨ ਚਾਲੀਸਾ ਪੜ੍ਹਨ ਦਾ ਐਲਾਨ ਕੀਤਾ ਸੀ ਕਿ ਸ਼ਿਵ ਸੈਨਾ ਵਾਲੇ ਹਿੰਦੂ ਧਰਮ ਨੂੰ ਭੁੱਲ ਰਹੇ ਨੇ, ਹਿੰਦੂ ਧਰਮ ਨੂੰ ਭੁੱਲ ਰਹੇ ਨੇ, ਉਹਨਾਂ ਨੂੰ ਸੁਚੇਤ ਕਰਨ ਦੇ ਲਈ ਇਸ ਨੇ ਉੱਥੇ ਹਨੂਮਾਨ ਚਾਲੀਸਾ ਪੜ੍ਹਨ ਦਾ ਉਹਨਾਂ ਦੇ ਘਰ ਦੇ ਮੂਹਰੇ ਐਲਾਨ ਕੀਤਾ ਤੇ ਇਸ ਨੂੰ ਉਸਦੇ ਘਰ ਤੋਂ ਨਿਕਲਣ ਤੋਂ ਰੋਕਣ ਦੇ ਵਾਸਤੇ ਸ਼ਿਵ ਸੈਨਿਕਾਂ ਨੇ, ਮਹਾਰਾਸ਼ਟਰ ਵਾਲਿਆਂ ਨੇ ਇਹਦੇ ਘਰ ਨੂੰ ਘੇਰ ਲਿਆ ਅਤੇ ਉਸ ਮਹਾਰਾਸ਼ਟਰ ਦੇ ਜ਼ਿਲ੍ਹੇ ਦੀ ਜਿਹੜੀ ਬਡਨੇਰਾ ਸਟਰੀਟ ਹੈ ਉੱਥੋਂ ਇਸ ਦਾ ਪਤੀ ਵਿਧਾਇਕ ਹੈ ਤੇ ਇਸ ਦੇ ਨਾਲ ਮਹਾਰਾਸ਼ਟਰ ਦੀ ਰਾਜਨੀਤੀ ਦੇ ਵਿੱਚ ਵੀ ਭੂਚਾਲ ਹੈ ਤੇ ਇਸ ਦੇ ਵਿੱਚ ਇਹਨਾਂ ਨੇ ਬਾਅਦ ਦੇ ਵਿੱਚ ਭਾਵੇਂ ਆਪਣਾ ਇਹ ਜਿਹੜਾ ਬਦਲ ਦਿੱਤਾ ਸੀ ਮਨਸੂਬਾ ਕਿ ਪ੍ਰਧਾਨ ਮੰਤਰੀ ਨੇ ਆਉਣਾ, ਅਸੀਂ ਨਹੀਂ ਚਾਹੁੰਦੇ ਮੁੰਬਈ ਦੇ ਵਿੱਚ ਇਹ ਕੁਝ ਹੋਵੇ, ਪਰ ਇਸ ਦੀ ਜਿਹੜੀ ਬੈਕਗ੍ਰਾਉਂਡ ਹੈ ਕਿ 2011 ਦੇ ਵਿੱਚ ਇਸ ਦਾ ਵਿਆਹ ਹੋਇਆ ਸੀ ਤੇ ਉੱਥੇ ਸਮੂਹਕ ਵਿਆਹ ਹੋਇਆ ਸੀ 3162 ਜੋੜਿਆਂ ਦਾ। ਇਹਨਾਂ ਦੇ ਵਿੱਚ 2443 ਹਿੰਦੂ ਸੀ, 739 ਬੁੱਧ ਸੀਗੇ ਤੇ 150 ਮੁਸਲਿਮ, 15 ਕ੍ਰਿਸਚੀਅਨ ਤੇ 13 ਦ੍ਰਿਸ਼ਟੀਹੀਨ ਜੋੜੇ ਸੀ। ਇਹ ਇੱਕ ਸਮੂਹਕ ਵਿਆਹ ਹੋਇਆ ਸੀ ਅਮਰਾਵਤੀ ਜ਼ਿਲ੍ਹੇ ਦੇ ਬੰਡੇੜਾ ਦੇ ਇਸ ਤੇ ਰਵੀ ਰਾਣਾ ਦੇ ਨਾਲ ਇਸਦਾ ਵਿਆਹ ਕਰਾਇਆ ਸੀ, ਹਾਲਾਂਕਿ ਦੋਨਾਂ ਚ ਨਜ਼ਦੀਕੀਆਂ ਸੀ। ਇਸ ਸਮਾਰੋਹ ਦੇ ਵਿੱਚ ਉਸ ਵਕਤ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀਰਾਜ ਚੌਹਾਨ, ਰਾਮਦੇਵ ਯੋਗਾਵਾਲਾ ਤੇ ਸਹਾਰਾ ਪ੍ਰਮੁੱਖ ਸੁਬਰਤੋ ਰਾਓ ਤੇ ਜਿਹੜਾ ਕਈ ਠੱਗੀਆਂ ਦੇ ਮਾਮਲੇ 'ਚ ਦੋਸ਼ਾਂ ਨੂੰ ਵੀ ਝੱਲ ਰਿਹਾ ਉਹ ਤੇ ਵਿਵੇਕ ਓਬਰਾਏ ਵੀ ਸ਼ਾਮਲ ਸੀ। ਇਸ ਨੇ 1986 ਤੋਂ ਮੁੰਬਈ ਦੇ ਵਿੱਚ ਇਸ ਦਾ ਜਨਮ ਹੋਇਆ ਸੀਗਾ 1986 ਦੇ ਵਿੱਚ ਤੇ ਨਵਨੀਤ ਕੌਰ ਦੇ ਮਾਪੇ ਆਰਮੀ ਬੈਕਗ੍ਰਾਉਂਡ 'ਚੋਂ ਨੇ, ਪੰਜਾਬੀ ਨੇ, ਆਰਮੀ ਅਫਸਰ ਨੇ ਇਹਦੇ ਪਿਤਾ ਤੇ 12ਵੀਂ ਪਾਸ ਕਰਨ ਤੋਂ ਬਾਅਦ ਇਹਨੇ ਪੜ੍ਹਾਈ ਛੱਡ ਕੇ ਮਾਡਲ ਬਣਨਾ ਸ਼ੁਰੂ ਕਰ ਦਿੱਤਾ। ਉਸ ਤੋਂ ਬਾਅਦ ਕੁਝ ਮਿਊਜ਼ਿਕ ਐਲਬਮ ਕੀਤੀਆਂ ਤੇ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਆ ਗਈ, ਜਾਣੀ ਕਿ 12ਵੀਂ ਪਾਸ ਹੈ BBA ਤੇ 2005 ਤੋਂ ਲੈ ਕੇ ਇਸਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ, ਗੁੱਡ ਬਾਏ ਜਗਪਤੀ, ਚੇਤਨਾ, ਬਲਾ ਬਲਾ ਤੇ ਇਸ ਦੌਰਾਨ ਕਈ ਰਿਐਲਿਟੀ ਸ਼ੋਅ ਹੁਮਾ ਦੇ ਵਿੱਚ ਵੀ ਇਸਨੇ ਭਾਗ ਲਿਆ ਤੇ ਲਵ ਇਨ ਸਿੰਗਾਪੁਰ ਦੀ ਬੜੀ ਚਰਚਿਤ ਫਿਲਮ ਆ ਮਲਿਆਲਮ। ਇਸ ਤੋਂ ਇਲਾਵਾ ਪੰਜਾਬੀ ਫਿਲਮ ਲੜਕੇ ਪੇਚ ਦੇ ਵਿੱਚ ਵੀ ਇਸਨੇ ਕੰਮ ਕੀਤਾ ਤੇ ਕਾਫੀ ਦੇਰ ਤੋਂ ਇਹ ਵਿਵਾਦਾਂ 'ਚ ਆ। 2014 'ਚ ਅਮਰਾਵਤੀ ਲੋਕ ਸਭਾ ਸੀਟ ਤੋਂ NCP ਦੀ ਟਿਕਟ ਤੇ ਚੋਣ ਲੜੀ ਸੀ ਤੇ ਪਰ ਇਹ ਸ਼ਿਵ ਸੈਨਾ ਦੇ ਉਮੀਦਵਾਰ ਤੋਂ ਹਾਰ ਗਈ ਸੀ। ਇਸ ਦੌਰਾਨ ਇਸ ਨੇ ਪਿੱਛੇ ਜਿਹੇ ਦਾ ਰੌਲਾ ਵੀ ਪਿਆ ਸੀ, ਇਹਦਾ ਜਿਹੜਾ ਜਾਤੀ ਸਰਟੀਫਿਕੇਟ ਹੈ ਇਸਨੇ ਮੋਚੀ ਜਾਤ ਦਾ ਸਰਟੀਫਿਕੇਟ ਬਣਾਇਆ ਕਿ ਮੈਂ ਮੋਚੀ ਭਾਈਚਾਰੇ ਨਾਲ ਸੰਬੰਧਿਤ ਹਾਂ, ਉਸ ਨੂੰ ਲੈ ਕੇ ਜਾਂਚ ਹੋਈ ਤੇ ਸਥਾਨਕ ਅਦਾਲਤ ਨੇ ਇਸ ਤੇ FIR ਦਰਜ ਕਰਨ ਦੇ ਆਦੇਸ਼ ਦਿੱਤੇ, ਪਰ ਸੁਪਰੀਮ ਕੋਰਟ 'ਚੋਂ ਇਹ ਰਾਹਤ ਪਾ ਗਈ ਹੈ ਕਿ ਮੈਂ ਕੋਈ ਜਾਤੀ ਸਰਟੀਫਿਕੇਟ ਜਾਲੀ ਨਹੀਂ ਬਣਾਇਆ। ਇਹ ਇਸ ਦਾ ਵਿਵਾਦ ਹੈ, ਸੁਪਰੀਮ ਕੋਰਟ 'ਚੋਂ ਰਾਹਤ ਪਾ ਚੁੱਕੀ ਹੈ ਤੇ ਇਸ ਤੋਂ ਇਲਾਵਾ ਪੁਲਿਸ ਨੇ ਇਸ ਤੇ ਇੱਕ ਦੋ ਹੋਰ ਮਾਮਲੇ ਵੀ ਦਰਜ ਕੀਤੇ ਨੇ ਤੇ ਕਿਉਂਕਿ ਇਸ ਦੇ ਫੇਸਬੁੱਕ ਤੇ WhatsApp ਤੇ ਇਸ ਦੀਆਂ ਤਸਵੀਰਾਂ ਨਾਲ ਛੇੜਛਾੜ ਹੋਈ ਇਸ ਦੀ ਆਗਿਆ ਤੋਂ ਬਿਨਾਂ ਤੇ ਕਈ ਮਾਮਲਿਆਂ ਦੇ ਵਿੱਚ ਇਹ ਸਮਾਜ ਸੇਵਾ ਦਾ ਵੀ ਕੰਮ ਕਰਦੀ ਹੈ ਤੇ ਵਿਰੋਧੀ ਹੈ। ਰਾਮਦੇਵ ਦੇ ਆਸ਼ਰਮ ਦੇ ਵਿੱਚ ਇਸ ਦੀ ਰਵੀ ਰਾਣਾ ਵਿਧਾਇਕ ਨਾਲ ਜਾਣ ਪਛਾਣ ਹੋਈ ਕਿਉਂਕਿ ਇਹ ਯੋਗਾ ਦੀ ਬਹੁਤ ਸ਼ੌਕੀਨ ਹੈ, ਪੂਰੀ ਫਿਟਨੈਸ ਹੈ, ਸ਼ਿਲਪਾ ਸ਼ੈਟੀ ਵਾਂਗੂ ਰੱਖਦੀ ਹੈ ਤੇ ਇਸੇ ਸ਼ੌਕ ਦੀ ਵਜ੍ਹਾ ਦੇ ਨਾਲ ਇਸ ਦੀਆਂ ਰਾਮਦੇਵ ਨਾਲ ਨਜ਼ਦੀਕੀਆਂ ਬਣੀਆਂ ਤੇ ਫਿਰ ਇਸ ਨੇ ਰਾਮਦੇਵ ਨੇ ਇਹਨਾਂ ਦੇ ਵਿਚੋਲੇ ਦਾ ਕੰਮ ਕੀਤਾ ਤੇ ਸਮੇਂ-ਸਮੇਂ ਬੜੇ ਡਰਾਮੇ ਕਰਦੀ ਰਹੀ ਕਿਸਾਨਾਂ ਨੂੰ ਲੈ ਕੇ ਜਾਂ ਹੋਰ ਨੂੰ ਲੈ ਕੇ ਤੇ ਅੱਜ ਇਸ ਦਾ ਸਿਆਸੀ ਹਾਈ ਵੋਲਟੇਜ ਡਰਾਮਾ ਦਿਨ ਭਰ ਭਾਰਤੀ ਹਿੰਦੀ ਮੀਡੀਆ ਦੇ ਲਈ ਚਰਚਾ ਦਾ ਵਿਸ਼ਾ ਬਣਿਆ ਰਿਹਾ। ਆਖਿਰ ਸ਼ਿਵ ਸੈਨਿਕ ਮਹਾਰਾਸ਼ਟਰ ਦੀ ਜਿਹੜੀ ਸਰਕਾਰ ਹੈ ਉਹ ਧਰਮ ਭੁੱਲ ਚੁੱਕੀ ਹੈ, ਉਹਨਾਂ ਨੂੰ ਹਿੰਦੂ ਧਰਮ ਯਾਦ ਕਰਾਉਣ ਵਾਸਤੇ ਇਸ ਬੀਬੀ ਨੇ ਨਵਨੀਤ ਕੌਰ, ਹਾਲਾਂਕਿ ਬੈਕਗ੍ਰਾਉਂਡ ਇਹਦੀ ਸਿੱਖ ਹੈ, ਹੁਣ ਵਿਆਹੀ ਹੋਈ ਹਿੰਦੂ ਰਵੀ ਰਾਣਾ ਦੇ ਨਾਲ ਹੈ ਤੇ ਇਸ ਕਰਕੇ BJP ਬੋਲਦੀ ਹੈ ਵਿੱਚ, RSS ਬੋਲਦੀ ਹੈ ਤੇ ਇਸ ਨੇ ਜਿਵੇਂ ਕਿਉਂਕਿ ਔਰਤ ਜਦੋਂ ਕੋਈ ਇਸ ਤਰ੍ਹਾਂ ਕਰਦੀ ਹੈ ਤੇ ਪਬਲਿਸਿਟੀ ਅਮੂਮਨ ਉਸ ਨੂੰ ਬੰਦੇ ਨਾਲੋਂ ਜ਼ਿਆਦਾ ਮਿਲਦੀ ਹੈ। ਕਹਿੰਦੀ ਮੈਂ ਸੰਸਦ ਹਾਂ, ਮੇਰੇ ਪਤੀ MLA ਨੇ ਤੇ ਇਹਨਾਂ ਨੇ ਦੇਵੇਂਦਰ ਫੜਨਵੀਸ ਅਤੇ BJP ਨੂੰ ਵੀ ਮਦਦ ਕਰਨ ਦੀ ਗੁਹਾਰ ਲਗਾਈ ਹੈ ਕਿ BJP ਨੇ ਸਾਬਕਾ ਸੰਸਦ ਜਿਹੜੇ ਨੇ ਕਿਰਤ ਸੁਮਈਆ ਰਾਤ 9 ਵਜੇ ਉਹਨਾਂ ਨੇ ਖਾਰ ਪੁਲਿਸ ਸਟੇਸ਼ਨ ਜਾਣ ਦਾ ਐਲਾਨ ਕੀਤਾ। ਹਾਲਾਂਕਿ ਕਿਰਤ ਸੁਮਈਆ ਆਪ ਜਿਹੜਾ ਵਿਕਰਾਂਤ ਜਹਾਜ਼ ਹੈ ਉਸ ਦੇ ਬਚਾਉਣ ਦੇ 53 ਕਰੋੜ ਰੁਪਏ ਇਕੱਠੇ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ। ਇਸ ਸੰਬੰਧੀ ਇਸ ਨੇ ਫਿਰ ਸ਼ਿਵ ਸੈਨਿਕਾਂ ਦੇ ਖਿਲਾਫ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਾਈ ਹੈ। ਪ੍ਰਧਾਨ ਮੰਤਰੀ ਦੀ ਮੁੰਬਈ ਆਮਦ ਨੂੰ ਲੈ ਕੇ ਫਿਰ ਇਸ ਨੇ ਆਪਣਾ ਇਹ ਜਿਹੜਾ ਚਾਲੀਸਾ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ ਤੇ ਫਿਰ ਇਸ ਲਈ ਕਹਿੰਦੇ ਇਸ ਨੇ ਇਹ ਜਿਹੜਾ ਫੈਸਲਾ ਭਾਵੇਂ ਵਾਪਸ ਵੀ ਲੈ ਲਿਆ ਸੀ, ਪਰ ਸ਼ਿਵ ਸੈਨਿਕਾਂ ਨੇ ਇਸ ਦਾ ਜਿਹੜਾ ਘਰ ਘੇਰਿਆ ਤੇ ਸ਼ਿਵ ਸੈਨਿਕਾਂ ਨੂੰ ਉਸਨੇ ਗੁੰਡੇ ਆਦਿ ਦੱਸਿਆ
पर कहंदी मेरा मकसद पूरा हो गया, जो कुछ वो करना चाहती सी वो मकसद उसका पूरा हो गया। ते ਇਹ ड्रामा दिन भर अज चलता रहा। हालांकि जिहड़े नागपुर दे विच पत्रकार करदे इन्हां दे आगू ने संजय राउत, उसने आख्या शिव सेना दे कि ਇਹ किसी दी इन्नी जुरत नहीं कि वह मातोश्री दे विच जानी कि ठाकरिਆਂ ਦੀ रिहाइश ते वड़न दा हीआं जां हौसला दिखा सकन। ते हिंदुआं नूं हिंदूत्व याद दिवाउण दे वास्ते इसने माताश्री जिहड़ा रिहाइश है महाराष्ट्र दे चीफ मिनिस्टर दी, ਉਹਦੇ बाहर हनुमान चालीसा पढ़न दा ऐलान कीता सी। ते उत्थे वैसे देर रात बीजेपी के नेता मोहित कंबोज की गड्डी ते भी शिव सैनिकां ने हमला किया, जाने कि शिव सेना ते बीजेपी RSS उत्थे आमो सामने आ रहे हैं। ते उधर मस्जिद के सामने हनुमान चालीसा पढ़न दे नाल शांति भंग हुई है ते कार्रवाई करन दा ऐलान होया। ये जलौन दे विच हनुमान चालीसा दा पाठ करना भी महंगा पै गया। इस सिलसिले विच जलौन दे रही दे विच मस्जिद के सामने लाउड स्पीकर ला के हनुमान चालीसा दा पाठ करना एक साध नूं महंगा पै गया। हिंदू साध नूं पुलिस ने उसके खिलाफ कार्रवाई करते हुए संत समेत कई लोगों ते शांति भंग करन दा मुकदमा दर्ज किया है। हालांकि इस कार्रवाई तो नाराज हुए संत ने गांधी चबूतरे ते प्रदर्शन विड़ दिता है महात्मा गांधी की समाधि ते इन्हां नूं पुछया जावे कि तुसीं उत्थे कोई ठेका लिया हनुमान चालीसा पढ़न दा, किसी दे धार्मिक स्थान दे बाहर जाके तुसीं इस तरह करदे हो, फिर फर्क की रह गया औरंगे दीयां ते तुहाडीआं नीतियां च? तुसीं अपने धार्मिक स्थानां ते पढ़ो, पब्लिक थां ते पढ़ो। जे पब्लिक वाली जगह ते मुस्लिम धर्म दे लोग अपनी मजबूरी नूं नमाज अदा करदे ने ते उस नूं लैके हाय तौबा, ते तुसीं अगले दे धार्मिक स्थान दे मूहरे हनुमान चालीसा एलानियां पढ़दे हो, ते फिर ये छेड़छाड़ नहीं है। पर मोदी राज है, बीजेपी RSS राज है। देश नूं बर्बादी वाल नूं ले जाना इन्हां लोकां ने। देश च बदकिस्मती है कि विरोधी पार्टी कोई नहीं, पर फिर भी पता नहीं की मतलब बेसब्री एडी हुई है। जित तुसीं हर स्टेट जानी है, जिस पासे नूं तुरे हो देश दंगे फसाद वाल नूं वधेगा। डिवेलपमेंट दे नां ते वोट कोई नहीं मिलती। अंबानी अडानी जां होर अरबांपति हुंदे जा रहे ने। गरीब दी रोटी चों राम लला दे वारसां नूं लाले पए ने। इस दौरान ये जिहड़ा जलौन दे विच स्टेशन रोड ते एक मस्जिद के सामने ये उरई दे मोहल्ला तुलसी नगर दे रहण वाले संत मस्तेंद्र ने गोस्वामी ने जिहड़ा लाउड स्पीकर ला के हनुमान चालीसा दा पाठ कीता सी बीते दिने, जिस ते पुलिस ने नोटिस लैंदे हुए इस मस्तेंद्र गोस्वामी समेत कई लोगों ते जिहड़ी कार्रवाई करने का ऐलान किया, जिस तो दुखी होकर इस व्यक्ति ने गांधी नगर के चबूतरे ते धरना दे दिता। हालांकि उस दिन हनुमान जयंती सी ते उस दिन उत्थे जाके पाठ करना जायज नहीं सी। तुसी किसी भी जगह मंदिर ते धार्मिक स्थान ते जां किसी अपने पब्लिक प्लेस ते कर लो जे तुहानूं ज्यादा ही तुसी दिखाना चाहुंदे हो, पर नहीं, आखिर मस्जिद दे बाहर करना। ये हालात ने मुल्क मेरे दे। थोड़ा जिहा पंजाब सरकार वाल नूं आईए। भगवंत मान होरां ने खुशखबरी पंजाब नूं दित्ती है। ट्रांसपोर्टरां लई कुछ अहम ऐलान करन दी गल आखी है। इस दे नाल जिहड़ियां होर कुछ गुड न्यूज़ आ रही ने आम आदमी पार्टी सरकार वालों। बिजली बोर्ड दे विच जानी PSPCL दे विच भी 1600 असामियां कढ़ियां ने इस संबंधी, क्योंकि पहलां जिहड़ियां असामियां कढ़ियां सी उन्हां चों 40% असामियां गैर पंजाबियों नूं मिल गईयां सन। जो पंजाब सरकार दा पुराना क्राइटेरिया चलदा उस मुताबक पंजाबी पास की शर्त कोई लाजमी नहीं है। नौकरी लैण तो बाद 2 साल बाद पंजाबी पास करने की मोहलत है। ते जिस नूं लैके 40% असामियां पहलां जो कढ़ियां सीगियां, जो असामियां कढ़ियां सी उन्हां चों 40% असामियां खास करके जनरल कैटागरी दीयां वो हरियाणा ते राजस्थान जां होर सूबिਆਂ ਦੇ उम्मीदवार लै गए सी। हुण जिहड़ियां 1600 ਦੇ करीब असामियां पंजाब सरकार ने कढ़ियां ने, अज बिजली महकमे दे विच नौकरी दे चाहवानां वास्ते एक खुशखबर है कि ये जिहड़ियां 1690 के करीब पोस्टां ने कढ़ियां गईयां ने, जिन्हां दे वास्ते 30 अप्रैल 2022 तो बाद विभाग की वैबसाइट ते ये लोग अपलाई कर सकणगे ते इस संबंधी तनख्वाह योग्यता ते होर वेरविਆਂ दे बारे जिहड़ा उत्थे जिहड़ी वैबसाइट ते ही जानकारी मिलेगी। सो इस संबंधी ये जिहड़े उम्मीदवारां दे विच थोड़ी खुशी भी इस नूं कह सकदे हां। कुदरती है कि जॉब मिलेगी तो हुंदा ही है, किसी नूं रोजगार मिलता है, किसी नूं रोजी रोटी मिलती है, अच्छा कदम है, क्योंकि पोस्टां तां बहुत खाली पईयां ने। दूसरे पासे एक होर फैसला किया गया जिहड़ा 184 के करीब
जो नेता सी साबका मंत्री सी उन्हां दी सुरक्षा वापस लै लई गई है। ये तकरीबन 184 ਜਿਹੜੇ ਮੰਤਰੀ ਤੇ ਵਿਧਾਇਕ ਨੇ ਇਹਨਾਂ ਦੀ ਜਿਹੜੀ ਸਮੀਖਿਆ ਕੀਤੀ ਗਈ ਸਿਕਿਉਰਿਟੀ ਦੀ। ਸੋ ਇਸ ਸੰਬੰਧੀ ਡਾਇਰੈਕਟਰ ਜਨਰਲ ਆਫ ਪੁਲਿਸ ਵੱਲੋਂ ਜੋ ਆਦੇਸ਼ ਜਾਰੀ ਕੀਤੇ ਗਏ ਨੇ ਇਸ ਸੰਬੰਧੀ ਭਾਵੇਂ 20 ਅਪ੍ਰੈਲ ਨੂੰ ਇਹ ਪੱਤਰ ਲਿਖਿਆ ਸੀ ਜਿਸ ਦੇ ਵਿੱਚ ਜਿਹੜੇ ਲੋਕਾਂ ਦੀ ਸੁਰੱਖਿਆ ਵਾਪਸ ਲਈ ਉਹਨਾਂ ਵਿੱਚ ਸਾਬਕਾ ਮੰਤਰੀ ਅਕਾਲੀ ਆਗੂ ਸਰਜੀਤ ਸਿੰਘ ਰਖੜਾ ਤੇ ਸੁੱਚਾ ਸਿੰਘ ਛੋਟੇਪੁਰ ਤੇ ਜਨਮੇਜਾ ਸਿੰਘ ਸੇਖੋਂ, ਬੀਬੀ ਜਗੀਰ ਕੌਰ, ਮਦਨ ਮੋਹਨ ਮਿੱਤਲ, ਜਸਰਾਜ ਤੋਤਾ ਸਿੰਘ, ਗੁਲਜ਼ਾਰ ਸਿੰਘ ਰਣੀਕੇ ਆਦਿ ਆਗੂ ਨੇ। ਤੇ ਇਸ ਤੋਂ ਇਲਾਵਾ ਕਾਂਗਰਸ ਦੇ ਵੀ ਚਰਨਜੀਤ ਸਿੰਘ ਚੰਨੀ ਦੇ ਪਰਿਵਾਰ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁੱਤਰ ਰਣਿੰਦਰ ਸਿੰਘ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਪਤਨੀ ਪੁਨੀਤ ਕੌਰ ਬਾਦਲ ਸਾਹਿਬ ਦੀ ਬੇਟੀ ਹੈ ਜੋ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਪੁੱਤਰ ਅਰਜਨ ਬਾਦਲ ਦੀ ਵੀ ਸੁਰੱਖਿਆ ਵਾਪਸ ਲਈ ਜਾਵੇਗੀ। ਇਸ ਤੋਂ ਇਲਾਵਾ ਪ੍ਰਤਾਪ ਸਿੰਘ ਬਾਜਵਾ ਦੀ ਪਤਨੀ ਚਰਨਜੀਤ ਕੌਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਦੇ ਪੁੱਤਰ ਉਦੇਵੀਰ ਦੀ ਸਿਕਿਉਰਿਟੀ ਵੀ ਵਾਪਸ ਲਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਸਾਬਕਾ ਸੰਸਦ ਮੈਂਬਰ ਅਤੇ ਆਈਪੀਐਲ ਦੇ ਸਾਬਕਾ ਚੇਅਰਮੈਨ ਰਾਜੀਵ ਸ਼ੁਕਲਾ ਦੀ ਸੁਰੱਖਿਆ ਵਾਪਸ ਲੈ ਲਈ ਹੈ ਤੇ ਮਾਹੀ ਗਿੱਲ ਜੋ ਨਵੀਂ ਬੀਜੇਪੀ ਚ ਆਈ ਸੀ, ਪੰਜਾਬੀ ਐਕਟਰੈਸ ਹੈ ਮਾਹੀ ਗਿੱਲ ਤੇ ਸਟਾਰ ਪ੍ਰਚਾਰਕ ਸੀ ਬੀਜੇਪੀ ਦੀ, ਇਹਦੀ ਸਿਕਿਉਰਿਟੀ ਵੀ ਵਾਪਸ ਲੈ ਲਈ ਹੈ। ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਦੇ ਮੁੰਡੇ ਸਿਧਾਂਤ ਚਟੋਪਾਧਿਆਏ ਦੀ ਸਿਕਿਉਰਿਟੀ ਵਾਪਸ ਲਈ ਹੈ। ਭਾਜਪਾ ਦੇ ਵੀ ਕਈ ਸਾਰੇ ਆਗੂ ਨੇ ਜਿਨ੍ਹਾਂ ਦੀ ਸਿਕਿਉਰਿਟੀ ਵਾਪਸ ਲਈ ਗਈ ਹੈ, ਜਿਵੇਂ ਭਾਜਪਾ ਦੇ ਜਨਰਲ ਸਕੱਤਰ ਜੀਵਨ ਗੁਪਤਾ, ਸਾਬਕਾ ਪ੍ਰਧਾਨ ਬੀਜੇਪੀ ਦੇ ਰਜਿੰਦਰ ਭੰਡਾਰੀ, ਰਾਜੇਸ਼ ਬੱਗਾ, ਗੋਬਿੰਦ ਸਿੰਘ ਲੌਂਗੋਵਾਲ ਅਕਾਲੀ ਆਗੂ, ਜੀਤ ਮਹਿੰਦਰ ਸਿੰਘ ਸਿੱਧੂ, ਕਰਨ ਕੌਰ ਬਰਾੜ, ਬਲਵੀਰ ਸਿੰਘ ਘੁੰਨਸ, ਦੀਪ ਮਲਹੋਤਰਾ ਸ਼ਰਾਬ ਕਾਰੋਬਾਰੀ ਤੇ ਮਨਤਾਰ ਸਿੰਘ ਬਰਾੜ, ਜੋਗਿੰਦਰਪਾਲ ਜੈਨ, ਅਰਵਿੰਦ ਖੰਨਾ ਬੀਜੇਪੀ ਦੇ ਨੇ ਤੇ ਬੀਜੇਪੀ ਦੇ ਨੇ ਅਰਵਿੰਦ ਖੰਨਾ, ਸਰਬਜੀਤ ਮੱਕੜ ਅਕਾਲੀ ਆਗੂ ਸੀਗੇ ਬੀਜੇਪੀ ਚਲੇ ਗਏ ਤੇ ਸਾਬਕਾ ਅਕਾਲੀ ਤੇ ਕਾਂਗਰਸੀ ਵਿਧਾਇਕਾਂ ਦੀ ਸੁਰੱਖਿਆ ਲਈ ਗਈ। ਪੰਜਾਬ ਕਾਂਗਰਸ ਦੇ ਮੌਜੂਦਾ ਆਗੂ ਬਰਿੰਦਰ ਸਿੰਘ ਢਿੱਲੋਂ, ਯੂਥ ਦੇ ਆਗੂ ਨੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ, ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਜਿਨ੍ਹਾਂ ਨਾਲ ਤਲਖ ਕਲਮੀ ਦਸਤਾਰ ਵੀ ਉਤਰੀ ਹੈ ਪਿਛਲੇ ਦਿਨੀ ਉਹਨਾਂ ਦੀ ਪੰਜਾਬ ਆਇਆ, ਅਮਰਜੀਤ ਸਿੰਘ ਚਾਵਲਾ ਫੈਡਰੇਸ਼ਨ ਦੇ ਸਾਬਕਾ ਆਗੂ ਅਕਾਲੀ ਆਗੂ ਤੇ ਸਰਜੀਤ ਸਿੰਘ ਗੜੀ ਬੀਜੇਪੀ ਦੇ ਆਗੂ, ਇਹਨਾਂ ਸਾਰਿਆਂ ਦੀ ਸਿਕਿਉਰਿਟੀ ਵਾਪਸ ਲਈ ਹੈ। ਬਿਲਕੁਲ ਲਈ ਜਾਣੀ ਚਾਹੀਦੀ ਹੈ ਜਿਨ੍ਹਾਂ ਨੂੰ ਲੋੜ ਨਹੀਂ ਤੇ ਉਹਦਾ ਫਾਇਦਾ ਕੋਈ ਨਹੀਂ ਹੈ। ਤੇ ਉਧਰ ਰਾਜਾ ਵੜਿੰਗ ਦੇ ਉੱਤੇ ਜੁਰਮਾਨਾ ਕੀਤਾ ਗਿਆ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ 24,000 ਰੁਪਏ ਦਾ। 29,390 ਰੁਪਏ ਰਾਜਾ ਵੜਿੰਗ ਕਾਂਗਰਸ ਦੇ ਨਵੇਂ ਨਕੋਰ ਪ੍ਰਧਾਨ ਨੂੰ ਇਹ ਜੁਰਮਾਨਾ ਲਾਇਆ ਗਿਆ। ਚੰਡੀਗੜ੍ਹ ਨਗਰ ਨਿਗਮ ਵੱਲੋਂ ਨੋਟਿਸ ਭੇਜਿਆ ਗਿਆ ਕਿਉਂਕਿ ਜਿਹੜਾ ਕੱਲ ਇਹਨਾਂ ਨੇ ਚੰਡੀਗੜ੍ਹ ਦੇ ਵਿੱਚ ਸਹੁੰ ਚੁੱਕੀ ਸੀ ਜਿੱਥੇ ਬਰਫੀ ਨੂੰ ਲੈ ਕੇ ਬੜਾ ਰੌਲਾ ਪਿਆ ਸੀ, ਜਿਸ ਤਰ੍ਹਾਂ ਭਰਤ ਭੂਸ਼ਣ ਆਸ਼ੂ ਦਾ ਹੱਥ ਫੜ ਕੇ ਐਡੀ ਮਾੜੀ ਤਾਂ ਵੈਸੇ ਖੇਤ ਪੈ ਗਧੇ ਨਾਲ ਬਿਨਾਂ ਹੋਵੇ ਜੋ ਇਹਨਾਂ ਲੀਡਰਾਂ ਨਾਲ ਹੁੰਦੀ ਹੈ ਜਾਂ ਇੱਕ ਦੂਜੇ ਨਾਲ ਕਰਦੇ ਨੇ, ਪਰ ਤੁਸੀਂ ਵੇਖੋ ਕਿ ਬੇਸ਼ਰਮੀ ਦੀ ਹੱਦ ਤੇ ਕਿਵੇਂ ਮਤਲਬ ਬਿਲਕੁਲ ਇਹਨਾਂ ਨੂੰ ਅਹਿਸਾਸ ਨਹੀਂ ਹੁੰਦਾ। ਦੋਸਤੋ ਇਸ ਵਕਤ ਲਾਈਵ ਪ੍ਰੋਗਰਾਮ ਹੈ, ਤੁਸੀਂ ਗੱਲਬਾਤ ਕਰਨੀ ਹੋਵੇ ਕਿਸੇ ਵਿਸ਼ੇ ਦੇ 98,763,09655 ਆਪਣਾ ਪਟਿਆਲਾ ਸਟੂਡੀਓ ਦਾ ਨੰਬਰ ਹੈ। ਇਸੇ ਨੰਬਰ ਤੇ WhatsApp ਦੇ ਰਾਹੀਂ ਤੁਸੀਂ ਪ੍ਰੋਗਰਾਮ ਦਾ YouTube ਦਾ ਲਿੰਕ ਵੀ ਮੰਗਵਾ ਸਕਦੇ ਹੋ। ਰਾਜਾ ਵੜਿੰਗ ਨੂੰ ਇਹ ਨੋਟਿਸ ਤਾਂ ਭੇਜਿਆ ਗਿਆ ਕਿ ਉਹਨਾਂ ਨੇ ਬਿਨਾਂ ਆਗਿਆ ਲਿਆ ਚੰਡੀਗੜ੍ਹ ਸ਼ਹਿਰ ਦੇ ਵਿੱਚ ਇਸ਼ਤਿਹਾਰ ਲਗਾਏ ਨੇ ਜੋ ਇਸ਼ਤਿਹਾਰ ਕੰਟਰੋਲ ਐਕਟ ਨਿਯਮਾਂ ਦੇ ਅਧੀਨ ਇਹ ਜੁਰਮਾਨਾ ਕਰਨਾ ਬਣਦਾ ਸੀ। 23,390 ਰੁਪਏ ਜੁਰਮਾਨਾ ਇਹਨਾਂ ਨੂੰ ਕੀਤਾ ਗਿਆ, 29,390 ਯਾਨੀ ਕਿ 30,000 ਚ ਪੈ ਗਿਆ। ਇਹ ਸਿਲਸਿਲਾ ਰਾਜਾ ਵੜਿੰਗ ਨੂੰ ਜਿਨ੍ਹਾਂ ਨੇ ਆਪਣਾ ਇਹ ਬੇਲੋੜਾ ਪ੍ਰਚਾਰ ਕੀਤਾ ਸੀ ਪ੍ਰਧਾਨ ਬਣਨ ਦਾ। ਤੇ ਨਾਲ ਪੰਜਾਬ ਸਰਕਾਰ ਨੇ ਕੁਝ ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਨੇ ਉਹਨਾਂ ਨੂੰ ਵੀ ਰਾਹਤ ਦਿੱਤੀ ਹੈ। ਭਗਵੰਤ ਮਾਨ ਸਰਕਾਰ ਨੇ ਕਿ ਅਗਲੇ 3 ਮਹੀਨੇ ਬਿਨਾਂ ਜੁਰਮਾਨੇ ਦੇ ਉਹ ਮੋਟਰ ਵਹੀਕਲ ਟੈਕਸ ਅਦਾ ਕਰ ਸਕਦੇ ਨੇ। ਇਸ ਸੰਬੰਧੀ ਭਗਵੰਤ ਮਾਨ ਨੇ ਟਵੀਟ ਕੀਤੀ ਹੈ ਕਿ ਜਿਹੜੇ ਕਰੋਨਾ ਦੇ ਕਾਰਨ ਟੈਕਸ ਨਹੀਂ ਭਰ ਸਕੇ ਉਹ 3 ਮਹੀਨਿਆਂ ਦੇ ਅੰਦਰ ਬਿਨਾਂ ਜੁਰਮਾਨੇ ਜਾਂ ਬਕਾਏ ਟੈਕਸ ਭਰ ਸਕਣਗੇ ਕਿਉਂਕਿ ਟਰਾਂਸਪੋਰਟਰ ਸਾਡੀ ਰੀੜ੍ਹ ਦੀ ਹੱਡੀ ਨੇ। ਪਰ ਜਿਹੜੇ ਛੋਟੇ ਮੋਟੇ ਟਰਾਂਸਪੋਰਟਰ ਨੇ ਵਿਚਾਰੇ ਉਹ ਰਗੜ ਦਿੱਤੇ, ਜਿਹੜੇ ਰੇਹੜੀਆਂ ਵਾਲੇ ਟਰਾਂਸਪੋਰਟਰ ਸੀਗੇ ਉਹ ਰਗੜ ਦਿੱਤੇ। ਮੈਨੂੰ ਲਾਲੀ ਟੋੜਾ ਹੋਰਾਂ ਨੇ ਇੱਕ ਆਡੀਓ ਵੀ ਭੇਜੀ ਹੈ। ਪੰਜਾਬ ਦੇ ਵਿੱਚ ਇਹ ਜਿਹੜੀਆਂ ਤਪਈਆ ਰੇਹੜੀਆਂ ਮੋਟਰਸਾਈਕਲ ਵਾਲੀਆਂ ਚੱਲਦੀਆਂ ਨੇ ਇਸ ਸੰਬੰਧੀ ਜਿਹੜੇ ਨੇ ਉਹਨਾਂ ਨੇ ਵੀ ਹੁਣ ਇਕੱਤਰਤਾ ਵਿੱਢ ਦਿੱਤੀ ਹੈ ਕਿ ਦੱਸੋ ਮਾੜੀ ਧਾੜ ਮਾਤੜਾਂ ਤੇ ਕਿਉਂ ਪੈਂਦੀ ਹੈ ਤੇ ਇਹ ਅਸੀਂ ਕਿ ਤੁਹਾਡੇ ਮਾਂ ਮਾਰਿਆ, ਅਸੀਂ ਤਾਂ ਤੁਹਾਨੂੰ ਵੋਟਾਂ ਪਾਈਆਂ ਤੇ ਤੁਸੀਂ ਸਾਨੂੰ ਇੰਨਾ ਕਿਉਂ ਤੰਗ ਕਰਦੇ ਹੋ। ਇਸ ਸੰਬੰਧੀ ਇਹ ਜਿਹੜਾ ਮਜ਼ਦੂਰ ਵਰਗ ਹੈ ਜਾਂ ਛੋਟੇ ਛੋਟੇ ਕੰਮ ਕਰਦੇ ਲੋਕ ਨੇ ਉਹ ਬਹੁਤਾ ਇਤਰਾਜ਼ ਤਾਂ ਦੂਸਰੇ ਯੂਨੀਅਨਾਂ ਤੇ ਟੈਂਪੂ ਯੂਨੀਅਨ ਜਾਂ ਹਾਥੀ ਵਾਲਿਆਂ ਦੇ ਇਤਰਾਜ਼ ਜਤਾ ਰਹੇ ਨੇ। ਵੈਸੇ ਉੱਦਾਂ ਪੰਜਾਬ ਵਾਲੇ ਲੋਕ ਦੇਖੋ ਛੋਟਾ ਹਾਥੀ ਉਹ ਕਹਿੰਦੇ ਆ ਵੀ ਛੋਟਾ ਹਾਥੀ ਕਰ ਲਓ, ਅਗਲਾ ਕਹਿੰਦਾ ਯਾਰ ਹਾਥੀ ਦਾ ਡਰਾਈਵਰ ਹੈ ਨਾ, ਕਿਉਂਕਿ ਉਹਦਾ ਨਾਂ ਹੀ ਛੋਟਾ ਹਾਥੀ ਹੈ।
पर वो डीजल पींदा है ना। खैर, तो इसे दौरान जिहड़ा कुछ होर खबरां दे नज़र मारांगे। साडे इन्हां प्रोग्रामां नूं सपोर्ट कीता बाई बलबीर सिंह समानपुर परिवार ने, जिन्हां दे अमेरिका दे विच कई सारे कारोबार ने। वाशिंगटन दे विच है उन्हां दा अर्लिंगटन फ्यूल स्टॉप 1801 पायनियर ईस्ट हाईवे एग्जिट 208 ते। इस लोकेशन ते फ्री कॉफी, ईमेल फैक्स करने की सुविधा ते ट्रक पार्किंग फ्री है, नाल ट्रकों का समान समरी खरीद सकते हो। दूजी लोकेशन इन्हां दी कैलीफोर्निया च लॉस्टल ट्रैवल सेंटर 14814 अलोमा स्ट्रीट लॉस्टल एग्जिट 278 ते। इस लोकेशन ते चाह शावर लाने ते ओवरनाइट ट्रक पार्किंग फ्री है, नाल लिकर शॉप है, फ्री नहीं है, सद उपयोग करो। बलबीर सिंह समानपुर होरां दा फ्यूल कंपनी का कारोबार है। इन्हां दियां डेल्टा फ्यूल कंपनी ते मोबाइल एक्शन मैराथन फ्यूल कंपनियों तो गैस स्टेशनों वाले सज्जन फ्यूल फ्रैंचाइज ब्रांडेड ते अनब्रांडेड डीजल खरीद सकते हैं। कोई डील बनानी है, बलबीर सिंह समानपुर होरां दे भरा हरजाप सिंह का नंबर नोट कर लो 425 232 84 13 4252328413 नंबर है हरजाप सिंह होरां दा। फेसबुक ते लिखते ने देश मेरे विच की रौले रैलियां मुजाहरे धरने पक्के, देश मेरे दे विच की ने रौले रैलियां मुजाहरे धरने धक्के धौले। बिल्कुल ये हालात है। सिकंदर औजला, असी वो कहने कि बिना रोए भाई मां नहीं दुध दिंदी, पंगे उस मानसिकता दे ने। लली टोड़ा जुड़े ने फेसबुक ते, चरणजीत शैली, सिकंदर औजला, बलविंदर सिंह उमैदपुरी ते रशपाल सिंह चंगेरा ते जीत रूपापति ते गुरमुख सिंह साउथ कोरिया तो जुड़े ने। धन्नवाद। ते प्रोग्राम अगे शेयर कर दिया करो जरूर, ते लाइक कर दिया करो जे प्रोग्राम नूं पसंद करदे हो। ते सानू सपोर्ट कीता है वाशिंगटन फील्ड सर्विस ने। सियाटल इलाके दे लोकल लोड चाहुंदे हो, लंबे रूटां तो कताए हो, दिने दिने ट्रक चलाओ, शामां नूं घर आओ ते सांझ बनाओ वाशिंगटन फील्ड सर्विस वालियां नाल, जो तुहाडी सहूलत वास्ते डिस्पैच पंजाबी अंग्रेजी च दिंदे ने। ड्राइविंग दी जॉब चाहिदी है तां आवरली बहुत अच्छे वेजेस प्रति घंटा के हिसाब दे नाल पे कीते जांदे ने। ते सियाटल दे लोड अते ड्राइविंग दी जॉब दे वास्ते ऑनर ऑपरेटर भी संपर्क करन वाशिंगटन फील्ड सर्विस वालियां नूं, जो तुहाडी सहूलत वास्ते डिस्पैच पंजाबी च दिंदे ने। कॉल करनी है तुसीं वाशिंगटन फील्ड सर्विस तो जगदेव सिंह संधू का नंबर 253 266 6924 2532666924। गैरी धालीवाल का नंबर है 206 354 4060 2063544060 नंबर है गैरी धालीवाल का। जगदेव संधू का नंबर है 2532666924। इस तरह सानू सपोर्ट किया यूनियन विलेज ट्रक स्टॉप वाले सुखी घुमण होरां ने। नाल इंडियन रेस्टोरेंट बनया जिथे देसी घ्यो के परौंठियां का तुसीं लो लुत्फ, इन्हां दी खासियत है। होर भारतीय विदेशी खाने छको छकाओ ट्रक तो आओ डीजल पाओ। जिथे ट्रक यूनियन स्कूल हुंदा सी उसे जगह ते है यूनियन विलेज ट्रक स्टॉप ते इंडियन रेस्टोरेंट। एड्रैस है 2201 साउथ यूनियन एवेन्यू, बेकर्सफील्ड, कैलीफोर्निया, जिप कोड 93307। रोडवेज ट्रांसपोर्ट वाले सुखी घुमण होरां दा कारोबार है, जिन्हां दा नंबर है 661 304 7500 661 304 7500। ਤੁਸੀਂ कहना हसिया क्यों ऐड बोलदे हसिया मैं तां हरजीत सिंह मिठड़ी बुद्धगढ़ वाले ने कहंदे ना, कहंदे इहनूं मस्कंदर ना आखो जिहड़ा चलीसा पढ़दा सी, ਇਹ ਮਸਟੰਡਾ ਆ। ਕਹਿੰਦੇ ਰਾਜਸਥਾਨ ਤੋਂ ਪ੍ਰਾਪਤ ਸੁਣਨੇ। ਹਾਂ ਬਿਲਕੁਲ, ਤੁਸੀਂ ਕਿਸੇ ਦੇ ਧਾਰਮਿਕ ਸਥਾਨ ਤੇ ਜਾ ਕੇ ਇਹ ਚੀਜ਼ਾਂ ਕਰ ਰਹੇ ਹੋ, ਕੱਲ ਨੂੰ ਕੋਈ ਮੁਸਲਮ ਕਿਸੇ ਦੂਸਰੇ ਧਾਰਮਿਕ ਸਥਾਨ ਦੇ ਸਾਹਮਣੇ ਜਾ ਕੇ ਨਮਾਜ਼ ਅਦਾ ਕਰੇਗਾ ਤੇ ਫਸਾਦ ਵਧਣਗੇ। ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਨੇ ਲੋਕ, ਜੋ नहीं होना चाहिए, क्योंकि डेवलपमेंट है कोई नहीं, मुद्दा है कोई नहीं जिस नाल बीजेपी जिते। सिर्फ कि हिंदू खत्म हो, हिंदू तो औरंगजेब तो खत्म नहीं होए, इन्ने जुल्म होए उदों खत्म नहीं होए, है ना। किसी चीज का भी नाश नहीं हुंदा। परशुराम ने कहंदे आ कि 1.5 दर्जन वारी 18 वारी जां 21 वारी खत्तरियां दा नाश कीता, कश्तरियां दा। की कश्तरी नाश हो गए? किसी चीज का भी नाश नहीं हुंदा, पर यह जिहड़ा डराया जा रहा, तुहानूं विचारे बनाया जा रहा। सो क्योंकि अंबानी अडानिया ने अमीर बनना। हुण तुसीं वेखो कि यूके का प्रधानमंत्री आउंदा ते सीधा गौतम अडानी नूं मिलदा। 8-10 साल चो गौतम अडानी कित्थों कित्थे पहुंच गया।
ਇਹਦੇ ਕੋਲ ਕਿਹੜੀ ਗਿੱਦੜ ਸਿੰਘੀ ਹੈ, ਕਿਹੜਾ ਦਿਮਾਗ ਹੈ ਜਿਹੜਾ ਦੂਜਿਆਂ ਕੋਲ ਨਹੀਂ ਆ। 162 ਅਰਬਪਤੀ ਹੋ ਗਏ ਇੰਡੀਆ 'ਚ ਆ 2021 ਤੇ 2020, 40 ਅਰਬਪਤੀ ਹੋ ਗਏ 2020 'ਚ ਕਰੋਨਾ 'ਚ, ਤੇ 20 ਅਰਬਪਤੀ ਵੱਧ ਗਏ 2021 ਦੇ ਵਿੱਚ। 102 ਅਰਬਪਤੀ ਸੀ 2019 ਦੇ ਵਿੱਚ, ਜਿਹੜੇ 2 ਸਾਲਾਂ 'ਚ 162 ਹੋ ਗਏ ਨੇ। ਇੰਡੀਆ ਦੇ 50% ਲੋਕਾਂ ਕੋਲ ਜਿੰਨੀ ਜਾਇਦਾਦ ਹੈ ਉਨੀ 90 ਬੰਦਿਆਂ ਕੋਲ ਹੈ। ਕਿਹੜੀ ਗਿੱਦੜ ਸਿੰਘੀ ਹੈ ਮੋਦੀ ਸਾਹਿਬ ਜਿਹੜੀ ਇਹਨਾਂ ਤੁਸੀਂ 20-50 ਬੰਦਿਆਂ ਨੂੰ ਦੇਈ ਜਾਂਦੇ ਹੋ? ਅਗਲੇ ਪਾਰਟੀ ਫੰਡ ਦਿੰਦੇ ਨੇ, ਤੁਹਾਨੂੰ ਜਿਤਾਉਂਦੇ ਨੇ, ਪੈਸਾ ਦਿੰਦੇ ਨੇ, ਤੁਸੀਂ ਰਾਮ ਲੱਲਾ ਦੇ ਨਾਂ ਤੇ ਰਾਮ ਲੱਲਿਆਂ ਨੂੰ ਲਟਾਈ ਜਾਂਦੇ ਹੋ, ਉਹਨਾਂ ਦਾ ਖੂਨ ਚਸਾਈ ਜਾਂਦੇ ਹੋ। ਜੇ MSP ਕਿਸਾਨ ਨੂੰ ਨਹੀਂ ਮਿਲਦਾ ਤੇ ਘਾਟਾ ਕਿਹਨੂੰ ਹੈ? ਰਾਮ ਲੱਲੇ ਦੇ ਵੰਸ਼ਜਾਂ ਨੂੰ। ਕੁਛ ਅੱਲਾ ਮੀਆਂ ਵਾਲਿਆਂ ਨੂੰ ਹੋਏਗਾ, ਕੁਛ ਸਿੱਖਾਂ ਨੂੰ, ਕੁਛ ਬੋਧੀਆਂ ਨੂੰ ਹੋਏਗਾ। ਫਾਇਦਾ ਕਿਹਨੂੰ ਹੈ? ਅੰਬਾਨੀਆਂ ਅਡਾਨੀਆਂ ਨੂੰ, ਕਾਰਪੋਰੇਟ ਨੂੰ। ਸੋ ਧਰਮ ਮਾੜਾ ਨਹੀਂ ਹੈ, ਧਰਮ ਕੋਈ ਵੀ ਮਾੜਾ ਨਹੀਂ ਹੈ। ਧਰਮ ਆਪਣੇ ਆਪ 'ਚ ਬਹੁਤ ਚੰਗੇ ਨੇ। ਠੀਕ ਹੈ ਕਿ ਧਰਮਾਂ 'ਚ ਸਮੇਂ-ਸਮੇਂ ਬੁਰਾਈਆਂ ਕੁਤਾਹੀਆਂ ਆਉਂਦੀਆਂ ਨੇ, ਸਿੱਖਾਂ 'ਚ ਵੀ ਆ ਗਈਆਂ ਨੇ। ਧਰਮਾਂ 'ਚ ਸ਼ੁੱਧੀਕਰਨ ਤਾਂ ਹੀ ਹੁੰਦਾ, ਭਗਤੀ ਸੁਧਾਰ ਲਹਿਰ ਤਾਂ ਹੀ ਚੱਲੀ। ਸਤੀ ਪ੍ਰਥਾ ਜਾਂ ਹੋਰ ਬੁਰਾਈਆਂ ਜਦੋਂ ਬਾਹਮਣ ਨੇ ਘਸੋੜ ਦਿੱਤੀਆਂ ਕਿ ਪਤੀ ਨਾਲ ਸਤੀ ਹੋ ਜਾਓ, 300 ਕਰੋੜ ਸਾਲ ਸਵਰਗ ਰਹਿਣ ਦਾ ਮੌਕਾ ਮਿਲੇਗਾ। ਜਿਉਂਦੀ ਨੂੰ ਸਾੜ ਦਿਓ, ਗ੍ਰਿਲ ਕਰ ਦਿਓ, ਉਹਨੂੰ ਬਾਰਬੀਕਿਊ ਕਰ ਦਿਓ ਉਹਦਾ। ਹੋਰ ਤੇ ਹੋਰ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਨਾਲ 1.25 ਦਰਜਨ ਔਰਤਾਂ ਸਾੜ ਕੇ ਮਾਰ ਦਿੱਤੀਆਂ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਇਹਨੂੰ ਸਮਝਣ ਦੀ ਜ਼ਰੂਰਤ ਹੈ। ਕੁਝ ਖਬਰਾਂ, ਉਸ ਤੋਂ ਬਾਅਦ ਗੱਲਬਾਤ ਕਰਾਂਗੇ। ਆਪਾਂ ਇੱਕ ਕਹਾਣੀ ਸੁਣਾਵਾਂਗੇ ਤੁਹਾਨੂੰ, ਵਿਗੜੇ ਕਾਮਰੇਡ। ਬੜੀ ਇੰਟਰਸਟਿੰਗ ਕਹਾਣੀ ਹੈ, ਮੈਂ ਵੀ ਪਹਿਲੀ ਵਾਰੀ ਪੜ੍ਹ ਰਿਹਾ। ਅਮਰਜੀਤ ਚਾਹਲ ਦੀ ਕਹਾਣੀ ਹੈ, ਵਿਗੜੇ ਹੋਏ ਕਾਮਰੇਡ। ਘੱਟ ਕੋਈ ਵੀ ਨਹੀਂ ਹੁੰਦਾ, ਭਾਵੇਂ ਕਾਮਰੇਡ ਆ ਤੇ ਭਾਵੇਂ ਕੋਈ ਜਥੇਦਾਰ ਹੋਵੇ ਜਾਂ ਪੰਡਤ ਮਹਾਸ਼ਾ ਹੋਵੇ, ਬਹੁਤੇ ਮਾੜੇ ਹੀ ਹੁੰਦੇ ਆ। ਸਵਾਗਤ ਤੁਹਾਡਾ, ਵੈਲਕਮ ਜੀ। ਹੈਲੋ ਹੈਲੋ, ਸੌਰੀ ਤੁਹਾਡੀ ਆਵਾਜ਼ ਨਹੀਂ ਆ ਰਹੀ ਭਾਈਜਾਨ, ਮਾਫੀ ਚਾਹੁੰਦੇ। ਖੈਰ ਕੁਝ ਖਬਰਾਂ, ਉਸ ਤੋਂ ਬਾਅਦ ਫਿਰ ਵਧਾਂਗੇ ਕਹਾਣੀ ਅੰਕ ਵੱਲ ਨੂੰ। ਅੱਜ ਵੀਕਐਂਡ ਹੈ ਤੇ ਕਹਾਣੀਆਂ ਚੋਂ ਕੀ ਕੁਛ ਨਿਕਲਦਾ, ਕਾਫੀ ਸਕੂਨ ਮਿਲਦਾ। ਨਿਤ ਦਿਨ ਇਹ ਜਿਹੜੀ ਭੈੜੀ ਸਿਆਸਤ 'ਚ ਦੁਖੀ ਹੋ ਜਾਂਦਾ ਬੰਦਾ। ਉਧਰ ਯੂਪੀ ਦਾ ਇਲਾਹਾਬਾਦ ਤੋਂ ਪ੍ਰਯਾਗਰਾਜ ਬਣਾ ਦਿੱਤਾ, ਪਰ ਰਾਮ ਰਾਜ ਨਹੀਂ ਆਇਆ। ਪ੍ਰਯਾਗਰਾਜ ਦੇ ਗੰਗਾ ਪਾਰ ਧਰਵਾਈ ਥਾਣੇ ਖੇਤਰ ਦਾ ਪਿੰਡ ਹੈ ਖੇਵਰਾਜਪੁਰ। ਇੱਥੇ ਸ਼ੁੱਕਰਵਾਰ ਦੀ ਰਾਤ ਨੂੰ ਇੱਕ ਪਰਿਵਾਰ ਦੇ 5 ਲੋਕਾਂ ਦਾ ਕਤਲ ਹੋਇਆ। ਤੁਸੀਂ ਵੇਖੋ, ਤੇ ਸਵੇਰੇ ਸ਼ਨੀਵਾਰ ਨੂੰ ਕੱਲ ਇਹ ਜਿਹੜੇ ਨੇ 5:30 ਵਜੇ ਸੂਚਨਾ ਮਿਲੀ ਕਿ ਪਰਿਵਾਰ ਦੇ 5 ਜੀ ਮਰੇ ਪਏ ਨੇ। ਮੌਕੇ ਤੇ ਪੁਲਿਸ ਅਧਿਕਾਰੀ ਪੁੱਜੇ। ਘਰ ਦਾ ਮੁਖੀ ਰਾਜਕੁਮਾਰ, ਉਹਦੀ ਪਤਨੀ, ਉਹਦੀ ਨੂੰਹ, ਉਹਦੀ ਧੀ ਤੇ ਇੱਕ ਦੋਹਤੀ ਸਣੇ 5 ਵਿਅਕਤੀ ਮ੍ਰਿਤਕ ਪਾਏ ਗਏ। ਰਾਜਕੁਮਾਰ ਦੀ ਇੱਕ ਦੋਹਤੀ ਜਿਹੜੀ 5 ਸਾਲ ਦੀ ਹੈ ਉਹ ਜਿੰਦਾ ਬਚੀ ਹੈ। ਤੇ ਹਾਲਾਂਕਿ ਇਸ ਕੇਸ ਦੀ ਜਾਂਚ ਹੋ ਰਹੀ ਹੈ ਕਿ ਕਾਰਨ ਕੀ ਨੇ, ਅਜੇ ਤੱਕ ਕੋਈ ਅਪਡੇਟ ਨਹੀਂ ਆਈ। ਉਧਰ ਸਿੱਖਿਆ ਕੀ ਦਿੱਤੀ ਜਾ ਰਹੀ ਹੈ? ਧਰਮ ਮਜ਼ਹਬ ਦੀ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਕੱਟੜਤਾ ਕਿਵੇਂ ਬਣਨੀ ਹੈ। ਸੋ CBSE ਨੇ 11ਵੀਂ ਤੇ 12ਵੀਂ ਜਮਾਤ ਦੇ ਜਿਹੜੇ ਇਤਿਹਾਸ ਦੀ ਕਿਤਾਬ ਹੈ ਤੇ ਰਾਜਨੀਤੀ ਸ਼ਾਸਤਰ ਦਾ ਸਿਲੇਬਸ ਹੈ, ਉਸ ਦੇ ਵਿੱਚੋਂ ਗੁੱਟ ਨਿਰਲੇਪ ਅੰਦੋਲਨ, ਠੰਡੀ ਜੰਗ ਦਾ ਦੌਰ ਤੇ ਅਫਰੀਕੀ ਏਸ਼ੀਆਈ ਖੇਤਰ ਦੇ ਵਿੱਚ ਇਸਲਾਮੀ ਸਾਮਰਾਜ ਦਾ ਉਭਾਰ, ਮੁਗਲ ਦਰਬਾਰ ਦੇ ਇਤਿਹਾਸ ਅਤੇ ਉਦਯੋਗਿਕ ਕ੍ਰਾਂਤੀ ਸੰਬੰਧੀ ਸਾਰੇ ਚੈਪਟਰ ਹਟਾ ਦਿੱਤੇ ਨੇ। ਇਸ ਤਰ੍ਹਾਂ 10ਵੀਂ ਦੇ ਜਮਾਤ ਦੇ ਸਿਲੇਬਸ ਦੇ ਵਿੱਚੋਂ ਭੋਜਨ ਸੁਰੱਖਿਆ ਨਾਲ ਸੰਬੰਧਿਤ ਅਧਿਆਇ ਵਿੱਚੋਂ ਖੇਤੀਬਾੜੀ ਤੇ ਵਿਸ਼ਵੀਕਰਨ ਦਾ ਪ੍ਰਭਾਵ ਵਿਸ਼ੇ ਨੂੰ ਵੀ ਹਟਾ ਦਿੱਤਾ ਕਿ ਖੇਤੀਬਾੜੀ ਤੇ ਆਲਮੀਕਰਨ ਦਾ ਕੀ ਪ੍ਰਭਾਵ ਹੈ, ਤਾਂ ਜੋ ਬੱਚੇ ਸਮਝ ਹੀ ਨਾ ਸਕਣ। ਹੁਣ ਖੇਤੀਬਾੜੀ ਤੇ ਪੰਜਾਬ ਦੀ, ਭਾਰਤ ਦੀ, ਗੁਜਰਾਤ ਦੀ, ਯੂਪੀ ਦੀ, ਮੱਧ ਪ੍ਰਦੇਸ਼ ਦੀ ਹਰ ਖੇਤੀ ਤੇ ਵਿਸ਼ਵੀਕਰਨ ਦਾ ਕੀ ਪ੍ਰਭਾਵ ਪਿਆ, WTO ਦਾ ਕੀ ਪ੍ਰਭਾਵ ਪਿਆ, ਉਹ ਸਿਲੇਬਸ ਹੀ ਹਟਾ ਦਿੱਤਾ ਤਾਂ ਜੋ ਦੇਖੇ ਕਿ ਜਿਹੜੇ ਸਾਡੇ ਰਵਾਇਤੀ ਬੀਜ ਸੀਗੇ, ਜਿਹੜਾ ਕਿਸਾਨ ਸੀ, ਉਸ ਨੂੰ ਵਿਸ਼ਵੀਕਰਨ ਦੇ ਨਾਂ ਤੇ WTO ਨੇ ਜਾਂ ਕਿੱਦਾਂ ਲੁੱਟਿਆ, ਕਿਉਂਕਿ ਬੱਚੇ ਪੜ੍ਹ ਹੀ ਨਾ ਸਕਣ। ਉਹਨਾਂ ਨੂੰ ਇੱਕ ਬਸ ਲੱਲੇ ਬਣਾ ਦਿਓ, ਉਹਨਾਂ ਨੂੰ ਬਸ ਧਰਮ ਫਿਰਕਾ ਪ੍ਰਸਤੀ 'ਚ ਪ੍ਰਪੱਕ ਕਰ ਦਿਓ। ਇਸ ਦੇ ਨਾਲ ਹੀ ਇਸ ਸਾਲ ਧਰਮ ਫਿਰਕਾ ਪ੍ਰਸਤੀ ਤੇ ਧਰਮ ਨਿਰਪੱਖ ਰਾਜ ਜਿਹੜਾ ਭਾਗ ਸੀ, ਉਸ ਦੇ ਵਿੱਚ ਫੈਜ਼ ਅਹਿਮਦ, ਫੈਜ਼ ਦੀਆਂ
2 ਉਰਦੂ ਦੀਆਂ ਅਨੁਵਾਦਿਤ ਕਿਤਾਬਾਂ ਦੇ ਅੰਸ਼ ਨੂੰ ਵੀ ਅਨੁਵਾਦਿਤ ਅੰਸ਼ ਨੂੰ ਵੀ ਬਾਹਰ ਕਰ ਦਿੱਤਾ। CBSE ਦੇ ਸਿਲੇਬਸ ਦੇ ਵਿੱਚ ਲੋਕਤੰਤਰ ਅਤੇ ਵਿਭਿੰਨਤਾ, ਕਿਉਂਕਿ ਵਿਭਿੰਨਤਾ ਪਸੰਦ ਹੀ ਨਹੀਂ, ਇੱਕ ਰਾਜ, ਇੱਕ ਬੋਲੀ ਤੇ ਇੱਕ ਧਰਮ, ਉਸ ਪਾਸੇ ਨੂੰ ਵਧ ਰਹੀ ਹੈ ਮੌਜੂਦਾ ਰਾਜ ਸੱਤਾ। ਤੁਸੀਂ ਵੇਖੋ ਕਿ ਗੋਟਰਨਲੇਪ ਅੰਦੋਲਨ ਕੀ ਸੀਗਾ ਕਿ ਨਿਰਪੱਖ ਰਹੋ, ਠੰਡੀ ਜੰਗ ਸੀ ਜਿਹੜੀ ਕੋਲਡ ਵਾਰ, ਉਹਦਾ ਦੌਰ, ਅਫਰੀਕੀ ਏਸ਼ੀ ਖੇਤਰ ਵਿੱਚ ਇਸਲਾਮ ਕਿਵੇਂ ਉੱਭਰਿਆ, ਉਹ ਸਭ ਹਟਾ ਦਿੱਤਾ। ਇਹ ਮੁਗਲ ਦਰਬਾਰਾਂ ਦਾ ਇਤਿਹਾਸ ਉਹ ਹਟਾ ਦਿੱਤਾ। ਉਦਯੋਗਿਕ ਕ੍ਰਾਂਤੀ ਕਿਵੇਂ ਆਈ ਉਹ ਹਟਾ ਦਿੱਤਾ। ਇੱਥੋਂ ਤੱਕ ਕਿ 10ਵੀਂ ਦੇ ਸਿਲੇਬਸ ਦੇ ਵਿੱਚ ਭੋਜਨ ਸੁਰੱਖਿਆ ਨਾਲ ਸੰਬੰਧਿਤ ਚੈਪਟਰ ਦੇ ਵਿੱਚੋਂ ਖੇਤੀਬਾੜੀ ਤੇ ਵਿਸ਼ਵ ਵਪਾਰ ਨੀਤੀਆਂ ਦਾ ਕੀ ਅਸਰ ਪਿਆ ਉਹ ਹਟਾ ਦਿੱਤਾ। ਧਰਮ ਫਿਰਕਾ ਪ੍ਰਸਤੀ ਧਰਮ ਨਿਰਪੱਖ ਰਾਜ ਭਾਗ ਦੇ ਵਿੱਚੋਂ ਫੈਜ਼ ਅਹਿਮਦ ਫੈਜ਼, ਇਹ ਉਹ ਸ਼ਾਇਰ ਸੀ ਜਿਸ ਨੂੰ ਪਾਕਿਸਤਾਨ ਦੀਆਂ ਸਰਕਾਰਾਂ ਨੇ ਕੈਦ ਕਰ ਲਿਆ ਸੀ, ਕਿਉਂਕਿ ਉਹ ਲੁੱਟ ਦੇ ਖਿਲਾਫ ਬੋਲਦਾ ਸੀ, ਉਹ ਕੱਟੜਤਾ ਦੇ ਖਿਲਾਫ ਬੋਲਦਾ ਸੀ। ਫੈਜ਼ ਅਹਿਮਦ ਫੈਜ਼, ਪਾਕਿਸਤਾਨ ਦੀਆਂ ਸਰਕਾਰਾਂ ਨੇ ਵੀ ਉਹਦੇ ਤੇ ਬੇਤਹਾਸ਼ਾ ਤਸ਼ੱਦਦ ਕੀਤੇ, ਹਾਲਾਂਕਿ ਉਹ ਖੁਦ ਮੁਸਲਮਾਨ ਸੀ, ਪਰ ਮੁਸਲਮਾਨਾਂ ਤੇ ਜਿਹੜੀ ਉੱਥੋਂ ਦੀ ਨਾਜ਼ਮ ਨਫ਼ਰਤੀ ਜੋ ਨਿਜ਼ਾਮ ਸੀਗਾ, ਜੋ ਜ਼ੁਲਮ ਕਰਦਾ ਸੀ ਗਰੀਬ ਮੁਸਲਮਾਨਾਂ ਤੇ, ਉਸ ਵਿਵਾਦਤ ਅੰਸ਼ ਨੂੰ, ਕਿਉਂਕਿ ਬਹੁਤ ਲਿਬਰਲ ਕਿਸਮ ਦਾ ਸ਼ਾਇਰ ਸੀ ਫੈਜ਼ ਅਹਿਮਦ ਫੈਜ਼, ਇਹਦੀਆਂ ਬੇਟੀਆਂ ਗਾਹੇ ਬਗਾਹੇ ਆਉਂਦੀਆਂ ਹੁੰਦੀਆਂ ਇੰਡੀਆ, ਤੇ ਪਾਕਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਉਹਨੂੰ ਸਾੜ ਮਾਰਿਆ। ਤੇ ਉਹਦੀਆਂ ਕਵਿਤਾਵਾਂ ਦੇ ਅੰਸ਼ ਵੀ ਕੱਢ ਦਿੱਤੇ CBSE ਨੇ। ਤੇ ਫਿਰ ਹਿੰਦੂ ਰਾਸ਼ਟਰ ਬਣਾਉਣ 'ਚ ਕਸਰ ਕੀ ਰਹਿ ਗਈ ਹੈ? ਕਿਸ ਪਾਸੇ ਨੂੰ ਲਿਜਾ ਰਹੇ ਹੋ ਦੇਸ਼ ਨੂੰ? ਪਰ ਉਹ ਭਗਤ ਤੇ ਭਗਤ ਹੁੰਦੇ ਆ, ਹੈ ਨਾ। ਜਿਵੇਂ ਬਾਦਲ ਕਿਆਂ ਨੂੰ ਪੰਥ ਪਿਆਰਾ, ਅਸਦੁੱਦੀਨ ਅਵੈਸੀ ਵਾਲੇ ਸਿਆਸੀ ਲਾਣੇ ਨੂੰ ਇਸਲਾਮ ਪਿਆਰਾ ਹੈ, ਉਸੇ ਤਰ੍ਹਾਂ ਮੋਦੀ ਲਾਣੇ ਨੂੰ RSS ਨੂੰ ਜਿਹੜਾ ਹਿੰਦੂਤਵ ਪਿਆਰਾ। ਸੋ ਉਧਰ ਥੋੜਾ ਬਾਘਾ ਪੁਰਾਣਾ ਦੀ ਗੱਲ ਕਰੀਏ। ਬਾਘਾ ਪੁਰਾਣਾ ਦਾ BDPO ਮੁਅੱਤਲ ਕਰ ਦਿੱਤਾ, ਕਿਉਂਕਿ ਇਸ ਵੀਡੀਓ ਦੀ ਇੱਕ ਬਲਾਕ ਡਿਵੈਲਪਮੈਂਟ ਤੇ ਪੰਚਾਇਤ ਅਫਸਰ ਦੀ ਇੱਕ ਵੀਡੀਓ ਵਾਇਰਲ ਹੋਈ ਸੀ, ਜਿਸ ਦੇ ਵਿੱਚ ਇਹ ਆਪਣੇ ਦਫ਼ਤਰ ਦੇ ਵਿੱਚ ਬੈੱਡ ਲਾਈਨ ਪਿਆ। ਇਸ ਸੰਬੰਧੀ ਪੰਚਾਇਤ ਮੰਤਰੀ ਤੇ ਪਿੰਡੂ ਵਿਕਾਸ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਉਹਨਾਂ ਨੇ ਨੋਟਿਸ ਲੈ ਕੇ ਕਾਰਵਾਈ ਕੀਤੀ ਹੈ ਕਿ ਇਹ ਆਰਾਮ ਫਰਮਾ ਰਿਹਾ ਸੀ ਦਫ਼ਤਰ ਦੇ ਵਿੱਚ ਬੈੱਡ ਲਾ ਕੇ, ਜਿਸ ਤੋਂ ਬਾਅਦ ਫਿਰ ਕਿਉਂਕਿ ਬਹੁਤ ਸਾਰੇ ਜਿਹੜੇ ਅਫਸਰ ਨੇ ਉਹਨਾਂ ਨੇ ਬੈੱਡਰੂਮ ਹੀ ਬਣਾਏ ਹੋਏ ਨੇ ਆਫਿਸ, ਤੇ ਇਸ ਦੌਰਾਨ ਇਸ ਨੂੰ ਪੰਜਾਬ ਸਰਕਾਰ ਦੇ ਨਿਯਮਾਵਲੀ ਦੇ ਤਹਿਤ ਗੁਜ਼ਾਰਾ ਭੱਤਾ ਇਸ ਸ਼ਰਤ ਤੇ ਮਿਲੇਗਾ ਕਿ ਉਹ ਕੋਈ ਨੌਕਰੀ ਜਾਂ ਕੰਮ ਨਹੀਂ ਕਰ ਰਿਹਾ। ਤੇ ਇਸ ਸੰਬੰਧੀ ਨਿਰਮਲ ਸਿੰਘ ਦਾ ਹੈੱਡਕੁਆਟਰ ਜ਼ਿਲ੍ਹਾ ਤੇ ਵਿਕਾਸ ਪੰਚਾਇਤ ਅਫਸਰ ਹੋਏਗਾ ਹੁਣ, ਤੇ ਗੁਜ਼ਾਰਾ ਭੱਤਾ ਵੀ ਉਸ ਨੂੰ ਇਸੇ ਸ਼ਰਤ ਤੇ ਮਿਲੇਗਾ ਕਿ ਉਹ ਕੋਈ ਨੌਕਰੀ ਜਾਂ ਕੰਮ ਨਹੀਂ ਕਰ ਰਿਹਾ। ਤੇ ਇਸ ਦੇ ਵਿੱਚ ਜਿਹੜਾ ਇਹ ਬੈੱਡ ਦੇ ਉੱਤੇ ਆਰਾਮ ਫਰਮਾ ਰਿਹਾ ਸੀ, ਕਿਸੇ ਨੇ ਵੀਡੀਓ ਬਣਾ ਕੇ ਵਾਇਰਲ ਕੀਤੀ, ਸੋ ਇਸ ਨੂੰ ਇਸ ਦੋਸ਼ ਦੇ ਅਧੀਨ ਜਿਹੜਾ ਮੁਅੱਤਲ ਕੀਤਾ ਗਿਆ। ਕੁਲਦੀਪ ਸਿੰਘ ਧਾਲੀਵਾਲ ਜੋ ਕਿ NRI ਦੇ ਵੀ ਮੰਤਰੀ ਨੇ, ਤੇ ਉਹਨਾਂ ਵੱਲੋਂ ਇਹ ਮੁਅੱਤਲੀ ਕੀਤੀ ਗਈ ਹੈ। ਲਓ ਦੋਸਤੋ, ਹੁਣ ਤੁਹਾਨੂੰ ਸੁਣਾਉਂਦੇ ਹਾਂ ਕਹਾਣੀ ਵਿਗੜੇ ਹੋਏ ਕਾਮਰੇਡ। ਅਮਰਜੀਤ ਚਾਹਲ ਦੀ ਇਹ ਕਹਾਣੀ ਹੈ, 1951 ਦੀ ਲਿਖੀ ਹੈ ਸ਼ਾਇਦ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 7 ਤੋਂ 9 ਤੇ ਸ਼ਾਮ ਨੂੰ 7:30 ਤੋਂ 9:30 ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਜੀ ਦੇ ਨਾਲ ਪਟਿਆਲਾ ਸਟੂਡੀਓ 'ਚ ਲਾਈਵ ਜੁੜਦਾ, ਤੇ ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tiwanaradio.com ਤੋਂ ਲਾਈਵ ਸੁਣਦੇ ਹੋ, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਲਾਈਕ ਕਰੋ, ਬੈਲ ਆਈਕਨ ਦਬਾਓ। ਸੋ ਦੋਸਤੋ, ਮਾਫੀ ਚਾਹਾਂਗਾ ਕਿ ਇਸ ਦੌਰਾਨ ਮੈਂ ਨਾ ਕਾਲ ਨਹੀਂ ਲਵਾਂਗਾ, ਕਿ ਕਹਾਣੀ ਤੁਹਾਨੂੰ ਸੁਣਾਉਂਦੇ ਆ ਵਿਗੜੇ ਹੋਏ ਕਾਮਰੇਡ। ਜੇ ਤੁਸੀਂ ਮੇਰੇ ਨਾਲ ਕੋਈ ਪਰਸਨਲ ਗੱਲ ਕਰਨੀ ਹੈ ਜਾਂ ਕਿਸੇ ਹੋਰ ਸਬਜੈਕਟ ਤੇ ਗੱਲ ਕਰਨੀ ਹੈ ਤਾਂ ਇਸ ਕਹਾਣੀ ਤੋਂ ਬਾਅਦ ਕਰ ਸਕਦੇ ਹੋ। ਤੇ ਇਸ ਕਰਕੇ ਬੇਨਤੀ ਹੈ ਕਿ ਹੁਣ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੇ, ਤੇ ਇਸ ਤੋਂ ਬਾਅਦ ਫਿਰ ਤੁਸੀਂ ਗੱਲ ਕਰਨੀ ਹੈ ਤੇ ਕਹਾਣੀ ਤੋਂ ਬਾਅਦ ਤੁਸੀਂ ਗੱਲ ਕਰ ਸਕਦੇ ਹੋ। ਇਸ ਦੌਰਾਨ ਮੈਂ ਕਾਲ ਨਹੀਂ ਲਵਾਂਗਾ। ਸੋ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 7 ਤੋਂ 9 ਤੇ ਸ਼ਾਮ ਨੂੰ 7:30 ਤੋਂ 9:30 ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਜੀ ਦੇ ਨਾਲ ਪਟਿਆਲਾ ਸਟੂਡੀਓ 'ਚ ਜੁੜਦਾ। ਤੁਸੀਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tiwanaradio.com ਤੇ ਲਾਈਵ ਸੁਣ ਸਕਦੇ ਹੋ, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ। ਇਹਦਾ YouTube ਦਾ ਲਿੰਕ ਪ੍ਰੋਗਰਾਮ ਦਾ ਅਗਰ ਆਪਣੇ WhatsApp ਨੰਬਰ ਤੇ ਮੰਗਵਾਉਣਾ
ਤਾਂ ਆਪਣਾ WhatsApp ਗਰੁੱਪ ਨੰਬਰ ਹੈ ਪਟਿਆਲਾ ਸਟੂਡੀਓ ਦਾ ਉਹੀ ਨੰਬਰ ਹੈ ਜਿਸ ਤੇ ਤੁਸੀਂ ਕਾਲ ਕਰ ਦਿਓ 9876309655 9876309655 ਤੇ ਆਪਣੀ ਵੈਬਸਾਈਟ tiwanaradio.com ਤੇ ਤੁਹਾਨੂੰ ਪੰਜਾਬੀ ਦੇ ਵਿੱਚ ਖਬਰਾਂ ਵੀ ਪੜ੍ਹਨ ਨੂੰ ਮਿਲਣਗੀਆਂ। ਤੇ ਇਹ ਸੀ ਬੇਨਤੀਆਂ, ਜੇ ਤੁਸੀਂ ਅਮਰੀਕਾ ਦੇ ਵਿੱਚ ਹੋ ਤਾਂ ਅਮਰੀਕਾ ਦੇ ਵਿੱਚ ਆਪਣੇ ਇਸ ਪ੍ਰੋਗਰਾਮ ਨੂੰ ਤੁਸੀਂ ਕਾਲ ਟੂ ਲਿਸਨ ਨੰਬਰ ਤੇ ਡਾਇਲ ਕਰਕੇ ਸੁਣ ਸਕਦੇ ਹੋ। ਉਹ ਨੰਬਰ ਹੈ 667-930-9260 667-930-9260। ਤੇ ਕਹਾਣੀ ਤੁਹਾਨੂੰ ਸੁਣਾ ਰਿਹਾ ਵਿਗੜੇ ਹੋਏ ਕਾਮਰੇਡ ਅਮਰਜੀਤ ਸਿੰਘ ਚਾਹਲ ਹੋਰਾਂ ਦੀ। ਅਮਰਜੀਤ ਚਾਹਲ ਦੀ ਇਹ ਕਹਾਣੀ ਹੈ ਤੇ ਵਿਗੜੇ ਹੋਏ ਕਾਮਰੇਡ। ਇਹ ਕਹਾਣੀਆਂ ਜਿਹੜੀਆਂ ਆਪਾਂ ਸੁਣਾਉਂਦੇ ਆ ਆਪਣੇ YouTube ਤੇ ਜਾ ਕੇ ਇੱਕ ਆਪਣੇ ਜਿਹੜਾ ਅੰਕ ਬਣਿਆ ਹੋਇਆ ਸਪੈਸ਼ਲ ਕਹਾਣੀ ਅੰਕ, ਉੱਥੇ ਜਾਂ ਵਿਰਾਸਤ ਵਾਲੇ ਅੰਕ 'ਚ ਕਹਾਣੀਆਂ ਸੁਣ ਸਕਦੇ ਹੋ। ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ, ਉੱਥੇ ਫੁਲਕਾਰੀ ਜਾਂ ਹੋਰ ਕਹਾਣੀਆਂ ਦੇ ਵੀ ਤੁਹਾਨੂੰ ਲਿੰਕ ਮਿਲ ਜਾਣਗੇ। ਅਮਰਜੀਤ ਚਾਹਲ ਲਿਖਦੇ ਨੇ ਵਿਗੜੇ ਹੋਏ ਕਾਮਰੇਡ ਕਹਾਣੀ। ਉਹ ਮਰ ਗਿਆ, ਇਹ ਦੁਨੀਆ ਕੀ ਹੈ, ਇਹ ਜ਼ਿੰਦਗੀ ਕੀ ਹੈ। ਚੌਕਸੀ ਦਾ ਚੱਕਰ ਲਾ ਕੇ ਗੁਰਦੇਵ ਸਿੰਘ ਗੇਟ ਮੂਹਰੇ ਆ ਗਿਆ ਤੇ ਸੜਕ ਦੇ ਦੂਜੇ ਪਾਸੇ ਅਮਰੀਕਾ ਵੱਲ ਗੇਟ ਦੇ ਅੰਦਰ ਸ਼ੇਰ ਵਰਗਾ ਰਖਵਾਲਾ ਕੁੱਤਾ ਸੀ। ਉਸ ਨੂੰ ਦੇਖ ਕੇ ਭੌਂਕਿਆ ਤੇ ਬੇਚੈਨੀ ਦੇ ਵਿੱਚ ਇੱਧਰ ਉੱਧਰ ਚੱਕਰ ਕੱਟਦਾ ਫਿਰਦਾ ਕੁੱਤਾ ਗੇਟ ਉੱਪਰ ਮੂਹਰਲੇ ਪੰਜੇ ਲਾ ਕੇ ਉਸ ਨਾਲ ਇੰਜ ਟੱਕਰਾ ਮਾਰ ਲੱਗਾ ਜਿਵੇਂ ਉਹ ਗੇਟ ਨੂੰ ਤੋੜਨਾ ਚਾਹੁੰਦਾ ਹੋਵੇ। ਇਹ NRIs ਦੀ ਕਹਾਣੀ ਹੈ ਵਿਗੜੇ ਕਾਮਰੇਡ। ਉਸ ਤੋਂ ਬਾਅਦ ਗੁਰਦੇਵ ਸਿੰਘ ਨੂੰ ਇਹ ਸੋਚਦਿਆਂ ਝੁਣਝਣੀ ਆਈ ਕਿ ਕਿਉਂ ਖਪਦਾ ਯਾਰ। ਉਸਨੇ ਕੁੱਤੇ ਨੂੰ ਸਮਝੌਤੇ ਵਰਗੇ ਰੌਂ 'ਚ ਆਖਿਆ, ਆਪਣਾ ਕੋਈ ਲੈਣ ਦੇਣ ਨਹੀਂ, ਨੌਕਰੀ ਤੂੰ ਕਰਦਾ, ਨੌਕਰੀ ਮੈਂ ਕਰਦਾ, ਤੂੰ ਵੀ ਚੈਨ ਨਾਲ ਰਹਿ ਤੇ ਮੈਨੂੰ ਵੀ ਆਰਾਮ ਨਾਲ ਦਿਨ ਕੱਟਣ ਦੇ। ਇੱਕ ਦਿਨ ਉਸ ਨੂੰ ਇਉਂ ਵੀ ਲੱਗਾ ਕਿ ਜਿਵੇਂ ਉਸ ਦੇ ਵਿੱਚ ਅਤੇ ਕੁੱਤੇ ਦੇ ਵਿੱਚ ਕੋਈ ਬਹੁਤਾ ਫਰਕ ਨਾ ਹੋਵੇ, ਕਿਉਂਕਿ ਕੁੱਤਾ ਆਪਣੇ ਮਾਲਕ ਦੀ ਤੇ ਮੈਂ ਆਪਣੇ ਮਾਲਕ ਦੀ ਜਾਇਦਾਦ ਦੀ ਰਾਖੀ ਕਰ ਰਿਹਾ, ਰਾਤਾਂ ਝਾਕ ਰਹੇ ਅਸੀਂ ਦੋਨੋਂ, ਤੇ ਮੈਂ ਤੇ ਕੁੱਤਾ ਦੋਨੇ ਆਪਣੇ ਆਪਣੇ ਮਾਲਕਾਂ ਦੇ ਵਫਾਦਾਰ ਹਾਂ। ਤੇ ਉਸ ਨੂੰ ਆਪਣਾ ਆਪ ਵੀ ਕੁੱਤੇ ਵਰਗਾ ਜਾਪਿਆ। ਕੁੱਤੇ ਵਿੱਚ ਤੇ ਆਪਣੇ ਦੇ ਵਿੱਚ ਇੱਕ ਫਰਕ ਗੁਰਦੇਵ ਸਿੰਘ ਨੂੰ ਇਹ ਜ਼ਰੂਰ ਲੱਗਾ ਕਿ ਕੁੱਤਾ ਆਪਣੇ ਮਾਲਕ ਦੀ ਗੈਰ ਹਾਜ਼ਰੀ ਦੇ ਵਿੱਚ ਆਪਣੇ ਆਪ ਨੂੰ ਮਾਲਕ ਸਮਝਣ ਲੱਗ ਪੈਂਦਾ, ਪਰ ਗੁਰਦੇਵ ਸਿੰਘ ਇਹ ਗਲਤੀ ਨਹੀਂ ਕਰ ਸਕਦਾ ਕਿ ਆਪਣੇ ਮਾਲਕ ਦੀ ਗੈਰ ਹਾਜ਼ਰੀ ਦੇ ਵਿੱਚ ਉਸ ਨੂੰ ਉਸ ਜਗ੍ਹਾ ਦਾ ਮਾਲਕ ਸਮਝੇ। ਉਸ ਨੂੰ ਸਦਾ ਡਰ ਰਹਿੰਦਾ ਸੀ ਕਿ ਕੀ ਪਤਾ ਕੰਪਨੀ ਦਾ ਮਾਲਕ ਕੌਣ ਹੋਵੇ, ਕਦੋਂ ਆ ਜਾਵੇ। ਉਸਨੇ ਕੰਪਨੀ ਦੇ ਮਾਲਕ ਨੂੰ ਕਦੇ ਨਹੀਂ ਸੀ ਦੇਖਿਆ, ਪਰ ਉਸ ਨੂੰ ਪਤਾ ਸੀ ਕਿ ਅੱਜਕੱਲ ਵੱਡੀਆਂ ਕੰਪਨੀਆਂ ਦੇ ਮਾਲਕ ਇੱਕ ਨਹੀਂ ਕਈ ਹੁੰਦੇ ਨੇ। ਹਰ ਸ਼ੇਅਰ ਹੋਲਡਰ ਮਾਲਕ ਹੁੰਦਾ ਬਰਾਬਰ ਦਾ ਹਰ ਕੰਪਨੀ ਦਾ। ਇੱਕ ਵਾਰ ਗੁਰਦੇਵ ਸਿੰਘ ਆਪਣੇ ਨਾਲ ਹੋਈ ਕੁੱਤੇ ਖਾਣੀ ਨੂੰ ਯਾਦ ਕਰਨ ਲੱਗਾ। ਗੱਲ ਵੀ ਕੋਈ ਖਾਸ ਨਹੀਂ ਸੀ, ਨਿੱਕਰੀ ਜੀ ਗੱਲ ਸੀ। ਤੇ ਫਿਰ ਦੂਸਰੇ ਪਾਸਿਓਂ ਕੁੱਤਾ ਫਿਰ ਭੌਂਕਿਆ। ਉਹ ਗੱਲ ਯਾਦ ਕਰਕੇ ਗੁਰਦੇਵ ਸਿੰਘ ਨੂੰ ਜੋ ਸਵਾਦ ਆਉਣਾ ਸੀ ਉਹ ਕੁੱਤੇ ਦੇ ਭੌਂਕਣ ਦੇ ਨਾਲ ਕਿਰਕਿਰਾ ਹੋ ਗਿਆ। ਉਸਨੇ ਪਹਿਲੀ ਵਾਰੀ ਖਿੱਝ ਕੇ ਕੁੱਤੇ ਨੂੰ ਆਖਿਆ, ਜੇ ਮੈਂ ਵੀ ਤੇਰੇ ਵਾਂਗ ਭੌਂਕਣਾ ਸ਼ੁਰੂ ਕਰ ਦੇਵਾਂ ਤਾਂ ਚੰਗਾ ਰਹੇਗਾ, ਤੇ ਇੱਥੋਂ ਚੁੱਪ ਕਰਕੇ ਮੇਰੇ ਵਾਂਗ ਨੌਕਰੀ ਨਹੀਂ ਹੁੰਦੀ। ਤੇ ਕੁੱਤਾ ਹੋਰ ਭੌਂਕਿਆ ਉਸਦੇ ਇਹ ਬੋਲਣ ਤੇ। ਜਵਾਬ ਦੇ ਵਿੱਚ ਗੁਰਦੇਵ ਸਿੰਘ ਨੇ ਵੀ ਬਾਊਂ 3-4 ਵੱਲ ਉਸ ਵੱਲ ਮੂੰਹ ਕਰਕੇ ਕੀਤਾ ਤੇ ਉੱਪਰ ਨੂੰ ਉਸ ਵਾਂਗ ਹੀ ਮੂੰਹ ਕਰਕੇ ਬਾਊਂ ਕਰਦਾ ਉਹ ਚੱਕਰ ਲਾਉਣ ਲੱਗ ਪਿਆ। ਕੁੱਤਾ ਹੈਰਾਨ ਹੋਇਆ ਗੁਰਦੇਵ ਸਿੰਘ ਨੂੰ ਏਦਾਂ ਬਾਊਂ ਕਰਦਾ ਵੇਖ ਕੇ ਚੁੱਪ ਜਿਹਾ ਕਰ ਗਿਆ। ਉਸ ਨੂੰ ਉਮੀਦ ਨਹੀਂ ਸੀ ਕਿ ਕੋਈ ਕੁੱਤੇ ਨੂੰ ਏਦਾਂ ਵੀ ਲਲਕਾਰ ਸਕਦਾ। ਕੁੱਤੇ ਨੇ ਸ਼ਰਮਿੰਦਗੀ ਜਿਹੀ ਦੇ ਵਿੱਚ ਪਿਛਲੀਆਂ ਲੱਤਾਂ ਨਾਲ ਮਿੱਟੀ ਪੁੱਟਣ ਦੀ ਪੋਜੀਸ਼ਨ ਬਣਾ ਲਈ, ਜਿਵੇਂ ਆਮ ਤੌਰ ਤੇ ਕੁੱਤੇ ਦਾ ਵੀ ਅਮਰੀਕਨ ਸੁਭਾਅ ਆ। ਇੱਕ ਪਲ ਗੁਰਦੇਵ ਸਿੰਘ ਰੁਕਿਆ ਤੇ ਪਿੱਛੇ ਮੁੜ ਕੇ ਦੇਖਿਆ ਕਿ ਕੁੱਤਾ ਤਾਂ ਜਿਵੇਂ ਇਸੇ ਪਲ ਨੂੰ ਉਡੀਕ ਰਿਹਾ ਹੋਵੇ। ਉਸਨੇ ਮਿੱਟੀ ਪੁੱਟੀ ਤੇ ਫਿਰ ਭੌਂਕਿਆ। ਗੁਰਦੇਵ ਸਿੰਘ ਨੂੰ ਲੱਗਾ ਕਿ ਜਿਵੇਂ ਕੁੱਤਾ ਉਸ ਦੀ ਚੁਣੌਤੀ ਨੂੰ ਕਬੂਲ ਕਰ ਲਿਆ। ਫਿਰ ਉਸਨੇ ਪਛਾਂ ਮੁੜਿਆ ਤੇ ਫਿਰ ਬਾਊਂ ਕਰਦਾ ਉਹ ਕੁੱਤੇ ਵੱਲ ਨੂੰ ਦੌੜਿਆ। ਕੁੱਤਾ ਠਠੰਬਰ ਜਿਹਾ ਗਿਆ। ਉਸ ਨੂੰ ਤਾਂ ਬਿਲਕੁਲ ਆਸ ਨਹੀਂ ਸੀ, ਪਰ ਗੁਰਦੇਵ ਸਿੰਘ ਆਪਣੀ ਸੁਰੱਖਿਅਤ ਹੱਦ ਉੱਪਰ ਜਾ ਖੜਾ ਹੋ ਗਿਆ। ਆ ਗਿਆ ਤੇਰਾ ਪਤੰਦਰ, ਭੌਂਕ ਹੁਣ ਬਾਊਂ ਭੌਂਕ, ਮੈਂ ਵੀ ਭੌਂਕਦਾ। ਤੇ ਖਿਜਿਆ ਖਪਿਆ ਗੁਰਦੇਵ ਸਿੰਘ ਕੁੱਤੇ ਨੂੰ ਲਲਕਾਰੇ ਮਾਰਨ ਲੱਗਾ। ਕੁੱਤੇ ਨੇ ਟੇਢੀ ਜੀ ਗਰਦਨ ਕਰਕੇ ਉਸ ਵੱਲ ਵੇਖਿਆ ਤੇ ਸੱਜੇ ਪਾਸੇ ਦਾ ਪਹੁੰਚਾ ਉੱਪਰ ਚੁੱਕ ਕੇ ਉਸਨੇ ਕੰਨ ਦੇ ਪਿੱਛੇ ਇਉਂ ਖੁਰ ਕੀਤੀ ਜਿਵੇਂ ਉਸਨੂੰ ਗੱਲ ਸਮਝ ਹੀ ਨਾ ਆਈ ਹੋਵੇ ਜੋ ਗੁਰਦੇਵ ਸਿੰਘ ਕਹਿ ਰਿਹਾ। ਸੋ ਆਪਣੀ ਪੂਛ ਉਸਨੇ ਅੱਧੀ ਕੁ ਹੇਠਾਂ ਨੂੰ ਕਰ ਲਈ ਤੇ ਪਰਾਂ ਨੂੰ ਖਿਸਕਦੇ ਨੇ ਆਪਣੇ ਮਨ 'ਚ ਕਿਹਾ, ਜਾ ਓਏ, ਮੈਂ ਤਾਂ ਤੈਨੂੰ ਬੰਦਾ ਸਮਝ ਲਿਆ ਸੀ ਤੇ ਤੂੰ ਮੈਨੂੰ ਬੰਦਾ ਸਮਝ ਕੇ ਕੁਛ ਕਰਦਾ। ਗੁਰਦੇਵ ਸਿੰਘ ਨੇ ਸੋਚਿਆ, ਜੇਕਰ ਇਉਂ ਹੀ ਸਾਰੇ ਮਾਲਕ ਕੁੱਤਿਆਂ ਨੂੰ ਰਖਵਾਲੀ ਵਾਸਤੇ ਰੱਖਣ ਲੱਗ ਪਏ
फिर तां साडी समझो छुट्टी। सानू वेतन नहीं दिंदे, पर कुत्तियां नूं ਉਹ चुप करके मुस्कुराया। ते उस रात गुरदेव सिंह दे घर कोई महफल दे विच ਇਹ ਗੱਲ भी होई कि इमीग्रेंटां नूं सदा ही उस समय दी कैपिटलिस्ट सरकार ने अपने देश दे विच सद्दिया। जद भी उन्हां नूं घट उजरत उपर काम करन वालियां दी लोड़ हुंदी है ते लोड़ किवें ते क्यों पई, उस समय अपने लोग की करदे सन, इस बारे कामरेड विचार साझे करदे सन। उस महफल च उदों भी गुरदेव सिंह दे सिर विच दर्द होया। उसने सोचा कि ये गल्लां कौन सिखलाउंदा इन्हां नूं। सच ये भी है कि जदों भी इमीग्रेंट किसी देश दे विच गए, उत्थों दे बशिंदियां ने यह सोचा कि ये लोग साडियां नौकरियां खो रहे ने। उन्हां ने इसदा खूब रौला पाया होना। कई कलम नवीस लेखक उभरे होने, गोरे काले दा सवाल भी पैदा होया होना। कईयां ने इस मुद्दे नूं लैके चोणां भी लड़ियां होणीਆਂ, अखबारां भी खूब विकियां होणीਆਂ, मीडिया ने भी हथ रंगे होने, होर बहुत कुछ होया होना जदों किसी भी मुल्क ने प्रवासी मंगाए होणगे। उसदे सिर दे विच चीस भी पई ये कुछ सोचदिआं, पर मन ही मन उसनूं ख्याल आउणे शुरू होए। ये नौकरी उसनूं लगा कि समझो गई। उस तो बाद उसदा घर भी समझो गया ते उस तो बाद की कुछ हो सकदा है, की कुछ खुस जावेगा, गुरदेव सिंह दी कुछ समझ नहीं सी आउंदा। हुण इमीग्रेंट कुत्तियां दा विरोध करन, मुजाहरे करन जां अपने रोजगार दा फिक्र करन। अज दे समय दे विच किहदे कोल वेल है कि मुजाहरे करन दी, कि इन्हां अंदोलनां नूं पुछदा भी कौन है। अगले जुत्तियां मार के घर बिठाल दिंदे ने अंदोलनकारियां नूं। गुरदेव सिंह दा राउंड उस गेट दे मूहरे आके पूरा हो गया। सामने फिर वो कुत्ता उसनूं भौंकिया तां वो अपणियां इन्हां सोचां चों बाहर आया। बड़ी बेशर्म कौम है, उसने हकारत नाल देखिया ते कुत्ता उसदे सामने थाणेदार बणिया खड़ा सी। गल इउं होई कि टोरंटो तो उहदा भैण भणोईया प्रताप ते कुलदीप उसनूं मिलण आए। प्रताप नूं मिलण समय उसदे कालेज दे दोस्त भी आ गए ते महफल दे विच इह गल्लां होईयां। उस समय गुरदेव सिंह नूं इह वाधू दी मगजमारी लगी, पर हुण उसनूं इह गल्लां याद आ रहीआं सन। उसने अपने भणोईए प्रताप नूं खबरदार कीता कि आखिर प्राहुणा कल नूं कोई हबी नबी होगी, कि आखिर तू है तां साडा प्राहुणा, जे इन्हां गल्लां करके कोई हबी नबी होगी तेरे इस विचार कारण जो तू कामरेडी करदा तां वक्त सानूं ही पैणा। इंडिया नूं जाना पिया तां अगलिਆਂ ने वीज़ा नहीं देना। उसने प्रताप नूं पासे करके गल समझाई कि ये मुजाहरे, अंदोलन, ये हक हकूक दीआं गल्लां नूं रहण दे। इस संबंधी उसने अपने जिहड़ा भणोईया सी प्रताप ते अपनी भैण कुलदीप नूं खबरदार कीता। तू जिन्हां नूं अपने दोस्त समझदा, ये सब विगड़े हुए कामरेड ने। मैं जानदा इन्हां नूं, इत्थे रहिंदे। तू नवां नवां आया टरंटो तो, तैनूं इन्हां दा पता नहीं। सानूं इन्हां सारे कामरेडां दा पता, कल्ले कल्ले दी पता पोटियां च की है। गुरदेव सिंह ने ਇਹ ਗੱਲ ਆਪਣੇ ਭਣੋਈਏ ਪ੍ਰਤਾਪ ਨੂੰ ਸਮਝਾਈ। ਉਹ ਪ੍ਰਤਾਪ ਦਾ ਪ੍ਰਤੀਕਰਮ ਜਾਣਨ ਲਈ ਰੁਕਿਆ। ਇਹੋ ਜੀ ਕੀ ਗੱਲ ਕਰ ਦਿੱਤੀ ਬਾਈ ਇਹਨਾਂ ਵਿਗੜੇ ਹੋਏ ਕਾਮਰੇਡਾਂ ਨੇ, ਜਿਨ੍ਹਾਂ ਤੂੰ ਵਿਗੜੇ ਕਾਮਰੇਡ ਕਹਿਣਾ? ਪ੍ਰਤਾਪ ਨੇ ਗੁਰਦੇਵ ਸਿੰਘ ਨੂੰ ਪੁੱਛਿਆ। ਇਹ ਸਭ ਕਾਮਰੇਡ ਸ਼ਰਾਬ ਦੇ ਡਰਮ ਨੇ, ਜਿੰਨੀ ਮਰਜ਼ੀ ਪੀ ਲੈਣ, ਇਹਨਾਂ ਕਾਮਰੇਡਾਂ ਨੂੰ ਚੜ੍ਹਦੀ ਵੀ ਨਹੀਂ। ਇਹਨਾਂ ਨੂੰ ਖਾਣ ਨੂੰ ਦਿਓ ਤਾਂ ਠੀਕ ਹੈ, ਨਾ ਦਿਓ ਤਾਂ ਵੀ ਠੀਕ ਹੈ। ਤੇ ਸਾਰੀ ਸਾਰੀ ਰਾਤ ਇਹ ਚਾਹ ਕੌਫੀ ਪੀ ਕੇ ਬਹਿਸਾਂ ਕਰਦੇ ਨੇ। ਜਿੰਨਾ ਮਰਜ਼ੀ ਇਹਨਾਂ ਤੋਂ ਹਰ ਵਿਸ਼ੇ ਤੇ ਲੈਕਚਰ ਕਰਾ ਲਓ, ਕਾਮਰੇਡੀ ਕਟਵਾ ਲਓ। ਹੋਰ ਤਾਂ ਹੋਰ, ਨਾ ਇਹ ਕਿਸੇ ਧਰਮ ਨੂੰ ਮੰਨਦੇ ਨੇ, ਨਾ ਇਹਨਾਂ ਨੂੰ ਕਿਸੇ ਰੱਬ ਦਾ ਡਰ ਹੈ, ਨਾ ਕਿਸੇ ਪੀਰ ਫਕੀਰ ਨੂੰ ਮੰਨਦੇ ਨੇ। ਮੈਂ ਪੁੱਛਦਾ, ਕਾਮਰੇਡ ਜੇ ਇਹੋ ਜਿਹੇ ਹੁੰਦੇ ਨੇ? ਪ੍ਰਤਾਪ ਆਪਣੇ ਸਾਲੇ ਗੁਰਦੇਵ ਸਿੰਘ ਦੀ ਗੱਲ ਕਰਕੇ ਸੁਣ ਕੇ ਹੱਸਿਆ। ਹੱਸਣ ਵਾਲੀ ਗੱਲ ਨਹੀਂ। ਗੁਰਦੇਵ ਸਿੰਘ ਤਹਿਸ ਚ ਆਇਆ। ਉੱਠਣ ਬੈਠਣ ਦਾ ਵੀ ਇਹਨਾਂ ਕਾਮਰੇਡਾਂ ਨੂੰ ਨਹੀਂ ਪਤਾ। ਕਿਸੇ ਦੇ ਘਰ ਜਾ ਵੜਨ ਐਂ ਕਰਨਗੇ ਜਿਵੇਂ ਇਹਨਾਂ ਦਾ ਆਪਣਾ ਹੀ ਘਰ ਹੁੰਦਾ। ਵਿਚਾਰਾ ਘਰ ਵਾਲਾ ਜਿਵੇਂ ਇਹਨਾਂ ਦੇ ਪ੍ਰਾਹੁਣਾ ਆਇਆ ਹੋਵੇ। ਕਿਚਨ ਤੱਕ ਤੁਰੇ ਫਿਰਨਗੇ, ਹਰ ਕੰਮ ਨੂੰ ਹੱਥ ਪਾਉਣਗੇ। ਕੋਈ ਮਤਲਬ ਮਹਿਮਾਨ ਵਾਲੀ ਗੱਲ ਨਹੀਂ ਰੱਖਦੇ। ਰਸੋਈ ਦੇ ਵਿੱਚ ਗੁਰਦੇਵ ਸਿੰਘ ਦੀ ਸਾਲੀ ਰੋਟੀ ਟੁੱਕ ਦੇ ਆਹਰ ਦੇ ਵਿੱਚ ਲੱਗੀ ਹੋਈ ਸੀ ਤੇ ਉਸਦੀ ਆਪਣੀ ਭੈਣ ਕੁਲਦੀਪ ਵੀ ਹੱਥ ਵਟਾ ਰਹੀ ਸੀ। ਤੇ ਪ੍ਰਤਾਪ ਦੇ ਦੋਸਤਾਂ ਦਾ ਰਸੋਈ ਦੇ ਵਿੱਚ ਆਉਣ ਜਾਣ ਗੁਰਦੇਵ ਸਿੰਘ ਨੂੰ ਚੰਗਾ ਨਾ ਲੱਗਾ ਕਿ ਯਾਰ ਇਹ ਕਾਮਰੇਡ ਆਪ ਪਲੇਟਾਂ ਕੌਲੀਆਂ ਚੁੱਕਦੇ ਫਿਰਦੇ ਆ, ਸਾਡੇ ਘਰ ਦੀਆਂ ਔਰਤਾਂ ਦੇ ਕੋਲ ਇਸ ਤਰ੍ਹਾਂ ਵਿਚਰਦੇ ਆ ਜਿਵੇਂ ਉਹਨਾਂ ਦੇ ਰਿਸ਼ਤੇਦਾਰ ਹੋਣ। ਤੇ ਗੁਰਦੇਵ ਸਿੰਘ ਨੂੰ ਇਹਨਾਂ ਕਾਮਰੇਡਾਂ ਦੇ ਇਸ ਵਿਵਹਾਰ ਤੋਂ ਘਿਣ ਜੀ ਆਈ। ਉਹ ਚਾਹੁੰਦਾ ਸੀ ਕਿ ਮੈਨੂੰ ਕਹਿਣ ਜਿਸ ਚੀਜ਼ ਦੀ ਲੋੜ ਹੈ ਮੈਂ ਇਹਨਾਂ ਨੂੰ ਦੇ ਦਿਆਂਗਾ,
ਇਹ ਕਿਚਨ ਤੱਕ ਕਿਉਂ ਯਵਕਦੇ ਫਿਰਦੇ ਆ। ਗੁਰਦੇਵ ਸਿੰਘ ਇਸ ਗੱਲੋਂ ਵੀ ਖਫਾ ਹੋਇਆ ਸੀ ਕਿ ਘਰ ਦੀਆਂ ਔਰਤਾਂ ਰਸੋਈ 'ਚ ਕੰਮ ਕਰਦੀਆਂ ਨੇ ਤੇ ਕਾਮਰੇਡ ਉੱਥੇ ਆਪ ਕਿਉਂ ਜਾਂਦੇ ਨੇ। ਤੇ ਉਸ ਦੀ ਤਕਲੀਫ ਸਮਝ ਕੇ ਪ੍ਰਤਾਪ ਨੇ ਕਿਹਾ, ਨਹੀਂ ਜਾਂਦੇ ਉਧਰ, ਮੈਂ ਸਮਝਾ ਦਿੰਦਾ ਇਹਨਾਂ ਨੂੰ, ਮੇਰੇ ਦੋਸਤਾਂ ਨੂੰ। ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਉਹ ਤਾਂ ਬੰਦਾ ਤੀਵੀਆਂ 'ਚ ਫਿਰਦਾ ਚੰਗਾ ਜਿਹਾ ਨਹੀਂ ਲੱਗਦਾ, ਹੋਰ ਤਾਂ ਕੋਈ ਗੱਲ ਨਹੀਂ। ਤੀਵੀਆਂ ਨੂੰ ਆਪਣਾ ਕੰਮ ਕਰਨ ਦਿਓ, ਜਿਹੜੀ ਚੀਜ਼ ਦੀ ਤੁਹਾਨੂੰ ਖਾਣ ਪੀਣ ਨੂੰ ਕੋਈ ਪਾਣੀ ਧਾਣੀ ਲੋੜ ਆ ਮੈਂ ਲਿਆ ਦਿੰਦਾ। ਤੀਵੀਆਂ 'ਚ ਜਾਂਦੇ ਇਹ ਬਗਾਨੇ ਬੰਦੇ ਚੰਗੇ ਲੱਗਦੇ ਆ। ਤੇ ਗੁਰਦੇਵ ਸਿੰਘ ਨੂੰ ਆਪਣੇ ਭਣੋਈਏ ਪ੍ਰਤਾਪ ਦੇ ਦੋਸਤ ਇਹਨਾਂ ਕਾਮਰੇਡਾਂ ਤੇ ਫਿਰ ਘਿਣ ਜੀ ਆਈ, ਪਰ ਕਿਉਂਕਿ ਉਸਦੇ ਭਣੋਈਏ ਪ੍ਰਤਾਪ ਦੇ ਦੋਸਤ ਸਨ ਸੋ ਗੁਰਦੇਵ ਸਿੰਘ ਕਸੀਸ ਵੱਟ ਕੇ ਰਹਿ ਗਿਆ। ਤੇ ਇਹ ਗੱਲਾਂ ਉਹ ਯਾਦ ਹੀ ਕਰ ਰਿਹਾ ਸੀ। ਗੁਰਦੇਵ ਸਿੰਘ ਆਪਣੀ ਡਿਊਟੀ ਤੇ ਫਿਰਦਾ ਤੇ ਕੁੱਤਾ ਫਿਰ ਉਸ ਨੂੰ ਵੇਖ ਕੇ ਭੌਂਕਿਆ। ਗੁਰਦੇਵ ਸਿੰਘ ਨੂੰ ਲੱਗਿਆ ਕਿ ਜਿਵੇਂ ਬਿਜਲੀ ਦਾ ਚਾਨਣ ਸ਼ੁਰੂ ਹੋ ਗਿਆ। ਜਦੋਂ ਕੰਮ ਦੀ ਸ਼ਿਫਟ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਅਜੇ ਦਿਨ ਭਰ ਖੜਾ ਸੀ, ਅਜੇ ਦਿਨ ਹੱਥ ਭਰ ਖੜਾ ਸੀ। ਅੱਗੇ ਉਹ ਏਦਾਂ ਵੰਡ ਲੈਂਦੇ ਸੀ, ਇੱਕ ਹੱਥ ਦਿਨ ਹੈਗਾ। ਉਹ ਵੀ ਦਿਨ ਸਨ ਜਦੋਂ ਲੋਕ ਵੱਡੇ ਤੜਕੇ ਉੱਠ ਕੇ ਸਿਰਫ ਦਿਨ ਦੇ ਸਮੇਂ ਹੀ ਕੰਮ ਕਰਦੇ ਸਨ। ਉਦੋਂ ਵੀ ਨਿਰਵਾਹ ਗੁਜ਼ਾਰਾ ਹੋ ਹੀ ਜਾਂਦਾ ਸੀ। ਹੁਣ 24-24 ਘੰਟੇ ਕੰਮ ਕਰਨ ਲੱਗ ਪਏ, ਸਰਦਾ ਫੇਰ ਵੀ ਨਹੀਂ, ਕਿਸ਼ਤਾਂ ਪੂਰੀਆਂ ਨਹੀਂ ਹੁੰਦੀਆਂ, ਘਰ ਦੀਆਂ ਲੋੜਾਂ ਮੂੰਹ ਅੱਡੀ ਖੜ ਜਾਂਦੀਆਂ ਨੇ, ਗਰੀਬੀ ਫਿਰ ਵਧੀ ਜਾ ਰਹੀ ਹੈ। ਇਹ ਰੁਪਈਆਂ ਵਾਲੇ ਮੁਲਕ ਅਮਰੀਕਾ ਕੈਨੇਡਾ ਚ ਆ ਕੇ ਵੀ ਚੈਨ ਨਹੀਂ। 24-24 ਘੰਟੇ ਕੰਮ ਕਰਨ ਦੀ ਲੋੜ ਕਿਉਂ ਪਈ। ਕਾਮਰੇਡਾਂ ਨੇ ਇਸ ਸਵਾਲ ਦੀ ਉਹ ਤਜੀ ਅਡਾਈ ਕਿ ਰਹੇ ਰੱਬ ਦਾ ਨਾਂ। ਉਹ ਸੋਚਦਾ ਗਿਆ। ਇਹ ਗੱਲ ਹੁਣ ਉਸ ਦੇ ਦਿਮਾਗ ਦੇ ਵਿੱਚੋਂ ਕੰਡੇ ਵਾਂਗੂ ਰੜਕ ਰਹੀ ਸੀ। ਕੀ ਲੋੜ ਸੀ, ਗਰੀਬੀ ਕਿਉਂ ਨਹੀਂ ਹਟ ਰਹੀ, ਕਿਉਂ ਰਾਤਾਂ ਨੂੰ ਅਸੀਂ ਲੋਕ ਨੀਂਦਰੇ ਮਰ ਰਹੇ ਹਾਂ, ਪਹਿਲਾਂ ਵੀ ਤਾਂ ਸਰਦਾ ਸੀ। ਕਾਮਰੇਡਾਂ ਦੀਆਂ ਗੱਲਾਂ ਉਸ ਨੂੰ ਥੋੜ੍ਹੀਆਂ ਮਨ ਲੱਗੀਆਂ। ਸਭ ਤੋਂ ਭੈੜੀ ਗੱਲ ਗੁਰਦੇਵ ਸਿੰਘ ਨੂੰ ਉਦੋਂ ਲੱਗੀ ਜਦੋਂ ਹਰਮੀਤ ਨੇ ਕਿਹਾ ਸੀ ਕਿ ਕਾਲੀਆਂ ਨੇ ਤਾਂ ਆਪਣੇ ਸਮੇਂ ਦੇ ਦੌਰਾਨ ਸਭ ਤੋਂ ਵੱਧ ਨਕਸਲਾਈਟ ਮਾਰੇ ਨੇ ਬਾਦਲਾਂ ਦੇ ਰਾਜ ਦੇ ਦੌਰਾਨ, ਤੇ ਉਸ ਦੇ ਵਿੱਚ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਵੀ ਉਹ ਬਿਲੋਂਗ ਕਰਦੇ ਸਨ। ਤੇ ਉਸ ਨੂੰ ਹਰਮੀਤ ਦੀ ਇਹ ਗੱਲ ਯਾਦ ਆਈ ਤੇ ਜਚੀ ਵੀ। ਦੇਖੋ ਬਈ ਗੁਰਮਖੋ, ਖਾਓ ਪੀਓ ਜਿਵੇਂ ਮਰਜੀ, ਮੇਰੀ ਹੱਥ ਜੋੜ ਕੇ ਬੇਨਤੀ ਹੈ। ਤੇ ਗੁਰਦੇਵ ਸਿੰਘ ਨੇ ਹੱਥ ਜੋੜੇ ਹੋਏ ਸਨ। ਆਪਾਂ ਸ਼ਰਾਬ ਪੀ ਕੇ ਧਰਮ ਬਾਰੇ ਕੋਈ ਗੱਲ ਨਹੀਂ ਕਰਨੀ। ਤੁਸੀਂ ਸਾਰੇ ਪੜ੍ਹੇ ਲਿਖੇ ਹੋ, ਮੇਰੇ ਵਰਗਾ ਅਨਪੜ੍ਹ ਬੰਦਾ ਤੁਹਾਨੂੰ ਕੀ ਦੱਸ ਸਕਦਾ। ਤੁਸੀਂ ਆਪਣੇ ਆਪ ਸਿਆਣੀ ਹੋ, ਬਾਕੀ ਖਾਓ ਪੀਓ ਜੋ ਮਰਜੀ, ਉਹ ਮੈਂ ਨਹੀਂ ਰੋਕਦਾ, ਪਰ ਇਹ ਕਾਲੀਆਂ ਨੇ ਨਕਸਲਡ ਮਾਰੇ ਜਾਂ ਇਹ ਮਾਰੇ, ਇਹ ਨਾ ਕਹੋ। ਕੇਰਾਂ ਤਾਂ ਸਾਰੇ ਚੁੱਪ ਹੋ ਗਏ। ਉਸ ਚੁੱਪ ਨੂੰ ਬਿਕਰਮਜੀਤ ਨੇ ਤੋੜਿਆ। ਅਸੀਂ ਧਰਮ ਦੀ ਗੱਲ ਨਹੀਂ ਕਰਦੇ, ਸਿਆਸੀ ਪਾਰਟੀਆਂ ਦੀ ਗੱਲ ਕਰਦੇ ਕਿ ਉਸ ਵਕਤ ਅਕਾਲੀਆਂ ਦਾ ਰਾਜ ਸੀ ਜਦੋਂ ਨਕਸਲਾਈਟ ਮਾਰੇ ਗਏ, ਪੱਠਿਆਂ 'ਚ ਸਾੜੇ ਗਏ। ਇਹ ਗੱਲਾਂ ਆਪਾਂ ਗੁਰਦੇਵ ਸਿੰਘ ਫੈਕਟਰੀ ਦੇ ਵਿੱਚ ਲੰਚ ਟਾਈਮ 50 ਵਾਰੀ ਕੀਤੀਆਂ ਹੋਣੀਆਂ ਨੇ। ਹੁਣ ਗੁਰਦੇਵ ਸਿੰਘ, ਜੇ ਤੂੰ ਅੰਮ੍ਰਿਤ ਛਕ ਲਿਆ, ਤੂੰ ਬਦਲ ਗਿਆ ਤਾਂ ਕੀ ਹੋਇਆ। ਅਸੀਂ ਤਾਂ ਨਹੀਂ ਬਦਲੇ, ਨਾ ਇਤਿਹਾਸ ਬਦਲਿਆ। ਤੂੰ ਇਹ ਗੱਲ ਕਿਉਂ ਨਹੀਂ ਕਰਨ ਦਿੰਦਾ ਕਿ ਕਾਲੀਆਂ ਦੀ ਸਰਕਾਰ ਵੇਲੇ ਕਾਮਰੇਡ ਮਾਰੇ ਗਏ। ਗੁਰਦੇਵ ਸਿੰਘ, ਤੂੰ ਠੀਕ ਹੈ, ਗੁਰੂ ਦਾ ਸਿੱਖ ਬਣ ਗਿਆ, ਪਰ ਉਹ ਇਤਿਹਾਸ ਨੂੰ ਕਿਉਂ ਭੁੱਲਦਾ। ਬਿਕਰਮਜੀਤ ਨੇ ਗੁਰਦੇਵ ਸਿੰਘ ਨੂੰ ਚਿਤਾਇਆ ਤੇ ਡਿਊਟੀ ਤੇ ਤੁਰੇ ਫਿਰਦੇ ਗੁਰਦੇਵ ਸਿੰਘ ਨੂੰ ਇਹ ਸਾਰੀਆਂ ਗੱਲਾਂ ਯਾਦ ਆ ਰਹੀਆਂ ਸਨ। ਉਹ ਗੱਲਾਂ ਬਿਕਰਮ ਸਿੰਘ ਉਸ ਸਮੇਂ ਨਾਲ ਗਈਆਂ। ਗੁਰਦੇਵ ਬੋਲਿਆ, ਹੁਣ ਸਾਨੂੰ ਭੁੱਲ ਜਾਣਾ ਚਾਹੀਦਾ ਕਿ ਪਿੱਛੇ ਕੀ ਹੋਇਆ, ਇਸ ਵਿੱਚ ਸਾਰਿਆਂ ਦਾ ਭਲਾ ਹੈ। ਗੁਰਦੇਵ ਸਿੰਘ ਆਪਣੀ ਗੱਲ ਤੇ ਅੜਿਆ। ਬਾਕੀ ਬੀਤਿਆ ਵੇਲਾ ਕਦੇ ਨਹੀਂ ਮੁੜਦਾ। ਜੇ ਆਪਾਂ ਬੀਤਿਆਂ ਨੂੰ ਯਾਦ ਕਰਾਂਗੇ, ਦੁਖੀ ਹੋਵਾਂਗੇ, ਕਿਸੇ ਦਾ ਕੁਝ ਨਹੀਂ ਵਿਗੜਨਾ। ਗੁਰਦੇਵ ਸਿੰਘ ਨੇ ਆਪਣੀ ਗੱਲ ਦੀ ਪੁਸ਼ਟੀ ਕੀਤੀ। ਬਿਕਰਮ ਬੋਲਿਆ, ਹੱਦ ਹੋ ਗਈ ਗੁਰਦੇਵ ਸਿੰਘ, ਸਮੇਂ ਨਾਲ ਕਿੱਦਾਂ ਗੱਲਾਂ ਖਤਮ ਹੋ ਗਈਆਂ। ਉਹ ਇਤਿਹਾਸ ਹੈ, ਸ਼ੀਸ਼ੇ ਦੇ ਪਾਰੇ ਵਾਂਗ ਸਾਂਭੀਆਂ ਪਈਆਂ ਨੇ ਸਾਡੇ ਮਨਾਂ ਤੇ ਬਿਕਰਮ ਦੇ ਨਾਲ ਨਾਲ ਰਮਨਦੀਪ ਵੀ ਤਾਖ ਆ ਗਿਆ ਗੁਰਦੇਵ ਦੀ ਗੱਲ ਸੁਣ ਕੇ, ਕਿਉਂਕਿ ਰਮਨਦੀਪ ਦੇ ਭਰਾ ਦਾ ਝੂਠਾ ਮੁਕਾਬਲਾ ਬਣਾ ਕੇ ਮਾਰ ਦਿੱਤਾ ਸੀ। ਭੁੱਲ ਜਾਣ ਦਾ ਮਤਲਬ ਸਮਝਦਾ ਕੀ ਹੁੰਦਾ ਗੁਰਦੇਵ ਸਿੰਘ। ਹਾਕਮਾਂ ਨੂੰ ਫਿਰ ਖੁੱਲੀ ਛੁੱਟੀ ਦੇਣੀ, ਉਹਨਾਂ ਦੀਆਂ ਪਿਛਲੀਆਂ ਕੀਤੀਆਂ ਭੁੱਲ ਕੇ। ਬਘਿਆੜ ਦੇ ਉੱਪਰ ਤਰਸ ਖਾਣਾ, ਦਹਿਸ਼ਤ ਅੱਗੇ ਝੁਕ ਜਾਣਾ, ਤਾਂ ਜੋ ਫਿਰ ਉਹ ਨਵੇਂ ਸਿਰੇ ਤੋਂ ਉਹ ਹੁਕਮਰਾਨ ਉਹੀ ਕੁਝ ਕਰਨ ਜੋ ਪਹਿਲਾਂ ਕੀਤਾ। ਪਹਿਲਾਂ ਵਾਲਾ ਸ਼ਾਬਾਸ਼ ਏ ਤੁਹਾਡੇ, ਆਖੇ ਭੁੱਲ ਜਾਓ। ਤੇ ਰਮਨਦੀਪ, ਜਿਸ ਨੂੰ ਆਪਣਾ ਉਹ ਗੱਭਰੂ ਭਰਾ ਦੋਸਤਾਂ ਤੋਂ ਵੀ ਪਿਆਰਾ ਚੇਤੇ ਆ ਰਿਹਾ ਸੀ, ਉਹ ਗੁੱਸੇ ਨਾਲ ਕੰਬਣ ਲੱਗਾ ਤੇ ਉਸ ਦਾ ਮੂੰਹ ਗੁੱਸੇ ਦੇ ਵਿੱਚ ਲਾਲ ਸੁਰਖ ਹੋ ਗਿਆ। ਪਰ ਉਹ ਗੁਰਦੇਵ ਸਿੰਘ ਦਾ ਮਹਿਮਾਨ ਸੀ, ਉਹਨੂੰ ਕਹਿ ਵੀ ਇਸ ਤੋਂ ਵੱਧ ਕੁਝ ਨਹੀਂ ਸੀ ਸਕਦਾ। ਪਰ ਉਸ ਨੂੰ ਇਸ ਗੱਲ ਦਾ ਗੁੱਸਾ ਆਇਆ ਕਿ ਸਾਨੂੰ ਸਾਡੇ ਉਹਨਾਂ ਲੋਕਾਂ ਦਾ ਨਾਂ ਵੀ ਨਹੀਂ ਲੈਣ ਦਿੱਤਾ ਜਾਂਦਾ ਜਿਨ੍ਹਾਂ ਨੂੰ ਸਰਕਾਰਾਂ ਨੇ ਕੋਹ ਮਾਰਿਆ। ਪਰ ਗੁਰਦੇਵ ਸਿੰਘ ਹੁਣ ਅਕਾਲੀ ਜਾਂ ਕਹਿ ਲਈਏ ਕਿ ਗੁਰਸਿੱਖ ਬਣ ਚੁੱਕਾ ਸੀ ਅੰਮ੍ਰਿਤ ਛਕ ਕੇ। ਇਹ ਗੱਲਾਂ ਯਾਦ ਕਰ ਰਿਹਾ ਸੀ ਦੋਸਤੋ ਗੁਰਦੇਵ ਸਿੰਘ, ਜਦੋਂ ਉਹ ਉੱਥੇ ਇੱਕ ਸਿਕਿਉਰਿਟੀ ਗਾਰਡ ਦੀ ਨੌਕਰੀ
कर रहा सी कनेडा च। ते उसदे नाल बैठा शिविंदर बोलिया, गुस्से नाल नहीं धीरज नाल गल करो, तेरी गल नाल कोई भी सहमत होवे जां ना होवे, पर मैं पूरी तरह सहमत है। साडे बजुर्ग तां यार अकालियां नूं भी वोट इह समझ के पाउंदे ने कि धर्म दे सेवादार है। कल्ले साडे बजुर्ग नहीं, पंजाब दी बहुत सारी किसानी दा भी यही दिखांत है कि ਉਹ ਅਕਾਲੀਆਂ ਨੂੰ ਧਰਮ ਹੀ ਸਮਝ ਕੇ ਵੋਟ ਪਾਉਂਦੇ ਨੇ। शिविंदर बोलिया। शिविंदर तो बाद बिक्रमजीत कहन लगा, शिविंदर ने उसनूं आख्या, बस अद्धा मिनट होर गुरदेव सिंह जी, एक गल होर सुनो, कोई भी गल जो धर्म की लोचना करती होवे, धर्म दे उल्ट होवे तां धर्म दे लोकां दे जज्बात नूं बहुत छेती सट वजदी है। इस गल उपर कई बार लड़ाइयां हो जांदियां ने, कतल हो जांदे ने, ये गल तुहाडी जायज़ है, पर बुरजुआ कोर्ट भी धार्मिक जज्बातां नूं पहलां दे नज़रिए देखण लग पए ने ते लड़ाई दे असल मुद्दिआं नूं नज़रअंदाज कर दिंदे ने। पर जरा ध्यान देना कि धार्मिक लोक नास्तिकां बारे भोरा भी गरेज कीते बगैर अपने विचार पेश कर दिंदे ने। शुभा शाम लाउड स्पीकरां राहीं अपना चीक चहाड़ा पाउंदे ने। उस समय नास्तिक लोकां दे मन ते की बीतदी है जदों ਉਹ ਉੱਚੀ आवाज़ 'ਚ ਆਪਣੇ ਧਰਮਾਂ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ। ਉਦੋਂ ਵੀ ਉਹ ਨਾਸਤਿਕ ਲੋਕ ਜਿਹੜੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਉਹ ਵੀ ਤਾਂ ਉਦੋਂ ਸਪੀਕਰਾਂ ਤੇ ਹੋ ਰਹੇ ਧਾਰਮਿਕ ਪ੍ਰਵਚਨਾਂ ਨੂੰ, ਗੀਤਾਂ ਨੂੰ ਉਹ ਵੀ ਤਾਂ ਬਰਦਾਸ਼ਤ ਕਰਦੇ ਨੇ। ਜੇ ਕੋਈ ਕਾਮਰੇਡ ਜਾਂ ਨਾਸਤਿਕ ਆਪਣੇ ਵਿਚਾਰ ਪ੍ਰਗਟ ਕਰਦਾ ਤਾਂ ਉਹਦੇ ਤੇ ਪਾਬੰਦੀ ਕਿਉਂ? ਅਸੀਂ ਵੀ ਤਾਂ ਤੁਹਾਡੇ ਧਾਰਮਿਕ ਵਿਚਾਰ ਸੁਣਦੇ ਹਾਂ, ਬਰਦਾਸ਼ਤ ਕਰਦੇ ਹਾਂ। ਉਹਦਾ ਜਿਹੜਾ ਤਰਕ ਸੀ ਉਹ ਵੀ ਕਈਆਂ ਨੂੰ ਟੁੰਬਿਆ। ਤੇ ਉਸ ਵਕਤ ਨਾਸਤਿਕਾਂ ਦੇ ਕੀ ਬੀਤਦੀ ਹੈ? ਹਾਲਾਂਕਿ ਨਾਸਤਿਕਾਂ ਦੀ ਗਿਣਤੀ ਵੀ ਦੁਨੀਆ 'ਚ ਘੱਟ ਨਹੀਂ। ਇਹ ਠੀਕ ਹੈ ਕਿ ਭਾਰਤ ਵਰਗੇ ਦੇਸ਼ਾਂ 'ਚ ਇਹਨਾਂ ਦੀ ਗਿਣਤੀ ਘੱਟ ਹੋ ਸਕਦੀ ਹੈ, ਪਰ ਪੱਛਮ 'ਚ ਤਾਂ ਇਹਨਾਂ ਦੀ ਗਿਣਤੀ ਬਹੁਤ ਹੈ। ਤੇ ਫਿਰ ਕਿਉਂ ਨਹੀਂ ਧਾਰਮਿਕ ਲੋਕ ਆਪਣੇ ਧਾਰਮਿਕ ਪ੍ਰਚਾਰ ਨੂੰ ਆਪਣੇ ਤੱਕ ਸੀਮਤ ਰੱਖਦੇ, ਆਪਣੇ ਧਾਰਮਿਕ ਸਥਾਨਾਂ ਤੱਕ ਸੀਮਤ ਰੱਖਦੇ? ਉਹ ਦੂਜਿਆਂ ਤੇ ਕਿਉਂ ਇਸ ਤਰ੍ਹਾਂ ਦੇ ਵਿਚਾਰ ਥੋਪਦੇ ਨੇ? ਉਹ ਸਪੀਕਰ ਲਾ ਕੇ ਉੱਚੀ ਆਵਾਜ਼ 'ਚ ਉਹਨਾਂ ਨੂੰ ਪਹਿਰ ਦੇ ਤੜਕੇ ਕਿਉਂ ਉਠਾਉਂਦੇ ਨੇ? ਉਹਨਾਂ ਨੇ ਆਪਣੇ ਧਰਮ ਦਾ ਪ੍ਰਚਾਰ ਕਰਨਾ, ਉਹ ਆਪਣੇ ਘਰੇ ਕਰਨ, ਆਪਣੇ ਧਾਰਮਿਕ ਸਥਾਨਾਂ 'ਚ ਕਰਨ। ਉਹ ਸਾਡੇ ਘਰਾਂ ਤੱਕ ਉਹਨਾਂ ਦੀਆਂ ਆਵਾਜ਼ਾਂ ਸਾਨੂੰ ਕਿਉਂ ਸੁੱਤਿਆਂ ਨੂੰ ਉਠਾਉਂਦੀਆਂ ਨੇ? ਅਸੀਂ ਨਾਸਤਿਕਾਂ ਨੇ ਤਾਂ ਕਦੇ ਸਪੀਕਰ ਲਾ ਕੇ ਸਵੇਰੇ ਸ਼ਾਮ ਕਿਸੇ ਧਰਮੀ ਬੰਦੇ ਦੀ ਨੀਂਦ ਨਹੀਂ ਉਡਾਈ। ਅਸੀਂ ਇੱਕ ਮਹਿਫਲਾਂ ਦੇ ਵਿੱਚ ਜਾਂ ਕਾਨਫਰੰਸਾਂ 'ਚ ਵਿਚਾਰ ਪ੍ਰਗਟ ਕਰਦੇ ਹਾਂ। ਉਹਦੀ ਗੱਲ ਦਾ ਲੌਜਿਕ ਸਾਰਿਆਂ ਨੂੰ ਵਧੀਆ ਵੀ ਲੱਗਿਆ। ਗੁਰਮੁਖ ਸਿੰਘ ਇਸ ਮਾਮਲੇ 'ਚ ਚੁੱਪ ਵੱਟ ਗਿਆ। ਚਲੋ ਛੱਡੋ, ਕੋਈ ਹੋਰ ਗੱਲ ਕਰੋ। ਤਰਨਪ੍ਰੀਤ ਕਹਿਣ ਲੱਗਿਆ, ਉਸਨੇ ਸਾਰਿਆਂ ਨੂੰ ਮਨਾ ਵੀ ਲਿਆ। ਆਪਾਂ ਯਾਰ ਇੰਨੀ ਦੇਰ ਬਾਅਦ ਮਿਲੇ ਆ, ਪ੍ਰਤਾਪ ਸਿੰਘ ਟੋਰਾਂਟੋ ਤੋਂ ਆਇਆ ਤੇ ਗੁਰਮੁਖ ਵੀ ਆਪਣਾ ਪੁਰਾਣਾ ਮਿੱਤਰ ਹੈ। ਠੀਕ ਹੈ, ਹੁਣ ਸਿੰਘ ਸੱਜ ਗਿਆ, ਪਰ ਇਹ ਵੀ ਆਪਣੇ ਤੋਂ ਬਗਾਨਾ ਨਹੀਂ। ਸੋ ਉਹਨਾਂ ਨੇ ਗਲਾਸ ਖਾਲੀ ਕੀਤੇ ਤੇ ਉਸ ਦੇ ਵਿੱਚ ਹੋਰ ਦਾਰੂ ਪਾ ਲਈ ਤੇ ਸ਼ਰਾਬ ਗਲਾਸਾਂ ਦੇ ਵਿੱਚ ਪੈਂਦੀ ਵੇਖ ਕੇ ਗੁਰਦੇਵ ਸਿੰਘ ਪਰਾਂ ਨੂੰ ਚਲਾ ਗਿਆ। ਹਾਲਾਂਕਿ ਪਹਿਲਾਂ ਗੁਰਦੇਵ ਸਿੰਘ ਇਹਦਾ ਸੇਵਨ ਵੀ ਕਰਦਾ ਸੀ। ਇਹ ਸਾਰਾ ਸੀਨ ਉਹ ਉਸ ਵਕਤ ਯਾਦ ਕਰ ਰਿਹਾ ਸੀ ਜਦੋਂ ਉਹ ਇੱਕ ਪਾਸੇ ਸਿਕਿਉਰਿਟੀ ਦੀ ਜੌਬ ਕਰ ਰਿਹਾ ਸੀ ਤੇ ਦੂਸਰੇ ਪਾਸੇ ਇੱਕ ਕਿਸੇ ਦਾ ਕੁੱਤਾ ਆਪਣੀ ਜੌਬ ਕਰ ਰਿਹਾ ਸੀ। ਉਹ ਗੇਟ ਸੀ ਤਾਰਾਂ ਵਾਲਾ, ਸੜਕ ਦੇ ਦੂਜੇ ਪਾਸੇ ਉਹ ਕੁੱਤਾ ਸੀ। ਉਹ ਭੌਂਕ ਭੌਂਕ ਕੇ ਆਪਣੇ ਮਾਲਕ ਦੀ ਹਾਜ਼ਰੀ ਭਰ ਰਿਹਾ ਸੀ ਤੇ ਇੱਧਰ ਗੁਰਦੇਵ ਸਿੰਘ ਆਪਣੀ ਚੌਕੀਦਾਰੀ ਕਰ ਰਿਹਾ ਸੀ। ਕੁੱਤੇ ਦੇ ਭੌਂਕਣ ਤੇ ਉਸ ਦੀ ਇਹ ਸਾਰੀ ਗੱਲਬਾਤ ਦੀ ਲੜੀ ਫੇਰ ਟੁੱਟ ਗਈ। ਉਹ ਲੰਚ ਕਰਨ ਵਾਸਤੇ ਇੱਕ ਨਿੱਕੂ ਜਿਹੇ ਟ੍ਰੇਲਰ ਦੇ ਵਿੱਚ ਵੜਿਆ ਤੇ ਉਸਨੇ ਆਲਾ ਦੁਆਲਾ ਵੇਖਿਆ। ਘੁੰਮਦੀ ਹੋਈ ਨਜ਼ਰ ਸੜਕ ਤੋਂ ਪਾਰ ਫੈਕਟਰੀ ਦੇ ਅਹਾਤੇ ਤੇ ਰੱਖੇ ਡੌਗ ਹਾਊਸ ਤੇ ਪੈ ਗਈ। ਇੱਕ ਪਲ ਉਸਦੇ ਮਨ ਦੇ ਵਿੱਚ ਖਿਆਲ ਆਇਆ ਤੇ ਉਸਦੀ ਭੁੱਖ ਮਰ ਗਈ। ਉਸਨੂੰ ਉਹ ਟ੍ਰੇਲਰ ਅਜੀਬ ਜਿਹਾ ਲੱਗਿਆ। ਉਸਨੂੰ ਲੱਗਿਆ ਕਿ ਜਿਵੇਂ ਉਹ ਕੁੱਤੇ ਦੇ ਵਾਸਤੇ ਉਹ ਛੋਟਾ ਜਿਹਾ ਸ਼ੈਲਟਰ ਡੌਗ ਹਾਊਸ ਬਣਾਇਆ ਹੋਇਆ ਤੇ ਐਦਾਂ ਹੀ ਮੇਰੇ ਵਾਸਤੇ ਇਹ ਟ੍ਰੇਲਰ ਜਿਹਾ ਹੈਗਾ। ਫਰਕ ਮੇਰੇ ਤੇ ਉਸ ਜਾਨਵਰ 'ਚ ਕੁਛ ਨਹੀਂ ਹੈ। ਰੋਟੀ ਖਾਣ ਦੀ ਥਾਂ ਉਸਨੇ ਚਾਹ ਪੀਣ ਦਾ ਮਨ ਬਣਾਇਆ। ਥਰਮਸ ਦੇ ਵਿੱਚੋਂ ਉਸਨੇ ਚਾਹ ਕੱਪ ਦੇ ਵਿੱਚ ਪਾਈ ਤੇ ਛਲ-ਛਲ ਦੀ ਆਵਾਜ਼ ਦੇ ਨਾਲ ਗੁਰਦੇਵ ਸਿੰਘ ਨੂੰ ਟੀਜੇ ਪਪੀਹੇ ਦੀ ਗੱਲ ਯਾਦ ਆਈ। ਜਦੋਂ ਦਾਰੂ ਗਲਾਸ ਦੇ ਵਿੱਚ ਪੈਣ ਦੀ ਆਵਾਜ਼ ਆਉਂਦੀ ਹੈ ਨਾ, ਨਸ਼ਾ ਉਦੋਂ ਹੀ ਹੋ ਜਾਂਦਾ। ਬਾਕੀ ਦਾ ਅੱਧਾ ਉਦੋਂ ਜਦੋਂ ਅੰਦਰ ਜਾਣ ਲੱਗਦੀ ਹੈ। ਉਹ ਸਮਝਦਾਰ ਬੰਦਿਆਂ ਨੂੰ ਦੱਸਣ ਦੀ ਲੋੜ ਨਹੀਂ। ਉਹ ਫਿਰ ਸ਼ਰਾਬ ਦੀਆਂ ਗੱਲਾਂ ਕਰਨ ਲੱਗੇ। ਜਾਣੀ ਗੁਰਦੇਵ ਦਾ ਧਿਆਨ ਫਿਰ ਉਸ ਮਹਿਫਲ ਵੱਲ ਚਲਿਆ ਗਿਆ। ਇੱਕ ਕਾਮਰੇਡ ਨੇ ਗੱਲ ਸੁਣਾਈ ਕਿ ਲੋਕਾਂ ਨੂੰ ਸ਼ਰਾਬ ਨਾ ਪੀਣ ਦਾ ਬਹਾਨਾ ਵੀ ਨਹੀਂ ਬਣਾਉਣਾ ਆਉਂਦਾ। ਮੇਰਾ ਇੱਕ ਦੋਸਤ ਹੈ ਅਣਖੀ, ਟੀਜੇ ਪਪੀਹਾ ਜਾਣਦਾ ਉਸਨੂੰ। ਸਾਰਿਆਂ ਨੇ ਟੀਜੇ ਪਪੀਹੇ ਵੱਲ ਵੇਖਿਆ ਤੇ ਉਹਨਾਂ ਨੇ ਵੀ ਹਾਂ 'ਚ ਸਿਰ ਹਿਲਾਇਆ। ਕੇਰਾ ਮੇਰਾ ਜੀ ਕਰੇ ਦਾਰੂ ਪੀਣ ਨੂੰ, ਕੋਈ ਹੋਰ ਮਿਲਿਆ ਨਾ। ਮੈਂ ਸੋਚਿਆ ਅੱਜ ਅਣਖੀ ਨੂੰ ਫੋਨ ਕਰਦਾ।
ਉਸ ਨੂੰ ਮਿਲਿਆ ਵੀ ਚਿਰ ਹੋ ਗਿਆ ਸੀ। ਚਲੋ ਇਸੇ ਬਹਾਨੇ ਮਿਲ ਲਵਾਂਗੇ, ਨਾਲੇ ਪੰਜਾਬ ਦੇ ਸੱਭਿਆਚਾਰ ਕਿਸਾਨੀ ਦੇ ਵਿੱਚ ਸ਼ਰਾਬ ਦੀ ਕੀ ਥਾਂ ਹੈ ਉਸ ਬਾਰੇ ਅਣਖੀ ਨਾਲ ਚਰਚਾ ਕਰਾਂਗੇ। ਪੀ ਕੇ ਕੋਈ ਗੱਲ ਤਾਂ ਕਰਨੀ ਹੁੰਦੀ ਹੈ। ਉਹ ਭਰਾਵਾ ਮੈਂ ਉਸ ਨੂੰ ਫੋਨ ਕਰ ਬੈਠਾ, ਮੋਰੇ ਮੈਨੂੰ ਪਤਾ ਕੀ ਕਹਿੰਦਾ। ਇੱਥੇ ਉਹ ਰੁਕਿਆ ਤੇ ਆਪਣੇ ਸਰੋਤਿਆਂ ਦੇ ਹਾਵ ਭਾਵ ਜਾਣ ਲਈ ਕਹਿੰਦਾ, ਨਹੀਂ ਯਾਰ ਮੈਂ ਤਾਂ ਛੱਡੀ ਹੋਈ ਹੈ। ਮੈਂ ਪੁੱਛਿਆ ਕੀ ਗੱਲ, ਕਾਹਤੋਂ ਛੱਡੀ ਹੈ? ਬੰਦਾ ਪੁੱਛ ਹੀ ਲੈਂਦਾ। ਕਹਿੰਦਾ ਬਸ ਉਹੀ ਜਿੱਦਣ ਪੀ ਲਈ ਦੀ ਉਦਣ ਘਰ ਵਾਲੇ ਦੀ ਕਪੱਤ ਬਹੁਤ ਹੁੰਦੀ ਹੈ, ਇਸ ਕਰਕੇ ਛੱਡੀ ਹੈ। ਮੈਂ ਕਿਹਾ ਸ਼ਾਬਾਸ਼ ਤੇਰੇ, ਤੈਂ ਨਹੀਂ ਪੀਣੀ ਤਾਂ ਨਾ ਪੀ, ਘੱਟੋ ਘੱਟ ਬਹਾਨਾ ਤਾਂ ਚੱਜਦਾ ਘੜ ਲਿਆ ਕਰ। ਮੈਨੂੰ ਇੱਕ ਗੱਲ ਦੱਸ, ਜਦੋਂ ਮੇਰੀ ਪੀਤੀ ਹੁੰਦੀ ਹੈ ਕਦੇ ਮੇਰੀ ਘਰ ਵਾਲੀ ਲੱਡੂ ਵੰਡਦੀ ਵੇਖੀ ਹੈ ਕਿ ਅੱਜ ਸਾਡੇ ਨੇ ਪੀਤੀ ਹੋਈ ਹੈ ਉਸਨੇ ਪਛਤਾਵੇ ਦੇ ਵਿੱਚ ਸਿਰ ਹਿਲਾਇਆ? ਨਾ। ਇਹੋ ਜਿਹੇ ਸਾਡੇ ਲੋਕ ਨੇ। ਉਸ ਦੀ ਗੱਲ ਯਾਦ ਕਰਕੇ ਚਾਹ ਪੀਂਦੇ ਗੁਰਦੇਵ ਸਿੰਘ ਦਾ ਹਾਸਾ ਨਿਕਲ ਗਿਆ। ਪਤਾ ਨਹੀਂ ਗੱਲ ਕਿੱਥੋਂ ਕੱਢ ਲਿਆਉਂਦੇ ਨੇ ਕਾਮਰੇਡ। ਉਸਨੇ ਚਾਹ ਦਾ ਸੜੂਕਾ ਮਾਰਿਆ ਤੇ ਘੁੱਟ ਅੰਦਰ ਨੂੰ ਲੰਘਾਇਆ। ਇੱਕ ਵਾਰੀ ਇੱਕ ਮਿਲ ਦੇ ਵਿੱਚ ਸੜਾਕਾ ਮਾਰ ਕੇ ਚਾਹ ਪੀਂਦਿਆਂ ਕਾਮਰੇਡ ਇਸ ਉੱਪਰ ਹੀ ਬਹਿਸ ਕਰਨ ਲੱਗ ਪਏ। ਉਸ ਦਿਨ ਉਨੀ ਦਿਨ ਮਸ਼ਹੂਰ ਸੀ ਕਿ ਕਾਮਰੇਡ ਕਿਸੇ ਵੀ ਵਿਸ਼ੇ ਤੇ ਘੰਟਿਆਂ ਬੱਧੀ ਬੋਲ ਸਕਦੇ ਨੇ। ਸਟੀਲ ਦਾ ਗਲਾਸ ਗਰਮ ਹੁੰਦਾ, ਵਿੱਚ ਚਾਹ ਠੰਡੀ ਹੁੰਦੀ ਹੈ। ਗਲਾਸ ਨੂੰ ਗਰਮ ਹੱਥਾਂ ਦੇ ਵਿੱਚ ਘੁਮਾਉਂਦੇ ਨੇ, ਪੈਰਾਂ ਭਾਰ ਬੈਠ ਕੇ ਪੀਂਦੇ ਨੇ, ਪੈਰਾਂ ਭਾਰ ਬੈਠੇ ਭੈੜੇ ਲੱਗਦੇ ਨੇ। ਇਸ ਵਿਸ਼ੇ ਤੇ ਬਹੁਤ ਸਾਰੇ ਸਾਥੀ ਕਾਮਰੇਡਾਂ ਨੇ ਵਿਚਾਰ ਦਿੱਤੇ। ਅਕਸਰ ਲੋਕ ਨਿਰਾਰਥਕ ਵਿਸ਼ੇ ਤੇ ਬਹੁਤ ਜ਼ਿਆਦਾ ਬੋਲਦੇ ਨੇ ਤੇ ਉਹ ਇਹ ਵੀ ਨਹੀਂ ਸਮਝਦੇ ਕਿ ਅਸਲ ਤੱਥ ਮੈਂ ਹੀ ਪੇਸ਼ ਕੀਤਾ। ਉਹ ਕਾਮਰੇਡਾਂ ਦੀ ਵਿਚਾਰਧਾਰਾ ਤੇ ਹੱਸਿਆ। ਚਾਹ ਪੀ ਕੇ ਗੁਰਦੇਵ ਸਿੰਘ ਉਸ ਟ੍ਰੇਲਰ ਚੋਂ ਬਾਹਰ ਨਿਕਲਿਆ ਤੇ ਸਿਰ ਦੀ ਪੀੜ ਉਸਦੀ ਘਟੀ ਤੇ ਰਾਤ ਦੀ ਡਿਊਟੀ ਕਰਕੇ ਚਾਹ ਉਸਨੇ ਕੈੜੀ ਬਣਵਾ ਲਈ ਸੀ ਤੇ ਉਸ ਰਾਤ ਵੀ ਨਛੱਤਰ ਨੇ ਚਾਹ ਦਾ ਘੁੱਟ ਭਰ ਕੇ ਕਿਹਾ ਸੀ ਕਿ ਇੰਨੀ ਤਾਂ ਸ਼ਰਾਬ ਵੀ ਕੌੜੀ ਨਹੀਂ ਹੁੰਦੀ ਜਿੰਨੀ ਤੇਰੀ ਚਾਹ ਤੇਜ਼ ਹੈ। ਹਾਸੇ ਠੱਠੇ 'ਚ ਗੱਲ ਚਲਦੀ ਅੱਧ-ਖੱਡ ਲੋਕਾਂ ਦੇ ਵਿਆਹ ਤੇ ਆ ਗਈ। ਉਹ ਫੇਰ ਮਤਲਬ ਆਪਣੇ ਘਰੇ ਕਾਮਰੇਡਾਂ ਦੀ ਹੋਈ ਇਸ ਮਹਿਫਲ ਵੱਲ ਨੂੰ ਆ ਗਿਆ ਚਾਹ ਪੀਣ ਤੋਂ ਬਾਅਦ ਤੇ ਹਾਸੇ 'ਚ ਉਹਨਾਂ ਦੀ ਗੱਲ ਅੱਧ-ਖੱਡ ਲੋਕਾਂ ਦੇ ਵਿਆਹ ਤੇ ਆ ਗਈ। ਤਰਨਪ੍ਰੀਤ ਬਹੁਤ ਦੇਰ ਚੁੱਪ ਬੈਠਾ ਬੋਲਿਆ, ਵਿਆਹੁਤਾ ਜੀਵਨ ਯਾਰੋ ਮੋਤੀਚੂਰ ਦੇ ਲੱਡੂ ਨੇ। ਉਸ ਦੀ ਗੱਲ ਟੀਜੇ ਪਪੀਹੇ ਨੇ ਬੋਚ ਲਈ। ਟੀਜੇ ਪਪੀਹਾ ਵੀ ਇਹਨਾਂ ਦਾ ਇੱਕ ਦੋਸਤ ਸੀਗਾ, ਮਿਸ ਨਾਜੋ ਫਤੂਹੀ ਵਾਲੀ, ਇਹ ਪਤਾ ਨਹੀਂ ਕੀ ਕਹੀ ਉਸਨੇ। ਆਪਣੇ ਘਰ ਦੇ ਲੋਕਾਂ ਦੇ ਵਿੱਚ ਤਰਨਪ੍ਰੀਤ ਅਗਾਂਹ ਵਧੂ ਗੀਤ ਲਿਖਣ ਤੇ ਗਾਉਣ ਕਰਕੇ ਮਸ਼ਹੂਰ ਸੀ, ਪਰ ਟੀਜੇ ਪਪੀਹੇ ਨੂੰ ਪਤਾ ਨਹੀਂ ਸੀ ਕਿ ਨਕਲੀ ਨਾਂ ਹੇਠ ਤਰਨਪ੍ਰੀਤ ਮਿਸ ਨਾਜੋ ਦੇ ਲਈ ਲੱਚਰ ਗੀਤ ਲਿਖਦਾ ਹੈ। ਤੇ ਕਿੰਨਾ ਸੋਚਾਂ 'ਚ ਪੈ ਗਿਆ। ਸ਼ਿਵਿੰਦਰ ਨੇ ਡਰਿੰਕ ਪਾਉਂਦਿਆਂ ਵਿਕਰਮਜੀਤ ਨੂੰ ਪੁੱਛਿਆ, ਸਾਨੂੰ ਵੀ ਦੱਸ ਦੇ। ਸੋਚਣਾ ਕੀ ਹੈ, ਚੱਲ ਬੱਸ ਕਰ, ਪਾਣੀ ਪਾ ਦੇ। ਉਹ ਰੁਕਿਆ ਤੇ ਆਪਣੇ ਲੋਕ 3 ਥਾਵਾਂ ਉੱਤੇ ਦੇਖਣ ਨੂੰ ਚੋਖੀ ਗਿਣਤੀ 'ਚ ਮਿਲਦੇ ਆ। ਇੱਕ ਸ਼ਰਾਬ ਦੇ ਠੇਕੇ ਤੇ, ਦੂਜੇ ਹਸਪਤਾਲ ਤੇ ਤੀਜੇ ਕਚਹਿਰੀਆਂ 'ਚ। ਇਹਦਾ ਕੀ ਹੈ ਕਾਰਨ ਹੈ? 2 ਥਾਂ ਤੂੰ ਛੱਡ ਗਿਆ, ਲੱਚਰ ਗੀਤਾਂ ਦੇ ਅਖਾੜੇ ਤੇ ਧਾਰਮਿਕ ਸਥਾਨ। ਮੈਂ ਆਖਿਆ 2 ਘੜੀਆਂ ਰਲ ਕੇ ਬੈਠਣ ਲਈ ਇਕੱਠੇ ਹੋਏ ਕਿਤੇ ਫੇਰ ਨਾ ਧਰਮ ਦਾ ਰੌਲਾ ਪੈ ਜਾਏ। ਇੱਕ ਵਾਰੀ ਫੇਰ ਉਹਨਾਂ ਦੀ ਮਹਿਫਲ 'ਚ ਹਾਸਾ ਪਿਆ। ਧਾਰਮਿਕ ਸਥਾਨ ਤੈਨੂੰ ਕੀ ਕਹਿੰਦੇ ਨੇ? ਤੇ ਉੱਥੇ ਮੈਂ ਕਦੇ ਮਾੜਾ ਹੁੰਦਾ ਨਹੀਂ ਵੇਖਿਆ। ਨਛੱਤਰ ਨੇ ਨਾਸਾਂ ਫਰਗਾਈਆਂ। ਉਹ ਨਛੱਤਰਾ ਬਹਿ ਜਾ ਚੁੱਪ ਕਰਕੇ। ਟੀਜੀ ਪਪੀਹੇ ਨੇ ਝਾੜ ਪਾਉਂਦੇ ਆਖਿਆ, ਜਦ ਤੂੰ ਵੀ 71ਵੀਂ ਦਾੜੀ ਰੱਖੀ ਹੋਈ ਸੀ ਨਾ, ਉਦੋਂ ਦਾ ਤੈਨੂੰ ਤਾਂਗੇ ਵਾਲੇ ਘੋੜੇ ਵਾਂਗੂ ਤੈਨੂੰ ਹਰਾ ਹੀ ਹਰਾ ਦਿਸਦਾ ਸੀ। 71ਵੀਂ ਦਾੜੀ ਨਛੱਤਰ ਨੇ ਵੀਕਐਂਡ ਤੇ ਗੁਰਦੁਆਰੇ ਪੱਗ ਬੰਨ੍ਹ ਕੇ ਜਾਣ ਲਈ ਰੱਖੀ ਸੀ। ਕਲੀਨ ਸ਼ੇਵ ਚਿਹਰੇ ਉੱਪਰ ਘੁੱਟ ਕੇ ਪੱਗ ਬੰਨ੍ਹੀ ਜੱਚਦੀ ਨਹੀਂ ਸੀ ਤੇ ਉਂਝ ਵੀ ਟੀਜੇ ਪਪੀਹਾ ਜਿਸ ਦੇ ਸਿਰ ਦੇ ਵਾਲ ਕਟਾਏ ਹੋਣ ਕਰਕੇ ਦਾੜੀ 71ਵੀਂ ਜੀ ਰੱਖੀ ਹੋਵੇ ਉਸ ਨੂੰ ਲੇਜ਼ੀ ਬਾਸਟਰਡ ਆਖਦਾ ਸੀ ਜਾਂ ਮੁਖਤ ਦੇ ਵਿੱਚ ਗਾਲਾਂ ਖਾਣ ਨੂੰ ਬਣਿਆ ਬਦਮਾਸ਼। ਵਰਤਮਾਨ ਨੂੰ ਮੁੜ ਆਨੇ ਵਾਲੀ ਥਾਂ ਲਿਆਉਣ ਲਈ ਪ੍ਰਤਾਪ ਸਿੰਘ ਨੇ ਆਖਿਆ ਕਿ ਵਿਆਹੁਤਾ ਜੀਵਨ ਦੇ 2 ਪੱਖ ਮੇਰੀ ਸਮਝ 'ਚ ਨਹੀਂ ਆਉਂਦੇ। ਕਾਲਜ ਸਮੇਂ ਵੀ ਵਿਦਿਆਰਥੀ ਜੀਵਨ ਦੇ ਵਿੱਚ ਕਾਲਜ ਦੇ ਸਮੇਂ ਵੀ ਪ੍ਰਤਾਪ ਵਿਦਿਆਰਥੀ ਸੰਗਠਨ ਦੇ ਵਿੱਚ ਆਪਣੀ ਵਿਸ਼ੇਸ਼ ਥਾਂ ਰੱਖਦਾ ਸੀ। ਇਸ ਕਰਕੇ ਕੈਲਗਰੀ ਦੇ ਵਿੱਚ ਉਸ ਮਿੱਤਰ ਉਸ ਨੂੰ ਮਿਲਣ ਆਏ ਸਨ, ਇੱਕ ਵਿਅਕਤੀਗਤ ਤੇ ਦੂਜਾ ਸਮਾਜਿਕ। ਉਹ ਰੁਕਿਆ ਤੇ ਆਪਣੇ ਦੋਸਤਾਂ ਦੀ ਇਕਾਗਰਤਾ ਜਾਣ ਲਈ ਕਿ ਸਮਾਜ ਸਾਡਾ ਸਾਰਿਆਂ ਦਾ ਇੱਕ ਹੈ, ਇੱਕ ਵੀ ਨਹੀਂ, ਕਿਉਂਕਿ ਹਰ ਸਮਾਜ ਦੇ 2 ਵਰਤਾਰੇ ਭਾਰੂ ਹੁੰਦੇ ਨੇ। ਜ਼ੋਰ ਮਤਲਬ ਪਾਵਰ, ਆਰਥਿਕਤਾ। ਔਰਤ ਨੂੰ ਗੁਲਾਮ ਬਣਾਉਣ ਲਈ ਇਹਨਾਂ ਦੋਨੇ ਵਰਤਾਰਿਆਂ ਦਾ ਆਪੋ ਆਪਣਾ ਰਲਵਾਂ ਸੁਭਾਅ ਤੇ ਰਲਵਾਂ ਰੋਲ ਹੈ।
ਜਿੱਥੇ ਵਿਆਹ ਜਿੱਥੇ ਔਰਤ ਦੀ ਦੋਹਰੀ ਗੁਲਾਮੀ ਬਖਸ਼ਦਾ ਉੱਥੇ ਫੀਮੇਲ ਨੂੰ ਗੁਲਾਮ ਬਣਾਉਣ ਦੇ ਵਿੱਚ ਬੜਾ ਕਾਮਯਾਬੀ ਹੈ। ਔਰਤ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਗੁਲਾਮ ਹੈ। ਸਾਡੇ ਬੌਧਿਕ ਨਿਘਾਰ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ ਕਿ ਕਿਸੇ ਵੀ ਭ੍ਰਿਸ਼ਟ ਸਿਸਟਮ ਨੂੰ ਸਵੀਕਾਰ ਕਰ ਲੈਣਾ। ਵਿਆਹੁਤਾ ਜੀਵਨ ਦੇ ਵਿੱਚ ਔਰਤ ਸਖਤ ਅਤੇ ਦੋਹਰੀ ਗੁਲਾਮੀ ਭੋਗਦੀ ਹੈ ਤੇ ਆਪਣੀ ਕਿਸਮਤ ਨੂੰ ਰੋਂਦੀ ਹੈ। ਕਿਸਮਤ ਦਾ ਸਬੰਧ ਸਿੱਧਾ ਰੱਬ ਨਾਲ ਜੋੜ ਕੇ ਇਸ ਨੂੰ ਸਮੇਂ ਤੇ ਸਥਾਨ ਨਾਲ ਜੋੜ ਦਿੱਤਾ ਗਿਆ। ਪਰਮਾਤਮਾ ਧਰਮ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ। ਇਹ ਧਰਮ ਹੀ ਹੈ ਜੋ ਵਾਰ-ਵਾਰ ਸਾਨੂੰ ਕਹਿੰਦਾ ਕਿ ਰੱਬ ਹੈ, ਪਰਮਾਤਮਾ ਹੈ। ਖੈਰ, ਨਾਂ ਵਿੱਚ ਸਿਰ ਫੇਰਦਾ ਹੋਇਆ ਗੁਰਦੇਵ ਸਿੰਘ ਫਿਰ ਉਹਨਾਂ ਕਾਮਰੇਡਾਂ ਦੀਆਂ ਗੱਲਾਂ ਸੁਣ ਕੇ ਰਸੋਈ ਵੱਲ ਨੂੰ ਖਿਸਕ ਗਿਆ। ਉਸ ਨੂੰ ਲੱਗਾ ਕਿ ਉਹਨਾਂ ਦੇ ਪ੍ਰਾਹੁਣੇ ਪ੍ਰਤਾਪ ਨੂੰ ਚੜ੍ਹ ਗਈ ਹੈ। ਉਸ ਨੂੰ ਸੁਣਿਆ ਕਿ ਪ੍ਰਤਾਪ ਕਹਿ ਰਿਹਾ ਸੀ ਕਿ ਮਰਦ ਨੇ ਹੁਣ ਔਰਤ ਨੂੰ ਆਪਣੀ ਹੋਰ ਚੱਲ ਅਤੇ ਅਚਲ ਜਾਇਦਾਦ ਦੀ ਤਰ੍ਹਾਂ ਹੀ ਸਮਝਿਆ ਤੇ ਵਰਤਿਆ। ਤੁਹਾਡਾ ਮਤਲਬ ਕਿ ਸਾਡੀਆਂ ਮਾਵਾਂ ਭੈਣਾਂ ਗੁਲਾਮ ਨੇ? ਤਰਨਪ੍ਰੀਤ ਨੂੰ ਇਹ ਬਿਆਨਬਾਜ਼ੀ ਗਾਲ ਵਾਂਗ ਲੱਗੀ। ਜੇ ਉਹ ਸਾਡੀਆਂ ਗੁਲਾਮ ਹੁੰਦੀਆਂ ਤਾਂ ਅਸੀਂ ਉਹਨਾਂ ਨੂੰ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਨ ਭੇਜਦੇ। ਅਸੀਂ ਉਹਨਾਂ ਨੂੰ ਆਪਣਾ ਬਰੋਬਰ ਦਾ ਥਾਂ ਨਹੀਂ ਦਿੰਦੇ। ਓਏ ਤਰਨਪ੍ਰੀਤ, ਤੈਂ ਕੀ ਲੈਣਾ ਇਹਨਾਂ ਸਿਧਾਂਤਕ ਗੱਲਾਂ ਤੋਂ? ਨਾ ਤੈਨੂੰ ਸਮਝ ਆਉਣੀਆਂ ਨੇ। ਟੀਜੇ ਪਪੀਹੇ ਨੇ ਤਰਨਪ੍ਰੀਤ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ। ਤੂੰ ਮਿਸ ਨਾਜੋ ਫਤੂਹੀ ਵਾਲੀ ਲਈ ਲੱਚਰ ਗੀਤ ਲਿਖ ਤੇ ਮਹਾਨ ਸਾਹਿਤਕਾਰ ਬਣ, ਉਸਨੇ ਤਰਨਪ੍ਰੀਤ ਨੂੰ ਟੋਕਿਆ। ਫਿਰ ਮਾਨ ਸਨਮਾਨ ਤੇਰੇ ਪੈਰਾਂ ਦੇ ਵਿੱਚ ਪੱਕੇ ਬੇਰਾਂ ਵਾਂਗੂ ਡਿੱਗਣਗੇ। ਉਹਨਾਂ ਦੇ ਵਿੱਚ ਉਹਨਾਂ ਦੀ ਤੂੰ ਮੈਂ ਦਬਾਉਣ ਲਈ ਬਿਕਰਮਜੀਤ ਨੇ ਫਿਰ ਆਖਿਆ, ਬਾਈ ਤਰਨਪ੍ਰੀਤ, ਇੱਕ ਗੱਲ ਤਾਂ ਸਪਸ਼ਟ ਹੈ ਕਿ ਜਿਸ ਧਰਮ ਨੂੰ ਘਰ ਵਾਲਾ ਮੰਨਦਾ ਹੋਵੇ ਉਸੇ ਧਰਮ ਨੂੰ ਘਰ ਵਾਲੀ ਵੀ ਮੰਨਦੀ ਹੈ। ਜਿਸ ਸਿਆਸੀ ਪਾਰਟੀ ਦੇ ਵਿੱਚ ਪਤੀ ਆਸਥਾ ਰੱਖਦਾ ਹੋਵੇ ਤੇ ਪਤਨੀ ਵੀ ਉਸੇ ਸਿਆਸੀ ਪਾਰਟੀ ਨੂੰ ਬਿਲੋਂਗ ਕਰਨ ਲੱਗ ਜਾਂਦੀ ਹੈ। ਤੇ ਇਸ ਦੇ ਉਲਟ ਆਟੇ ਦੇ ਵਿੱਚ ਲੂਣ ਬਰਾਬਰ ਵਾਂਗ ਹੁੰਦਾ ਹੈ। ਪਰ ਇਸ ਦੇ ਉਲਟ ਆਟੇ 'ਚ ਲੂਣ ਬਰਾਬਰ ਵਾਂਗ ਹੁੰਦਾ। ਕਿਉਂ? ਉਹਨਾਂ ਦੀ ਉੱਚੀ ਹੋ ਗਈ ਆਵਾਜ਼ ਨੂੰ ਸੁਣ ਕੇ ਉਹ ਤੀਵੀਆਂ ਜੋ ਬੈਡਰੂਮ ਅਤੇ ਰਸੋਈ ਦੇ ਵਿੱਚ ਸਨ ਉਹ ਵੀ ਲਿਵਿੰਗ ਰੂਮ ਵੱਲ ਆ ਗਈਆਂ। ਉਹਨਾਂ ਨੇ ਸਮਝਿਆ ਕਿ ਇਹਨਾਂ ਦੀ ਹੁਣ ਲੜਾਈ ਹੋਣ ਲੱਗੀ ਹੈ, ਇਹਨਾਂ ਨੂੰ ਚੜ੍ਹਨ ਲੱਗੀ ਹੈ। ਉਹ ਕੁਝ ਦੇਰ ਉੱਥੇ ਬੈਠੀਆਂ ਰਹੀਆਂ। ਉਹਨਾਂ ਦੀ ਸ਼ਮੂਲੀਅਤ ਕਾਰਨ ਲਿਵਿੰਗ ਰੂਮ ਦੇ ਵਿੱਚ ਪੈਦਾ ਹੋਈ ਤਲਖੀ ਜਾਂਦੀ ਰਹੀ। ਫਿਰ ਉੱਠ ਕੇ ਚਲੀਆਂ ਗਈਆਂ। ਉਹਨਾਂ ਨੂੰ ਜਾਪਿਆ ਕਿ ਮਰਦਾਂ ਦੇ ਕਰਨ ਵਾਲੀਆਂ ਗੱਲਾਂ ਨੇ, ਆਪਾਂ ਕੀ ਲੈਣਾ ਇਹਨਾਂ ਦੀ ਕਾਮਰੇਡੀ ਬਹਿਸ ਤੋਂ। ਇਹਨਾਂ ਗੱਲਾਂ ਤੋਂ ਉਹਨਾਂ ਨੇ ਕੀ ਲੈਣਾ? ਨਾ ਇਹਨਾਂ ਨੇ ਕੋਈ ਕਬੀਲਦਾਰੀ ਦੀ ਗੱਲ ਕਰਨੀ ਆ, ਨਾ ਕੱਪੜੇ ਸੂਟਾਂ ਦੀ ਗੱਲ ਕਰਨੀ ਆ, ਨਾ ਫੈਸ਼ਨ ਦੀ, ਨਾ ਫਿਲਮਾਂ ਦੀ। ਸਭ ਤੋਂ ਵੱਡੀ ਗੱਲ, ਇਹਨਾਂ ਨੂੰ ਤੀਵੀਆਂ ਨਾਲ ਹਾਸਾ ਠੱਠਾ ਵੀ ਨਹੀਂ ਕਰਨਾ ਆਉਂਦਾ। ਨਿਰੇ ਬੋਰ ਕਿਸਮ ਦੇ ਲੋਕ ਨੇ ਇਹ। ਯਾਨੀ ਤੀਵੀਆਂ ਵੀ ਉਹਨਾਂ ਦੀਆਂ ਕਾਮਰੇਡਾਂ ਦੀਆਂ ਜੋ ਸੀ ਉਸ ਘਰ ਦੀਆਂ, ਉਹ ਵੀ ਲਿਵਿੰਗ ਰੂਮ 'ਚ ਉੱਠ ਕੇ ਚਲੀ ਗਈਆਂ। ਉੱਠਣ ਲੱਗੀ ਆਪਣੀ ਪਤਨੀ ਜਸਵੀਰ ਨੂੰ ਤਰਨਪ੍ਰੀਤ ਨੇ ਆਖਿਆ, ਕਿਉਂ ਛੱਡ ਚੱਲੀ ਆਂ ਇਕੱਲੇ ਨੂੰ? ਖਾ ਕੇ ਜਨਮ ਦੀਆਂ ਕਸਮਾਂ। ਜਾਣੀ ਜਸਵੀਰ ਨੂੰ ਤਰਨਪ੍ਰੀਤ ਨੇ ਆਪਣੀ ਪਤਨੀ ਜਸਵੀਰ ਨੂੰ ਆਖਿਆ ਕਿ ਲਿਵਿੰਗ ਰੂਮ ਕਿਉਂ ਕਿ ਛੱਡ ਚੱਲੀਆਂ, ਸੁਣ ਲਓ ਹੁਣ ਸਾਡੀਆਂ ਗੱਲਾਂ। ਮਾਹੌਲ ਨੂੰ ਰੋਮਾਂਚਕ ਹੁਲਾਰਾ ਦੇਣ ਲਈ ਜਸਵੀਰ ਨੇ ਉਸੇ ਸੁਰ ਦੇ ਵਿੱਚ ਤਰਨਪ੍ਰੀਤ ਨੂੰ ਜਵਾਬ ਦਿੱਤਾ, ਛੱਡ ਮੇਰਾ ਖਹਿੜਾ, ਤੂੰ ਵੀ ਮਿਸ ਫਤੂਹੀ ਵਾਲੀ ਕਰ ਲੈ। ਤੇ ਉਹ ਵੀ ਮਤਲਬ ਆਪਣੇ ਘਰ ਵਾਲੇ ਜਸਵੀਰ ਨੂੰ ਆਪਣੇ ਘਰ ਵਾਲੇ ਤਰਨਪ੍ਰੀਤ ਨੂੰ ਜਵਾਬ ਦੇ ਕੇ ਜਸਵੀਰ ਵੀ ਉਹਨਾਂ ਬਾਕੀ ਸਾਥਣਾਂ ਦੇ ਨਾਲ ਚਲੀ ਗਈ ਬੈਡਰੂਮ ਵੱਲੋਂ। ਹਾਸੇ ਦੇ ਫੁਹਾਰੇ ਛੁੱਟ ਪਏ। ਭਾਂਤ ਸੁਭਾਂਤੀਆਂ ਸੁਝਾਵਾਂ ਭਰੀਆਂ ਆਵਾਜ਼ਾਂ ਆਈਆਂ। ਹੱਦ ਹੋ ਗਈ ਯਾਰ, ਇਹ ਹੱਸਣ ਦੀ ਆਵਾਜ਼। ਗੁਰਦੇਵ ਸਿੰਘ ਨੇ ਫਿਰ ਆਪਣੇ ਦਿਮਾਗ ਤੇ ਜ਼ੋਰ ਦਿੱਤਾ। ਪਰ ਉਧਰੋਂ ਸਾਹਮਣੇ ਡਿਊਟੀ ਦਿੰਦਾ ਕੁੱਤਾ ਫਿਰ ਗੁਰਦੇਵ ਸਿੰਘ ਨੂੰ ਭੌਂਕਿਆ। ਹੁਣ ਕੌਣ ਹੱਸ ਰਿਹਾ ਉਸਨੂੰ ਕੋਈ ਨਜ਼ਰ ਤਾਂ ਨਹੀਂ ਆਇਆ, ਪਰ ਉਸਨੇ ਜਦੋਂ ਚਫੇਰੇ ਝਾਤੀ ਮਾਰ ਕੇ ਆਪਣੇ ਟ੍ਰੇਲਰ ਵੱਲ ਨੂੰ ਵੇਖਿਆ ਤਾਂ ਟ੍ਰੇਲਰ ਦੇ ਵਿੱਚ ਹੀ ਵਾਸ਼ਰੂਮ ਬਣਿਆ ਹੋਇਆ ਸੀ। ਦੇਖੀਓ ਸੋਹਣਿਓ, ਸੋਫੇ ਉੱਪਰ ਬੈਠਾ ਸੁਰਿੰਦਰ ਸਿੰਘ ਉੱਪਲ ਉੱਠਿਆ। ਉਸਨੂੰ ਜਾਪਿਆ ਕਿ ਉਸਦਾ ਸਿਰ 8 ਫੁੱਟ ਉੱਚੀ ਸੀਲਿੰਗ ਨੂੰ ਛੂਹ ਜਾਵੇਗਾ। ਖੁੱਲੀ ਚਿੱਟੀ ਦਾੜੀ, ਕਮਾਨੀਦਾਰ ਤਲਵਾਰ ਵਰਗੀਆਂ ਮੁੱਛਾਂ। ਉਹ ਖੁਸ਼ ਸੀ ਕਿ ਉਸਦੇ ਜਵਾਈ ਦੇ ਮਿੱਤਰ ਆਏ ਹੋਏ ਸਨ। ਕੁਲਦੀਪ ਸਿੰਘ ਨੇ ਵੀ ਆਪਣੇ ਮਾਪਿਆਂ ਕੋਲ ਕਦੇ ਪ੍ਰਤਾਪ ਦੀ ਕੋਈ ਸ਼ਿਕਾਇਤ ਨਹੀਂ ਸੀ ਕੀਤੀ ਤੇ ਅੱਜ ਉਸਦੇ ਮਨ ਦੇ ਸਾਰੇ ਸੰਸ਼ੇ ਦੂਰ ਹੋ ਗਏ। ਉਸਨੇ ਆਖਿਆ ਕਿ ਮੈਂ ਆਪਣੀ ਉਮਰ 'ਚੋਂ ਬਥੇਰਿਆਂ ਨਾਲ ਖਾਧਾ ਪੀਤਾ, ਪਰ ਤੁਹਾਡੀ ਢਾਣੀ 'ਚ ਬੈਠ ਕੇ ਸਵਾਦ ਆ ਗਿਆ। ਪੀ ਵੀ ਰਹੇ ਹੋ, ਖਾ ਵੀ ਰਹੇ ਹੋ ਤੇ ਇੱਕ ਦੂਸਰੇ ਦੀਆਂ ਗੱਲਾਂ ਕੱਟਦੇ ਵੀ ਹੋ ਤੋਂ ਸੁਣਦੇ ਵੀ ਹੋ, ਪਰ ਲੜ ਨਹੀਂ ਰਹੇ। ਤੇ ਸੁਰਿੰਦਰ ਸਿੰਘ ਉੱਪਲ ਨੂੰ ਇਹ ਮਹਿਫਲ ਸੋਹਣੀ ਲੱਗੀ। ਹੁਣ ਮੈਂ ਤੁਹਾਨੂੰ ਇੱਕ ਵਿਗੜੀ ਹੋਈ ਮੰਡੀਰ, ਮੈਂ ਹੁਣ ਤੱਕ ਤਾਂ ਤੁਹਾਨੂੰ ਵਿਗੜੀ ਹੋਈ ਮੰਡੀਰ ਹੀ ਸਮਝਦਾ ਸੀ, ਹੋਰ ਕੁਝ ਨਹੀਂ। ਆਉਂਦਾ ਮੈਂ ਮੁੜ ਕੇ। ਸੁਰਿੰਦਰ ਸਿੰਘ ਉੱਪਰ ਹਾਲ ਵੱਲ ਨੂੰ ਤੁਰਿਆ ਤੇ ਇਹ ਸਾਰੇ ਕਾਮਰੇਡ ਉਸ ਦੀ ਗੱਲ ਸੁਣ ਕੇ ਹੱਸ ਪਏ। ਜਾਣੀ ਕਿ ਗੁਰਦੇਵ ਸਿੰਘ ਦਾ
पिता सी ये सुरेंद्र सिंह उप्पल ते प्रताप दा सहुरा सी। उसदे वापस आउण ते कामरेडा ने प्रताप नूं आख्या कि बापू जी विगड़े होए ने, तुसीं भी हो, सानू सारा पता है। ਉਹ ਕੀ ਪੁੱਤਰਾ, ਤੇ ਨਾਲ ਹੀ ਉਸਨੇ ਆਪਣੀ ਗਲਾਸੀ ਰਮਨਦੀਪ ਵੱਲ ਨੂੰ ਕਰ ਦਿੱਤੀ। ਜਿਸ ਦਿਨ ਬੱਕਰਾ ਰਿੱਝਣ ਦੀ ਸਮੈਲ ਆਵੇ ਉਦਣ ਬਾਪੂ ਜੀ 4 ਵਜੇ ਹੀ ਰਹਿਰਾਸ ਸਾਹਿਬ ਦੇ ਪਹਾੜ ਦੀ ਰੇਲ ਬਣਾ ਦਿੰਦੇ ਨੇ। ਸਾਰੇ ਹੱਸ ਪਏ, ਸਣੇ ਸੁਰਿੰਦਰ ਸਿੰਘ ਉੱਪਲ ਦੇ। ਫਿਰ ਉਹਨਾਂ ਨੂੰ ਲੱਗਦਾ ਕਿ ਜਿਵੇਂ ਟੇਪ ਰਿਕਾਰਡ ਫਾਸਟ ਟਰੈਕ ਤੇ ਚੱਲ ਰਹੀ ਹੋਵੇ। ਆਪਾਂ ਆਪਣੇ ਇਸ ਨੂੰ ਵੀ ਖੁਸ਼ ਰੱਖੀਦਾ, ਸੁਰਿੰਦਰ ਸਿੰਘ ਉੱਪਲ ਬੋਲਿਆ। ਤਦ ਗੱਲਾਂ ਪੰਜਾਬ ਦੇ ਪਿੰਡਾਂ ਦੇ ਵਿੱਚ ਖਪਤ ਹੋ ਰਹੀ ਦੇਸੀ ਸ਼ਰਾਬ ਦੀਆਂ ਉਹਨਾਂ 'ਚ ਹੋਣ ਲੱਗੀਆਂ। ਉੱਥੇ ਤੁਰ ਕੇ ਵਾਰਤਾਲਾਪ ਫਿਰ ਉੱਥੋਂ ਪਿੰਡਾਂ ਤੋਂ ਕੈਨੇਡਾ ਪਹੁੰਚ ਗਈ। ਸੁਰਿੰਦਰ ਸਿੰਘ ਉੱਪਲ ਜਾਣੀ ਪ੍ਰਤਾਪ ਦਾ ਸਹੁਰਾ ਤੇ ਗੁਰਦੇਵ ਸਿੰਘ ਦਾ ਪਿਤਾ ਵੀ ਪੈਗ ਲਾ ਕੇ ਉਹਨਾਂ 'ਚ ਸ਼ਾਮਲ ਹੋ ਗਿਆ। ਕਿਸ ਤਰ੍ਹਾਂ ਆਰਥਿਕ ਤੌਰ ਤੇ ਪੱਕੇ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਧਾਰਮਿਕ ਤੇ ਰਾਜਨੀਤਿਕ ਤਬਦੀਲੀ ਆਉਂਦੀ ਹੈ। ਬਿਕਰਮਜੀਤ ਨੇ ਆਖਿਆ ਕਿ ਇਹ ਸਬਜੈਕਟ ਉੱਪਰ ਕਿਸੇ ਹੋਰ ਬੈਠਕ ਦੇ ਵਿੱਚ ਗੱਲ ਕਰੀਏ। ਕਾਮਰੇਡ ਅਜੇ ਇੱਥੇ ਹੀ ਹੈ। ਉਸ ਦਾ ਇਸ਼ਾਰਾ ਪ੍ਰਤਾਪ ਵੱਲ ਸੀ, ਜੋ ਗੁਰਦੇਵ ਸਿੰਘ ਦਾ ਭਣੋਈਆ ਸੀ ਤੇ ਸੁਰਿੰਦਰ ਸਿੰਘ ਉੱਪਲ ਦਾ ਜਵਾਈ ਸੀ, ਪ੍ਰਤਾਪ, ਜੋ ਟੋਰਾਂਟੋ ਤੋਂ ਇਸ ਮਹਿਫਲ 'ਚ ਆਇਆ ਸੀ। ਤੇ ਸਾਰੇ ਇਸ ਗੱਲ ਲਈ ਸਹਿਮਤ ਹੋ ਗਏ ਕਿ ਚਲੋ ਕੋਈ ਨਹੀਂ, ਆਰਥਿਕ ਤੌਰ ਤੇ ਪੱਕੇ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਧਾਰਮਿਕ ਅਤੇ ਰਾਜਨੀਤਿਕ ਤਬਦੀਲੀ ਕਿਵੇਂ ਆਉਂਦੀ ਹੈ, ਵੀ ਇਹਦੇ ਤੇ ਗੱਲ ਕਰੀਏ। ਇਹ ਹੁੰਦਾ ਵੀ ਹੈ ਦੋਸਤੋ, ਇਹ ਕਹਾਣੀ ਤੋਂ ਬਾਹਰ ਦੀ ਗੱਲ ਹੈ ਕਿ ਜਦੋਂ ਸਾਡੇ ਪੰਜਾਬੀ ਲੋਕ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ ਜਾ ਕੇ ਥੋੜਾ ਜਿਹਾ ਪੈਰੀ ਸਰੀ ਹੋ ਜਾਂਦੇ ਨੇ, ਫਿਰ ਉਹ ਜਾਂ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੇ ਜਾਂ ਫਿਰ ਉੱਥੋਂ ਦੀ ਰਾਜਨੀਤੀ ਵੱਲ ਨੂੰ ਪੈਰ ਧਰਾਵਾ ਸ਼ੁਰੂ ਕਰਨ ਲੱਗ ਪੈਂਦੇ ਨੇ। ਉਦੋਂ ਪਹਿਲਾਂ ਉਹ ਘਰਾਂ ਦੀਆਂ ਕਿਸ਼ਤਾਂ, ਬੱਚਿਆਂ ਦੀ ਪੜ੍ਹਾਈ, ਆਪਣੀ ਜੌਬ ਦੀ ਸੈਟਿੰਗ, ਉੱਥੋਂ ਤੱਕ ਉਹ ਮਸ਼ਰੂਫ ਹੁੰਦੇ ਨੇ। ਖੈਰ, ਸਾਰੇ ਸਹਿਮਤ ਹੋ ਗਏ ਕਿ ਆਪਾਂ ਫਿਰ ਕਿਸੇ ਦਿਨ ਤੇ ਗੱਲਬਾਤ ਕਰਾਂਗੇ ਕਿ ਆਰਥਿਕ ਤੌਰ ਤੇ ਪੱਕੇ ਹੋਣ ਤੋਂ ਬਾਅਦ ਲੋਕਾਂ ਦੇ ਵਿੱਚ ਫਿਰ ਧਾਰਮਿਕ ਤੇ ਰਾਜਨੀਤਿਕ ਤਬਦੀਲੀ ਆਉਂਦੀ ਹੈ। ਜਿੰਨੀ ਦੇਰ ਦਮੜੇ ਨਾ ਹੋਣ ਤੇ ਉਨੀ ਦੇਰ ਨਾ ਧਰਮ ਦੀ ਤੇ ਨਾ ਰਾਜਨੀਤੀ ਦੀ ਕੋਈ ਸਾਰ ਨਹੀਂ ਲੋਕ ਲੈਂਦੇ। ਇਹ ਹੈ ਵੀ ਵੈਸੇ ਇੰਡੀਆ 'ਚ ਵੀ ਹੈ। ਇੰਡੀਆ 'ਚ ਵੀ ਹੁਣ ਦੁਕਾਨਦਾਰ ਆ ਜਾਂ ਹੋਰ ਹੈ, ਮਹਾਜਨ ਲੋਕ ਨੇ, ਉਹਨਾਂ ਨੂੰ ਆਪਣੇ ਬਿਜ਼ਨਸ ਤੱਕ ਸੀਮਤ ਹੈ। ਕਿਹਦੀ ਸਰਕਾਰ ਆਈ, ਕਿਹਦੀ ਨਹੀਂ, ਕਿਹੜੀਆਂ ਪਾਲਿਸੀਆਂ ਰਹੀਆਂ, ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ। ਤੇ ਜਦੋਂ ਭੜੂਕਾ ਪੈਂਦਾ, ਇਕੱਠਾ ਹੀ ਭੜਾਕਾ ਪੈਂਦਾ, ਫਿਰ ਉਹ ਸੋਚਦੇ ਨੇ। ਵੈਸੇ ਧਰਮ ਤੇ ਰਾਜਨੀਤੀ ਤੋਂ ਨਾਲ ਇਹਦੇ ਨਾਲ ਵੀ ਸਾਨੂੰ ਆਪਣੀ ਆਰਥਿਕਤਾ ਭਾਵੇਂ ਸਾਡੀ ਮਜ਼ਬੂਤ ਹੈ ਜਾਂ ਨਹੀਂ, ਇਹਦੇ ਬਾਰੇ ਵਾਸਤਾ ਹੋਣਾ ਚਾਹੀਦਾ, ਕਿਉਂਕਿ ਕੈਨੇਡਾ, ਅਮਰੀਕਾ 'ਚ ਕੋਈ ਹੋਰ ਰੱਬ ਨਹੀਂ ਹੈ। ਉੱਥੇ ਪੋਲੀਟੀਕਲ ਸਿਸਟਮ ਬਿਹਤਰ ਹੈ, ਇਸ ਕਰਕੇ ਉੱਥੇ ਸਮੱਸਿਆਵਾਂ ਇੰਨੀਆਂ ਨਹੀਂ ਹੈ ਜਿੰਨੀਆਂ ਇੰਡੀਆ, ਪਾਕਿਸਤਾਨ ਵਰਗੇ ਮੁਲਕਾਂ 'ਚ ਨੇ। ਖੈਰ, ਸਾਰਿਆਂ ਨੂੰ ਇੱਕ ਹੋਰ ਡਰਿੰਕ ਪਾਓ। ਰਮਨਦੀਪ ਨੇ ਆਖਿਆ ਕਿ ਨਵੇਂ ਡਰਿੰਕ ਨਾਲ ਨਵੇਂ ਵਿਚਾਰੋਂ ਮੁੜ ਪੈਣਗੇ। ਚੱਕੋ ਕਾਮਰੇਡੋ, ਕਰੋ ਗਲਾਸ ਖਾਲੀ। ਚਾਹ ਦਾ ਆਖਰੀ ਘੁੱਟ ਭਰ ਕੇ ਗੁਰਦੇਵ ਸਿੰਘ ਨੇ ਢੱਕਣ ਥਰਮਸ ਉੱਪਰ ਕੱਸ ਦਿੱਤਾ, ਕਿਉਂਕਿ ਗੁਰਦੇਵ ਸਿੰਘ ਅਸਲ ਦੇ ਵਿੱਚ ਇੱਥੇ ਸੂਤਰਧਾਰ ਹੈ। ਉਹ ਉੱਥੇ ਸਿਕਿਉਰਿਟੀ ਦੀ ਜੌਬ ਕਰ ਰਿਹਾ ਤੇ ਆਪਣੇ ਘਰ ਲੱਗੀਆਂ ਮਹਿਫਲਾਂ ਨੂੰ ਉਹ ਪੇਸ਼ ਕਰ ਰਿਹਾ। ਇਹਨੂੰ ਸੂਤਰਧਾਰ ਕਿਹਾ ਜਾਂਦਾ ਹੈ। ਤੇ ਇਹ ਉਹਦੇ ਮਨ 'ਚ ਖਿਆਲ ਆਉਂਦੇ ਨੇ, ਉਹ ਸੀਨ ਘੁੰਮ ਰਿਹਾ ਬੈਕਗਰਾਉਂਡ, ਜਿਵੇਂ ਫਿਲਮ 'ਚ ਹੁੰਦੇ ਨਾ। ਤੇ ਇਸ ਦੌਰਾਨ ਚਾਹ ਦਾ ਆਖਰੀ ਘੁੱਟ ਭਰ ਕੇ ਗੁਰਦੇਵ ਸਿੰਘ ਨੇ ਢੱਕਣ ਥਰਮਸ ਤੇ ਰੱਖ ਦਿੱਤਾ ਤੇ ਟੱਚ ਟਾਰਚ ਲੈ ਕੇ ਉਹ ਫਿਰ ਤੁਰ ਪਿਆ। ਤੇ ਫੈਕਟਰੀ ਦੇ ਵਿੱਚੋਂ ਵੱਖੋ ਵੱਖਰੀਆਂ ਥਾਵਾਂ ਤੇ ਵੱਢਣ ਲੱਗੇ ਸਨ, ਜਿਨ੍ਹਾਂ ਨੂੰ ਇਸ ਟੱਚ ਟਾਰਚ ਦਾ ਇੱਕ ਸਿਰਾ ਛੋਹਣ ਦੇ ਨਾਲ ਗੁਰਦੇਵ ਸਿੰਘ ਦੀ ਹਾਜ਼ਰੀ ਲੱਗੀ ਸੀ। ਤੇ ਇੱਕ ਬਟਨ ਤੋਂ ਦੂਜੇ ਬਟਨ ਤੱਕ ਜਾਣ ਸਮੇਂ ਦਾ 2-3 ਮਿੰਟ ਦਾ ਸਮਾਂ ਸੀ। ਇੰਜ ਇੱਕ ਅੱਧੇ ਘੰਟੇ ਪਿੱਛੋਂ ਉਸ ਨੂੰ ਇਹ ਚੱਕਰ ਪੂਰਾ ਕਰਨਾ ਪੈਂਦਾ, ਜਾਣੀ ਟੱਚ ਟਾਰਚ ਤੇ ਉਸ ਨੂੰ ਹਰ ਜਗ੍ਹਾ ਆਪਣਾ ਟੱਚ ਦੇਣਾ ਪੈਂਦਾ ਕਿ ਉਹ ਡਿਊਟੀ ਤੇ ਹੈ। ਤੇ ਇਸ ਤੋਂ ਪਹਿਲਾਂ ਗੁਰਦੇਵ ਸਿੰਘ ਫਰਨੀਚਰ ਬਣਾਉਣ ਦੀ ਫੈਕਟਰੀ 'ਚ ਕੰਮ ਕਰਦਾ ਸੀ। ਜਦੋਂ ਫੈਕਟਰੀ ਦੇ ਵਿੱਚੋਂ ਲੇ ਆਫ ਹੋ ਗਿਆ ਤਾਂ ਉਸਨੇ ਇੱਕ ਬ੍ਰੈਡ ਬਣਾਉਣ ਵਾਲੀ ਬੇਕਰੀ 'ਚ ਕੰਮ ਕੀਤਾ। ਇਸ ਦੌਰਾਨ ਫਿਰ ਉਸਨੇ ਵਾਲ ਕਟਾ ਲਏ ਸਨ ਬੇਕਰੀ ਕਰਕੇ। ਸਭ ਤੋਂ ਪਹਿਲਾਂ ਉਸਨੇ ਵਾਲ ਕੈਨੇਡਾ ਆ ਕੇ ਗੁਰਦੇਵ ਸਿੰਘ ਨੂੰ ਕਰਾਏ ਸੀ। ਇੱਥੇ ਪੱਕੇ ਹੋਣ ਲਈ ਉਸਨੇ ਇੱਕ ਗੋਰੀ ਨਾਲ ਵਿਆਹ ਕਰਾਉਣ ਸਮੇਂ ਵਾਲ ਕਟਾਏ ਸਨ। ਉਸ ਸਮੇਂ ਗੋਰੀ ਦੇ ਨਾਲ ਉਹ ਸਿਗਰਟਾਂ ਵੀ ਪੀ ਲੈਂਦਾ ਸੀ। ਉਸ ਦੇ ਮਨ ਦੇ ਸ਼ੀਸ਼ੇ ਉੱਪਰ ਇੱਕ ਪੰਜਾਬੀ ਸੱਭਿਆਚਾਰ ਦੀ ਛਾਪ ਸੀ, ਜਿਸ ਨੂੰ ਉਹਨੇ ਕਦੇ ਮੱਧਮ ਨਹੀਂ ਸੀ ਹੋਣ ਦਿੱਤਾ ਕਿ ਵਾਲ ਰੱਖਣੇ ਨੇ, ਪੱਗ ਬੰਨ੍ਹਣੀ ਹੈ। ਉਸ ਨੂੰ ਅਣਕਹੀ ਤੇ ਅਣਸਮਝੀ ਖੁਸ਼ੀ ਦਿੰਦੇ ਸਨ ਪੰਜਾਬੀ ਸੱਭਿਆਚਾਰ ਦੀ ਦਸਤਾਰ ਸਜਾਉਣਾ ਤੇ ਵਾਲ ਰੱਖਣੇ। ਤੇ ਉਸ ਦੌਰਾਨ ਉਹ ਆਪਣੇ ਆਪ ਨੂੰ ਪੂਰਨ ਸਮਝਦਾ ਸੀ ਤੇ ਇਹਨਾਂ ਵਾਲਾਂ ਤੇ ਦਸਤਾਰ ਤੋਂ ਬਿਨਾਂ ਆਪਣੇ ਆਪ ਨੂੰ ਅੱਧਾ ਅਧੂਰਾ ਸਮਝਦਾ ਸੀ। ਹੁਣ ਉਸ ਦੀ ਯੂਨੀਅਨ ਦੇ ਵਿੱਚ ਨੌਕਰੀ ਪੱਕੀ ਹੋ ਗਈ। ਉਹ ਸੋਚਦਾ ਕਿ ਜਦੋਂ ਨਿਊਯਾਰਕੀਆਂ ਦੇ ਚੁਬਾਰੇ ਡਿੱਗੇ, ਜਾਣੀ ਅਮਰੀਕਾ 'ਚ ਸੀਗਾ ਇਹ ਆਪਣਾ ਗੁਰਦੇਵ ਸਿੰਘ, ਕੈਨੇਡਾ 'ਚ ਨਹੀਂ, ਟੋਰਾਂਟੋ ਤੋਂ ਦਾ ਭਣੋਈਆ ਪ੍ਰਤਾਪ ਉੱਥੇ ਆਇਆ ਸੀ। ਤੇ
ਉਸ ਦੀ ਜਦੋਂ ਯੂਨੀਅਨ ਦੇ ਵਿੱਚ ਨੌਕਰੀ ਪੱਕੀ ਹੋ ਗਈ ਤਾਂ ਉਹ ਸੋਚਦਾ ਕਿ ਜਦੋਂ ਨਿਊਯਾਰਕੀਆਂ ਦੇ ਚੁਬਾਰੇ ਡਿੱਗੇ ਉਦੋਂ ਬੜਾ ਸੂਤ ਆਇਆ। ਉਹ ਹੋਇਆ ਸੀ ਨਾ ਵਰਲਡ ਟ੍ਰੇਡ ਸੈਂਟਰ, ਹੈ ਨਾ, ਉਸ ਵਕਤ ਦਾ ਸ਼ਾਇਦ ਇਹ ਮੇਰਾ ਖਿਆਲ ਹੋਵੇ ਸੀਨ। ਤੇ ਕਹਿੰਦਾ ਜਦੋਂ ਨਿਊਯਾਰਕੀਆਂ ਦੇ ਚੁਬਾਰੇ ਡਿੱਗੇ ਤਾਂ ਉਦੋਂ ਉਸ ਦਾ ਬੜਾ ਸੂਤ ਆਇਆ। ਸਿਕਿਉਰਿਟੀ ਬਹੁਤ ਵਧਾ ਦਿੱਤੀ, ਇਸ ਕਰਕੇ ਲੇ ਆਫ ਹੋਣ ਦੇ ਚਾਂਸ ਘਟ ਗਏ। ਇਸੇ ਦੌਰਾਨ ਸੰਤ ਬਾਬਾ ਭੌਰਾ ਮੱਲ ਸ਼੍ਰੀ ਵਿਖੇ 108 ਨਿਸ਼ੰਗੀ ਵਾਲੇ ਆਏ। ਉਸ ਸਮੇਂ ਦੌਰਾਨ ਹੀ ਸੰਤ ਬਾਬਾ ਭੌਰਾ ਮੱਲ ਸ਼੍ਰੀ 108 ਨਿਸ਼ੰਗੀ ਵਾਲੇ ਆਏ। ਉਹਨਾਂ ਦੀ ਨਿਤਨੇਮ ਨਾਲ ਸੁਣੀ ਕਥਾ ਕੀਰਤਨ ਨੇ ਗੁਰਦੇਵ ਸਿੰਘ ਦੇ ਮਨ ਦੇ ਵਿੱਚ ਇੱਕ ਵਾਰੀ ਫਿਰ ਉਬਾਲ ਲਿਆਂਦਾ, ਜਿਸ ਤੋਂ ਪ੍ਰਭਾਵਿਤ ਹੋ ਕੇ ਗੁਰਦੇਵ ਸਿੰਘ ਨੇ ਫਿਰ ਦਾੜੀ ਕੇਸ ਰੱਖ ਲਏ ਤੇ ਮਹੀਨਾ ਕੁ ਹੋਇਆ ਸੀ ਰੱਖਿਆ ਨੂੰ, ਕੇਰਾਂ ਉਸ ਨੂੰ ਤਲਵੰਡੀ ਵਾਲਾ ਧੀਰਾ ਮਿਲ ਪਿਆ। ਉਹ ਇਕੱਠੇ ਫਰਨੀਚਰ ਦੀ ਫੈਕਟਰੀ 'ਚ ਕੰਮ ਕਰਦੇ ਸਨ। ਕੀ ਗੱਲ ਬਾਈ ਗੁਰਦੇਵ ਸਿੰਘ, ਫਿਰ ਸਰੂਪ ਬਦਲਿਆ? ਖੈਰ ਜੇ, ਸੁਣਿਆ ਅੱਜ ਕੱਲ ਸਾਲੀ ਆਈ ਹੋਈ ਜੇ। ਤੇ ਤਲਵੰਡੀ ਵਾਲੇ ਧੀਰੇ ਨੇ ਉਸ ਨੂੰ ਟੋਕਿਆ। ਅੱਗੋਂ ਗੁਰਦੇਵ ਸਿੰਘ ਵੀ ਕਿਹੜਾ ਘੱਟ ਸੀ, ਉਸਨੇ ਧੀਰੇ ਦੀ ਨਕਲ ਲਾਈ। ਹਾਂ, ਤੁਹਾਡੀ ਭੈਣ ਜੀ ਆਈ ਹੋਈ ਹੈ। ਜੇ ਮਹਾਰਾਜ ਤੇਰੇ ਤੇ ਕਿਰਪਾ ਦ੍ਰਿਸ਼ਟੀ ਕਰਨ ਭਾਈ, ਤੈਨੂੰ ਵੀ ਮਲੇਸ਼ ਜੀਵਨ ਤੋਂ ਛੁਟਕਾਰਾ ਮਿਲ ਜਾਵੇ। ਰੱਖਣ ਲਈ ਹਿਆਂ ਚਾਹੀਦਾ ਹੈ, ਗੁਰੂ ਦੀ ਮੋਹਰ ਹੈ, ਗੁਰੂ ਦੇ ਲੜ ਲੱਗਿਆ ਜੀਵਨ ਬਦਲ ਜਾਂਦਾ। ਤੇ ਗੁਰਦੇਵ ਸਿੰਘ ਨੇ ਉਸ ਨੂੰ ਏਦਾਂ ਧਾਰਮਿਕ ਨਜ਼ਰੀਏ ਨਾਲ ਕਟਾਕਸ਼ ਕੀਤਾ। ਸਾਡੀ ਹੋਏਗੀ ਨਾ ਤਦ ਹੀ ਰੱਖਾਂਗੇ, ਸਾਡੀ ਤੇ ਹੈ ਹੀ ਨਹੀਂ, ਰੱਖੀ ਕਿਸ ਤਰ੍ਹਾਂ? ਆਪਣੇ ਵਾਲੀ ਤਾਂ ਯਾਰ 4 ਦਿਨ ਪਹਿਲਾਂ ਹੀ ਛੱਡ ਗਈ, ਮੋੜ ਦਿਆਂਗੇ ਸੂ। ਸਾਲੀ ਹੈ, ਕੋਈ ਜਨੌਰ ਤਾਂ ਨਹੀਂ ਕਿ ਤੈਨੂੰ ਦੇ ਦਿਆਂ। ਨਾਲੇ ਉਹ ਤੇਰੇ ਵਰਗੇ ਨੂੰ ਤੇ ਕੋਈ ਪਸ਼ੂ ਵੀ ਨਾ ਦੇ, ਤੂੰ ਮੈਥੋਂ ਸਾਲੀ ਮੰਗਦਾ ਮੇਰੀ? ਕੋਈ ਤਵਾਰ ਥੋੜਾ ਤੇਰਾ, ਆਹ ਗੱਲਾਂ ਕਰਦਾ ਪਿਆ ਜੇ। ਉਹ ਬੜਾ ਚਿਰ ਇਸ ਤਰ੍ਹਾਂ ਤਲਵੰਡੀ ਵਾਲਾ ਧੀਰਾ ਤੇ ਗੁਰਦੇਵ ਸਿੰਘ ਜਬਲੀਆਂ ਮਾਰਦੇ ਰਹੇ। ਆਪਣੀ ਗੱਲਾਂ ਨੂੰ ਉਹ ਯਾਦ ਕਰਕੇ ਡਿਊਟੀ ਤੇ ਫੇਰ ਹੱਸਿਆ। ਉਸ ਨੂੰ ਬਿਲਕੁਲ ਉਸ ਤਰ੍ਹਾਂ ਜਾਪਿਆ ਕਿ ਜਦੋਂ ਰਮਨਦੀਪ ਕਹਿ ਰਿਹਾ ਸੀ ਕਿ ਮੇਰੇ ਕੋਲ ਇਸ ਦਾ ਇਲਾਜ ਹੈ। ਤੇ ਉਸ ਰਾਤ ਗੱਲ ਤੁਰ ਪਈ ਕਿ ਵਿਆਹ ਦੇ 15-20 ਸਾਲ ਬਾਅਦ ਵੱਡੀ ਗਿਣਤੀ ਦੇ ਵਿੱਚ ਵਿਆਹੇ ਹੋਏ ਜੋੜੇ ਆਪਣੇ ਜੀਵਨ ਤੋਂ ਉਕਤਾ ਕਿਉਂ ਜਾਂਦੇ ਨੇ? ਉਹਨਾਂ ਅੰਦਰ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਅਪਰਾਮਤਾ ਕਿਉਂ ਆ ਜਾਂਦੀ ਹੈ? ਕੁਝ ਆਪਣੇ ਮਨ ਨਾਲ ਸਮਝੌਤਾ ਕਰ ਲੈਂਦੇ ਨੇ ਤੇ ਕੁਝ ਆਪਣੇ ਪਤੀ ਪਤਨੀ ਦੇ ਰੂਪ ਦੇ ਵਿੱਚ ਲੜਨ ਝਗੜਨ ਸ਼ੁਰੂ ਕਰ ਦਿੰਦੇ ਨੇ। ਔਰਤਾਂ ਸਮਝਦੀਆਂ ਨੇ ਕਿ ਸਾਡੀ ਜ਼ਿੰਦਗੀ ਨਿਆਣਿਆਂ ਦੇ ਡੈਪਰ ਬਦਲਦਿਆਂ ਲੰਘੀ, ਘਰ ਦਾ ਕੰਮ ਕਰਦਿਆਂ ਲੰਘੀ। ਆਦਮੀ ਸਮਝਦੇ ਨੇ ਕਿ ਸਾਡੀ ਘਰ ਦੀਆਂ ਥੋੜ੍ਹਾ ਨੇ ਸਾਡੀ ਮੱਤ ਮਾਰ ਰੱਖੀ ਹੈ। ਸਭ ਆਪਣੇ ਆਪਣੇ ਥਾਂ ਦੁਖੀ ਨੇ, ਪਤਨੀ ਪਤੀ। ਜਿੱਥੇ ਸਾਲੀਆਂ ਤੇ ਭਰਜਾਈਆਂ ਨਾਲ ਹਾਸੇ ਮਸ਼ਕੂਲੇ ਚੱਲਦੇ ਹੋਣ, ਉੱਥੇ ਜੀਵਨ ਦੇ ਵਿੱਚ ਕੁਝ ਰੰਗੀਨ ਨਹੀਂ ਰਹਿੰਦੀ ਹੈ। ਕਿਉਂ? ਇਸ ਦੇ ਜਵਾਬ ਵਜੋਂ ਰਮਨਦੀਪ ਨੇ ਆਖਿਆ ਕਿ ਮੇਰੇ ਕੋਲ ਇਸ ਗੱਲ ਦਾ ਇਲਾਜ ਹੈ ਕਿ ਇਹ ਲੜਾਈ ਕਿਵੇਂ ਰੁਕ ਸਕਦੀ ਹੈ ਹਸਬੈਂਡ ਵਾਈਫ ਦੀ। ਤੇ ਸਾਰਿਆਂ ਦੇ ਕੰਨ ਰਮਨਦੀਪ ਵੱਲ ਹੋ ਗਏ। ਬਹੁਤ ਦੇਰ ਉਹ ਚੁੱਪਚਾਪ ਬੈਠਾ ਮੁਰਗਾ ਛਕਦਾ ਰਿਹਾ, ਲੱਤਾਂ ਚੂੰਡਦਾ ਰਿਹਾ ਚਿਕਨ ਦੀਆਂ, ਤੇ ਫਿਰ ਉਹ ਦਾਰੂ ਪੀ ਰਿਹਾ। ਅੱਧੀ ਬੋਤਲ ਤੂੰ ਕੱਲਾ ਹੀ ਡਕਾਰ ਗਿਆ। ਇਸ ਦਾ ਇਲਾਜ ਤਾਂ ਸੁਣ ਦੱਸ ਕਿ ਕਿਉਂ ਆਪਸ ਦੇ ਪਤੀ ਪਤਨੀ ਦੇ ਝਗੜੇ ਕਿਵੇਂ ਸੁਲਝਣਗੇ। ਤੇਰੇ ਵਾਲਾ ਸਾਥੋਂ ਨਹੀਂ ਕਰ ਹੋਣਾ, ਉਹ ਤੋਂ ਬਖਸ਼ੀ। ਰਮਨਦੀਪ ਬੋਲਿਆ। ਕਈ ਪ੍ਰਤੀਕਰਮ ਪੇਸ਼ ਹੋ ਗਏ। ਕੁਝ ਸਾਲ ਹੋ ਗਏ ਰਮਨਦੀਪ ਦਾ ਵੀ ਤਲਾਕ ਹੋਇਆ ਸੀ। ਰਮਨਦੀਪ ਦੇ ਤਲਾਕ ਦਾ ਕਾਰਨ ਵੀ ਸ਼ਰਾਬ ਸੀ। ਉਸਨੇ ਸਭ ਦੀ ਅਣਸੁਣੀ ਕਰਦਿਆਂ ਆਪਣੀ ਗੱਲ ਜਾਰੀ ਰੱਖੀ। ਇਹ ਸਾਰੇ ਪਤੀ ਪਤਨੀ ਦੇ ਝਗੜਿਆਂ ਦਾ ਇੱਕ ਇਲਾਜ ਹੈ। ਸਭ ਤੋਂ ਛੋਟਾ ਬੱਚਾ ਜਦੋਂ ਹਾਈ ਸਕੂਲ ਖਤਮ ਕਰ ਲਵੇ ਤਦ 1 ਸਾਲ ਬਾਅਦ ਗਵਰਨਮੈਂਟ ਦੀ ਤਰਫੋਂ ਪਤੀ ਪਤਨੀ ਨੂੰ ਇੱਕ ਦੂਜੇ ਤੋਂ ਅਲੱਗ ਹੋਣ ਦਾ ਨੋਟਿਸ ਆ ਜਾਣਾ ਚਾਹੀਦਾ। ਪਰ ਉਹਨਾਂ ਦੀ ਰਿਕੁਐਸਟ ਤੇ ਉਹਨਾਂ ਨੂੰ 1-2 ਸਾਲ ਦੀ ਐਕਸਟੈਂਸ਼ਨ ਮਿਲ ਜਾਣੀ ਚਾਹੀਦੀ ਹੈ। ਐਕਸਟੈਂਸ਼ਨ ਦੇਣ ਤੋਂ ਪਹਿਲਾਂ ਕਾਰਨ ਦੱਸੋ ਨੋਟਿਸ ਵੀ ਆਉਣਾ ਚਾਹੀਦਾ। ਇਸ ਦੇ ਵਿੱਚ ਉਹ ਆਪਣਾ ਹਾਲ ਬਿਆਨ ਕਰਨ। ਪਿਛਲੇ ਸਮੇਂ ਹੋਈ ਕਾਰਗੁਜ਼ਾਰੀ ਨੂੰ ਦੇਖਦਿਆਂ ਉਸ ਨੂੰ ਮੋਹਲਤ ਮਿਲਣੀ ਹੈ ਜਾਂ ਨਹੀਂ। ਹੁਣ ਉਹਨਾਂ ਦੀਆਂ ਪਤਨੀਆਂ ਨੇ ਫਿਰ ਆਨੇ ਬਹਾਨੇ ਇਸ ਕਾਮਰੇਡਾਂ ਦੀ ਮਹਿਫਲ ਵੱਲ ਨੂੰ ਸ਼ਮੂਲੀਅਤ ਕਰ ਲਈ। ਜੇਕਰ ਸ਼ੱਕ ਪੈ ਜਾਏ ਕਿ ਇਹਨਾਂ ਨੇ ਕਦੇ ਅਲੱਗ ਨਹੀਂ ਹੋਣਾ ਤਾਂ ਉਹਨਾਂ ਦੇ ਦਿਮਾਗ ਦਾ ਡਾਕਟਰੀ ਮੁਆਇਨਾ ਕਰਕੇ ਉਹਨਾਂ ਨੂੰ ਪਾਗਲ ਕਰਾਰ ਦਿੱਤਾ ਜਾਏ। ਉਹਨਾਂ ਨੂੰ ਛੂਤ ਦੀ ਬਿਮਾਰੀ ਨਾਲ ਪੀੜਤ ਸਮਝ ਕੇ ਇਕੱਲਿਆਂ ਕਰ ਦਿੱਤਾ ਜਾਵੇ। ਉਹ ਰੁਕਿਆ ਨਹੀਂ। ਐ ਨਹੀਂ ਗੱਲ ਬਣਨੀ, ਇੱਕ ਡਰਿੰਕ ਹੋਰ ਪਾਓ। ਤੇ ਉਹ ਜਾਣੀ ਇਲਾਜ ਦੱਸਦਾ ਹੋਇਆ ਰਮਨਦੀਪ ਹੋਰ ਇੱਕ ਡਰਿੰਕ ਪਾਉਣ ਲੱਗਿਆ। ਸਾਰੇ ਤੀਵੀਆਂ ਤੇ ਆਦਮੀ ਜੋ ਉਸ ਮਹਿਫਲ ਸਨ ਰਮਨਦੀਪ ਦੀ ਇਸ ਪਤੀ ਪਤਨੀ ਦੇ ਝਗੜੇ ਦੇ ਇਲਾਜ ਤੋਂ ਖੁਸ਼ ਵੀ ਸਨ ਤੇ ਹੱਸ ਵੀ ਸਨ। ਨਛੱਤਰ ਨੂੰ ਜਾਪਿਆ ਕਿ ਕਾਮਰੇਡ ਹੁਣ ਕਮਲ ਕੁੱਟਣ ਲੱਗ ਪਏ।
ਨਛੱਤਰ ਨੇ ਆਪਣੀ ਘਰਵਾਲੀ ਨੂੰ ਉੱਠ ਕੇ ਤੁਰਨ ਦਾ ਇਸ਼ਾਰਾ ਕੀਤਾ, ਪਰ ਉਹ ਬੈਠਣਾ ਚਾਹੁੰਦੀ ਸੀ, ਪਰ ਉਹ ਵੀ ਉੱਠ ਕੇ ਤੁਰ ਪਈ। ਉਹ ਵੀ ਮਤਲਬ ਕਾਮਰੇਡਾਂ ਦੀ ਇਸ ਮਹਿਫਲ ਦਾ ਲੁਤਫ ਲੈਣਾ ਚਾਹੁੰਦੀ ਸੀ। ਚੰਗਾ ਜੀ, ਫੇਰ ਮਿਲਾਂਗੇ। ਉਸਨੇ ਗੁਰਦੇਵ ਸਿੰਘ ਨੂੰ ਆਖਿਆ, ਭਾਜੀ ਹੋਰਾਂ ਨੂੰ ਵੀ ਸਾਡੇ ਵੱਲ, ਜਾਣੀ ਕਿ ਪ੍ਰਤਾਪ ਨੂੰ ਸਾਡੇ ਵੱਲ ਵੀ ਲੈ ਕੇ ਆਓ। ਐ ਨਹੀਂ ਬਈ, ਰੋਟੀ ਖਾਧੇ ਬਿਨਾਂ ਨਹੀਂ ਜਾਣਾ। ਉਸਨੇ ਠਾਹ ਕਰਕੇ ਦਰਵਾਜ਼ਾ ਬੰਦ ਕਰ ਦਿੱਤਾ। ਗੁਰਦੇਵ ਦੀ ਆਵਾਜ਼ ਨਛੱਤਰ ਸਿੰਘ ਨੇ ਨਹੀਂ ਸੁਣੀ, ਪਰ ਗੁਰਦੇਵ ਨੇ ਖੁਦ ਸੁਣੀ। ਉਸਨੂੰ ਜਾਪਿਆ ਕਿ ਇਹ ਆਵਾਜ਼ ਮੇਰੀ ਨਹੀਂ ਹੈ। ਉਹ ਗੱਲ ਸੁਣ। ਉਸਦੇ ਖਿਆਲਾਂ ਦੀ ਲੜੀ ਟੁੱਟੀ ਤੇ ਉਸਨੇ ਫਿਰ ਗੁਰਦੇਵ ਸਿੰਘ ਨੇ ਪਛਾਣ ਨੂੰ ਸਿਰ ਘੁਮਾ ਕੇ ਵੇਖਿਆ ਕਿ ਇੱਕ ਕਾਲੇ ਰੰਗ ਦਾ ਹੰਮਰ ਸੜਕ ਦੇ ਗੇਟ ਤੋਂ ਹਟਵਾਂ ਖੜਾ ਸੀ, ਪਰ ਗੇਟ ਦੇ ਮੂਹਰੇ ਖੜਾ ਸੀ। ਉਦੋਂ ਪੌ ਫੁੱਟ ਰਹੀ ਸੀ। ਗੁਰਦੇਵ ਸਿੰਘ ਨੂੰ ਚੌਕੀਦਾਰ ਦੀ ਡਿਊਟੀ ਕਰਦਿਆਂ ਹੈਰਾਨੀ ਹੋਈ। ਉਸਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਆਦਮੀ ਸਾਫ਼ ਨਜ਼ਰ ਆ ਰਿਹਾ, ਹੱਟਾ ਕੱਟਾ ਕਾਲੇ ਰੰਗ ਦਾ, ਹੰਮਰ ਨਾਲ ਪਿੱਠ ਜੋੜੀ ਖੜਾ ਹੈ। ਗੁਰਦੇਵ ਸਿੰਘ ਨੂੰ ਆਵਾਜ਼ਾਂ ਮਾਰ ਰਿਹਾ, ਓਏ ਗੱਲ ਸੁਣ। ਗੁਰਦੇਵ ਸਿੰਘ ਆਪਣੇ ਇਸ ਕਾਮਰੇਡਾਂ ਦੀ ਮਹਿਫਲ ਦੇ ਸੁਪਨਿਆਂ 'ਚ ਮਸ਼ਰੂਫ ਸੀ। ਤਾਰਾਂ ਵਾਲਾ ਗੇਟ ਦੇ ਅੰਦਰ ਖੜ ਕੇ ਗੁਰਦੇਵ ਸਿੰਘ ਨੇ ਪੁੱਛਿਆ, ਦੱਸੋ ਜਨਾਬ, ਕੀ ਗੱਲ ਹੈ? ਮੈਂ ਤੁਹਾਡੀ ਕੀ ਖਿਦਮਤ ਕਰ ਸਕਦਾ? ਉਹ ਬੰਦਾ ਜਦੋਂ ਹੰਮਰ ਕੋਲ ਖੜਾ ਸੀ, ਤੈਂ ਸਾਡੀ ਨੌਕਰੀ ਕਰਨੀ ਹੈ? ਹੁਣ ਤੈਨੂੰ ਜੋ ਪੈਸੇ ਮਿਲਦੇ ਅਸੀਂ ਉਸ ਤੋਂ ਜ਼ਿਆਦਾ ਦੇਵਾਂਗੇ। ਉਹ ਆਦਮੀ ਜ਼ੀਰੋ ਐਵਨਿਊ ਦੇ ਉੱਪਰ ਦੱਖਣ ਵੱਲ ਜੋ ਅਮਰੀਕਨ ਇਲਾਕਾ ਹੈ ਉੱਥੇ ਖੜਾ ਸੀ। ਗੁਰਦੇਵ ਸਿੰਘ ਜ਼ੀਰੋ ਐਵਨਿਊ ਦੇ ਉੱਤਰ ਵਾਲੇ ਪਾਸੇ ਖੜਾ ਸੀ, ਜੋ ਕੈਨੇਡਾ ਦਾ ਇਲਾਕਾ ਹੈ। ਅੱਜ ਪਹਿਲੀ ਵਾਰ ਗੁਰਦੇਵ ਸਿੰਘ ਨੂੰ ਲੱਗਾ ਕਿ ਕੈਨੇਡਾ ਤੇ ਅਮਰੀਕਾ ਕਿੰਨੇ ਨੇੜੇ ਨੇ। ਵਿਚਕਾਰ ਸਿਰਫ ਇੱਕ ਸੜਕ ਲੰਘਦੀ ਹੈ ਜਿਸ ਦਾ ਨਾਂ ਜ਼ੀਰੋ ਐਵਨਿਊ ਆ। ਉਸਨੇ ਸੁਣਿਆ ਹੋਇਆ ਸੀ ਕਿ ਅਮਰੀਕਨ ਕਾਬਲੀਅਤ ਭਰਪੂਰ ਲੋਕਾਂ ਨੂੰ ਦੁਨੀਆ ਭਰ ਦੇ ਵਿੱਚੋਂ ਪੈਸੇ ਦਾ ਲਾਲਚ ਦੇ ਕੇ ਅਮਰੀਕਾ ਸੱਦ ਲੈਂਦੇ ਨੇ। ਤੁਸੀਂ ਅਮਰੀਕਾ ਦੇ ਵਿੱਚ ਹੋ ਤੇ ਮੈਂ ਇੱਧਰ ਕੈਨੇਡਾ ਦੇ ਵਿੱਚ ਹਾਂ। ਮੈਂ ਅਮਰੀਕਾ ਦੇ ਵਿੱਚ ਆ ਕੇ ਕਿਵੇਂ ਨੌਕਰੀ ਕਰ ਸਕਦਾ? ਗੁਰਦੇਵ ਸਿੰਘ ਬੋਲਿਆ, ਤੂੰ ਇਸ ਗੱਲ ਦਾ ਫਿਕਰ ਨਾ ਕਰ, ਸਾਡੀ ਕੰਪਨੀ ਨੂੰ ਤੁਹਾਡੇ ਜਿਹੇ ਇਮਾਨਦਾਰ ਲੋਕਾਂ ਦੀ ਜ਼ਰੂਰਤ ਹੈ। ਉਹ ਰੋਕ ਕੇ ਬੋਲਿਆ, ਇਮਾਨਦਾਰ? ਉਸਨੇ ਆਪਣੇ ਲਫ਼ਜ਼ਾਂ ਉੱਪਰ ਜ਼ੋਰ ਦਿੱਤਾ। ਸਮਝਦਾ ਨਾ, ਇਮਾਨਦਾਰ। ਜਨੂਨੀ ਕਿਸਮ ਦੇ ਲੋਕ ਜ਼ਰੂਰੀ ਨਹੀਂ ਕਿ ਇਮਾਨਦਾਰ ਹੋਣ, ਭਲੇ ਮਾਨਸ ਵੀ ਜ਼ਰੂਰੀ ਨਹੀਂ ਕਿ ਇਮਾਨਦਾਰ ਹੋਣ, ਹੁਕਮਬਰਦਾਰ ਹੋਣ। ਅਸੀਂ ਸਿਰਫ ਹੁਕਮਬਰਦਾਰ ਨੂੰ ਹੀ ਇਮਾਨਦਾਰ ਸਮਝਦੇ ਹਾਂ। ਤੁਸੀਂ ਲੋਕ? ਉਸਨੇ ਗੁਰਦੇਵ ਸਿੰਘ ਦੇ ਲਿਬਾਸ ਵੱਲ ਇਸ਼ਾਰਾ ਕੀਤਾ। ਮੈਂ ਜਾਣਦਾ ਹਾਂ ਇਮਾਨਦਾਰ ਹੋ, ਪਰ ਉਹ ਤੁਹਾਡਾ ਸ਼ੇਰ ਜਿਹੜਾ ਕੁੱਤਾ, ਫਿਰ ਉਸ ਦਾ ਕੀ ਬਣੇਗਾ? ਜਾਣੀ ਉਹ ਜਿਹੜਾ ਗੁਰਦੇਵ ਸਿੰਘ ਦੇ ਬਰਾਬਰ ਉਹ ਕੁੱਤਾ ਸੀ ਜਿਸ ਫੈਕਟਰੀ ਦਾ ਜਾਂ ਘਰ ਦਾ, ਉਸ ਘਰ ਦਾ ਉਹ ਮਾਲਕ ਸੀਗਾ ਜੋ ਬਲੈਕ ਹੰਮਰ ਦੇ ਵਿੱਚ ਖੜਾ ਸੀ। ਤੁਹਾਡੇ ਕੋਲ ਤਾਂ ਸ਼ੇਰ ਜਿਹੜਾ ਕੁੱਤਾ, ਉਸ ਕੁੱਤੇ ਦਾ ਕੀ ਬਣੇਗਾ? ਕੁੱਤਾ ਕਾਲਾ ਕੋਟ ਪੈਂਟ ਪਹਿਨੀ, ਚਿੱਟੀ ਕਮੀਜ਼ ਵਾਲਾ ਆਮਦਨੀ ਝੁੰਝਲਾ। ਸਾਡੇ ਕੋਲ ਕੋਈ ਕੁੱਤਾ ਨਹੀਂ। ਫਿਰ ਇਹ ਕੌਣ ਹੈ ਜੋ ਭੌਂਕਦਾ? ਗੁਰਦੇਵ ਸਿੰਘ ਨੂੰ ਸ਼ੱਕ ਹੋਇਆ ਕਿ ਇਹ ਆਦਮੀ ਝੂਠ ਬੋਲਿਆ, ਪਰ ਕੋਟ ਪੈਂਟ ਪਾ ਕੇ, ਟਾਈ ਲਾ ਕੇ, ਹੰਮਰ ਲੈ ਕੇ ਕੋਈ ਝੂਠ ਕਿਉਂ ਬੋਲੇਗਾ? ਉਹ ਆਦਮੀ ਫਿਰ ਮੁਸਕਰਾਇਆ। ਉਸ ਨੂੰ ਜਿਸ ਤਰ੍ਹਾਂ ਕੁਝ ਭੁੱਲਿਆ ਹੋਵੇ ਯਾਦ ਆਇਆ। ਅੱਛਾ, ਉਹ ਜੋਰਜੀ? ਤੂੰ ਸ਼ਾਇਦ ਜੋਰਜੀ ਦੀ ਗੱਲ ਕਰਦੇ ਆ। ਉਹ ਜੋਰਜ? ਹਾਂ, ਇਹ ਉਸ ਦਾ ਕੰਮ ਹੈ। ਉਸ ਦੀ ਤੇਰੇ ਨਾਲ ਦੋਸਤੀ ਕਰਾ ਦਿਆਂਗੇ। ਉਸ ਦਾ ਦਿਲ ਮਾੜਾ ਨਹੀਂ, ਉਹ ਬਸ ਭੌਂਕਦਾ। ਫਿਰ ਦੋਨੇ ਮਿਲ ਕੇ ਕੰਮ ਕਰਿਓ। ਤੇ ਉਸ ਨੇ ਆਪਣੇ ਸਿਰ ਨੂੰ ਦੋਹਾਂ ਹੱਥਾਂ ਦੇ ਵਿੱਚ ਘੁੱਟਿਆ। ਲੋਕਾਂ ਦਾ ਸਿਰ ਕਿਉਂ ਨਹੀਂ ਦੁਖਦਾ? ਉਹ ਉੱਠ ਕੇ ਬੈਠ ਗਿਆ। ਉਸ ਦੀ ਨਜ਼ਰ ਉਸ ਥਾਂ ਤੇ ਹੀ ਜੰਮ ਗਈ। ਉਸ ਤੋਂ ਬੋਲ ਹੀ ਨਹੀਂ ਹੋਇਆ। ਜ਼ੀਰੋ ਐਵਨਿਊ ਉੱਪਰ ਦੋਹੀਂ ਪਾਸੇ ਉੱਗੇ ਹੋਏ ਘਾਹ ਦੇ ਵਿੱਚੋਂ ਨਿਕਲ ਕੇ ਇੱਕ ਫੁਦਕਦਾ ਹੋਇਆ ਸਹਿਆ ਖਰਗੋਸ਼ ਸੜਕ ਤੇ ਆਇਆ। ਉਸਨੇ ਸੜਕ ਦੇ ਦੋਹੀਂ ਪਾਸੇ ਉੱਗੇ ਹੋਏ ਹਰੇਕ ਚੂਰ ਘਾਹ ਦੀਆਂ ਕੁਝ ਪੱਤੀਆਂ ਖਾਧੀਆਂ, ਆਪਣੇ ਕੰਨ ਉੱਚੇ ਨੀਵੇਂ ਕੀਤੇ, ਨਾਸਾਂ ਫਰਕਾਈਆਂ ਤੇ ਖਰਮਸਤੀ ਕਰਦਾ ਹੋਇਆ ਸੜਕ ਦੇ ਵਿਚਕਾਰ ਆ ਗਿਆ। ਉਸ ਨੂੰ ਪਤਾ ਹੀ ਨਹੀਂ ਕਿ ਕਦੋਂ ਭਾਣਾ ਵਰਤ ਗਿਆ। ਅਚਾਨਕ ਤੇਜ਼ ਰਫ਼ਤਾਰ ਮੋਟਰਸਾਈਕਲ ਉਸ ਸਹੇ ਨੂੰ ਦਰੜ ਕੇ ਨਿਕਲ ਗਈ ਤੇ ਉਹ ਮਰ ਗਿਆ। ਸੋ ਇਹ ਉਸ ਪੰਜਾਬੀ ਦੀ ਕਹਾਣੀ ਹੈ, ਗੁਰਦੇਵ ਸਿੰਘ ਦੀ, ਜਿਹੜਾ ਆਪਣੀਆਂ ਲੋੜਾਂ ਲਈ ਪ੍ਰਵਾਸ ਕਰ ਗਿਆ ਤੇ ਪਹਿਲਾਂ ਸਿੱਖ ਵੀ ਨਹੀਂ ਸੀ, ਦਾੜੀ ਕੇਸ ਕਟਾਏ, ਪੱਕਾ ਹੋਇਆ। ਫਿਰ ਉਹ ਆਪਣੇ ਘਰ ਦੀਆਂ ਲੋੜਾਂ, ਤੰਗੀਆਂ ਤਰੋਸ਼ੀਆਂ, ਤੇ ਫਿਰ ਉਹ ਇਕਾਂਤ ਨੂੰ ਮਜਬੂਰੀ ਬਸ ਸਿਕਿਉਰਿਟੀ ਦੀ ਨੌਕਰੀ ਕਰਦਾ ਮਹਿਸੂਸ ਕਰਦਾ ਕਿ ਇੱਕ ਪਾਸੇ ਉਹ ਕੁੱਤਾ ਜੌਬ ਕਰ ਰਿਹਾ ਜਿਹੜਾ ਉਹਨੂੰ ਬਾਰ-ਬਾਰ ਭੌਂਕ ਰਿਹਾ। ਉਸ ਦੇ ਭੌਂਕੜ ਤੋਂ ਤੈਸ਼ ਦੇ ਵਿੱਚ ਆਇਆ ਦੋਸਤੋ, ਉਹਨੂੰ ਕੁੱਤਾ ਬਣ ਕੇ ਚੜਾਉਂਦਾ ਤੇ ਫਿਰ ਉਹ ਆਪਣੇ ਘਰੇ ਕਾਮਰੇਡਾਂ ਦੀਆਂ ਚੱਲਦੀਆਂ ਗੱਲਾਂ ਕਿ ਕੀ ਕੁਝ ਵਾਪਰਦਾ, ਕਿਉਂ ਅਸੀਂ ਆਪਣਾ ਘਰ-ਬਾਰ ਛੱਡ ਕੇ ਰਾਤਾਂ ਨੂੰ ਜੌਬਾਂ ਕਰਦੇ ਹਾਂ। ਤੇ ਫਿਰ ਇਹ ਜਿਹੜਾ ਅਖੀਰ ਦਿੱਤਾ ਨਾ, ਕਿਉਂਕਿ ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਦੀ ਸੈਂਸਿਟੀਵਿਟੀ ਨੂੰ ਨਹੀਂ ਸਮਝਦੇ,
ਜਿਹੜਾ ਜਿਸ ਤਰ੍ਹਾਂ ਲੇਖਕ ਨੇ ਇਹ ਗੱਲ ਪੇਸ਼ ਕੀਤੀ ਅਮਰਜੀਤ ਚਾਹਲ ਨੇ ਕਿ ਜ਼ੀਰੋ ਐਵਨਿਊ ਕਿ ਇੱਕ ਪਾਸੇ ਅਮਰੀਕਾ ਇੱਕ ਪਾਸੇ ਕੈਨੇਡਾ, ਇੱਕ ਖਰਗੋਸ਼ ਘਾਹ ਚੁਗਣ ਆਇਆ, ਉਸਨੇ ਪਹਿਲਾਂ ਅਮਰੀਕਾ ਵਾਲੇ ਪਾਸੇ ਫਿਰ ਕੈਨੇਡਾ ਵਾਲੇ ਪਾਸੇ ਘਾਹ ਖਾਧਾ ਤੇ ਫਿਰ ਸੜਕ ਤੇ ਆ ਕੇ ਖਰਮਸਤੀ ਕੀਤੀ ਤੇ ਇੱਕ ਤੇਜ਼ ਰਫ਼ਤਾਰ ਬਾਈਕ ਸੀ ਜਿਹੜਾ ਉਸ ਖਰਗੋਸ਼ ਨੂੰ ਦਰੜ ਗਿਆ। ਇਹ ਕਹਾਣੀ ਹੈ ਕਿ ਪ੍ਰਦੇਸ਼ ਤੇ ਪਹਾੜ ਦੂਰੋਂ ਬਹੁਤ ਸੋਹਣੇ ਲੱਗਦੇ ਨੇ। ਜਿਵੇਂ ਉਹ ਖਰਗੋਸ਼ ਚਹਿਚਹਾਉਂਦੇ ਹੋਏ ਹਰੇਕ ਚੂਰ ਘਾਹ ਨੂੰ ਖਾਣ ਲਈ ਕਦੇ ਅਮਰੀਕਾ ਕਦੇ ਕੈਨੇਡਾ ਜ਼ੀਰੋ ਐਵਨਿਊ ਦੇ ਦੋਨੇ ਪਾਸੇ ਹਰਾ ਖਜੂਰ ਘਾਹ ਛਕਦਾ ਤੇ ਫਿਰ ਉਹ ਆਪਣੀਆਂ ਨਾਸਾਂ ਕੰਨ ਫਰਕਾਉਂਦਾ ਹੈ ਤੇ ਫਿਰ ਇੱਕ ਤੇਜ਼ ਰਫ਼ਤਾਰੀ ਦੇ ਵਿੱਚ ਉਹ ਉਸ ਸੜਕ ਤੇ ਦਰੜ ਕੇ ਮਰਿਆ ਜਾਂਦਾ ਹੈ। ਇਹ ਇੱਕ ਉਸ ਟੁੱਟੇ ਹੋਏ ਪੰਜਾਬੀ ਪ੍ਰਵਾਸੀ ਦੀ ਕਹਾਣੀ ਹੈ ਜਿਹੜਾ ਉਹ ਆਪਣੇ ਘਰ ਦੀ ਸਥਿਤੀ ਕਿ ਇੱਕ ਕਾਮਰੇਡ ਵਿਚਾਰਧਾਰਾ ਹੈ, ਉਹ ਕੀ ਸੋਚਦੀ ਹੈ ਕਿ ਕਿਉਂ ਅਸੀਂ ਏਦਾਂ ਰਾਤਾਂ ਨੂੰ ਜੌਬਾਂ ਕਰਦੇ ਹਾਂ ਤੇ ਕਿਉਂ ਸਾਨੂੰ ਇਸ ਤਰ੍ਹਾਂ ਉਨੀਂਦਰੇ 24-24 ਘੰਟੇ ਜੌਬਾਂ ਕਰਦੇ ਹਾਂ ਫਿਰ ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ। ਇੱਕ ਜਿਹੜਾ ਪਰਿਵਾਰਾਂ ਦਾ ਸਕੂਨ ਹੈ ਆਪਣੇ ਮੁਲਕ ਦਾ, ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਆਪਣੇ ਬਜ਼ੁਰਗਾਂ ਦਾ, ਉਹਦੀ ਰੀਸ ਨਹੀਂ ਕਿ ਕਿਸ ਤਰ੍ਹਾਂ ਅਸੀਂ ਬਗਾਨੀਆਂ ਜੂਹਾਂ ਦੇ ਵਿੱਚ ਹਰੇਕ ਚੂਰ ਘਾਹ ਖਾਂਦੇ ਹੋਏ ਪਤਾ ਨਹੀਂ ਕਿਹੜੀਆਂ ਹੋਣੀਆਂ ਦੇ ਸ਼ਿਕਾਰ ਹੋ ਜਾਂਦੇ ਆ। ਸੋ ਇਹ ਕਹਾਣੀ ਸੀ ਵਿਗੜੇ ਹੋਏ ਕਾਮਰੇਡ ਅਮਰਜੀਤ ਚਾਹਲ ਦੀ ਕਹਾਣੀ ਸੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਤੇ ਕਿਸੇ ਸੱਜਣ ਨੇ ਕੋਈ ਗੱਲਬਾਤ ਕਰਨੀ ਹੈ ਤੇ ਆਪਣੇ ਕੋਲ ਥੋੜਾ ਸਮਾਂ ਹੈ, ਵੀਕਐਂਡ ਹੈ, ਫਿਰ ਇਸ ਤੋਂ ਬਾਅਦ ਸਮਾਪਤੀਆਂ ਕਰਾਂਗੇ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 7 ਤੋਂ 9 ਤੇ ਸ਼ਾਮ ਨੂੰ 7:30 ਤੋਂ 9:30 ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਜੀ ਦੇ ਨਾਲ ਪਟਿਆਲਾ ਸਟੂਡੀਓ ਤੋਂ ਜੁੜਦਾ। ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ। ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tivanaradio.com ਤੇ ਸੁਣਦੇ ਹੋ, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ ਯੂਟਿਊਬ ਪੇਜ ਦਾ ਲਿੰਕ ਮਿਲੇਗਾ, ਲਾਈਕ ਕਰੋ, ਬੈਲ ਆਈਕਨ ਦਬਾਓ। ਇਸ ਤੋਂ ਇਲਾਵਾ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ ਹੈ 667-930-9260। ਇਸ ਨੰਬਰ ਤੇ ਡਾਇਲ ਕਰਕੇ ਅਮਰੀਕਾ ਭਰ ਦੇ ਵਿੱਚ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। ਤੇ ਪ੍ਰੋਗਰਾਮ ਦਾ YouTube ਦਾ ਲਿੰਕ ਮੰਗਵਾਉਣਾ ਤੇ ਮੇਰਾ WhatsApp ਗਰੁੱਪ ਨੰਬਰ ਹੈ 9876309655। ਇਸ ਨੰਬਰ ਨਾਲ ਵੀ ਤੁਸੀਂ ਜੁੜ ਸਕਦੇ ਹੋ। ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਅੱਗੇ। ਤੇ ਕਈ ਸਾਰੇ ਕਮੈਂਟ ਆਏ ਨੇ। ਪੁਰਸ਼ੋਤਮ ਸ਼ਰਮਾ ਬਾਈ ਜੀ ਪਠਾਨਕੋਟ ਤੋਂ ਸ਼ਰਮਾ ਸਾਹਿਬ, ਤੇ ਅੱਜ ਮੈਨੂੰ ਇੱਕ ਕਿਤਾਬ ਮਿਲੀ ਅਗਰਵਾਲਾਂ ਦਾ ਇਤਿਹਾਸ। ਆਉਣ ਵਾਲੇ ਦਿਨਾਂ 'ਚ ਸੁਣਾਵਾਂਗੇ ਤੁਹਾਨੂੰ ਕਿ ਜਿਹੜਾ ਅਗਰਵਾਲ ਭਾਈਚਾਰਾ ਇਹ ਕੌਣ ਹੈ, ਕਿੱਥੋਂ ਆਏ, ਕੀ ਇਹਨਾਂ ਦਾ ਪਿਛੋਕੜ ਹੈ, ਕਿਉਂਕਿ ਆਪਾਂ ਨੂੰ ਹਰ ਭਾਈਚਾਰੇ ਦੇ ਲੋਕ ਸੁਣਦੇ ਆ। ਅਗਰਵਾਲਾਂ 'ਚ ਕਿਹੜੇ ਲੋਕ ਮਸ਼ਹੂਰ ਹੋਏ ਨੇ, ਕਿਵੇਂ ਇਹ ਅੰਮ੍ਰਿਤਸਰ ਆਏ, ਸਤੀਸ਼ੀਲਾ ਜਾਂ ਹੋਰ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਦੇ ਜ਼ਰੂਰ ਇਸ ਇਤਿਹਾਸਕ ਪਿਛੋਕੜ ਤੇ ਜ਼ਰੂਰ ਗੱਲ ਕਰਾਂਗੇ, ਕਿਉਂਕਿ ਬੜੀ ਤੇਜ਼ ਵਪਾਰੀ ਸਿਆਣੀ ਕਮਿਊਨਿਟੀ ਹੈ ਇਹ, ਤੇ ਇਹਨਾਂ ਦਾ ਕੀ ਇਤਿਹਾਸ ਹੈ ਅਗਰਵਾਲਾਂ ਦਾ, ਮਹਾਰਾਜਾ ਅਗਰਸੈਨ ਤੋਂ ਲੈ ਕੇ ਕਿੱਥੋਂ ਇਹ ਮਾਈਗ੍ਰੇਟ ਹੋਏ, ਉਹ ਤੇ ਗੱਲ ਕਰਾਂਗੇ ਆਉਣ ਵਾਲੇ ਦਿਨਾਂ 'ਚ। ਤੇ ਆਪਣਾ ਧਰਮ ਸਿੰਘ ਗੰਢੇ, ਪ੍ਰੋਫੈਸਰ ਜਸਵੰਤ ਸਿੰਘ ਆਪਣੇ ਸਬਸਕ੍ਰਾਈਬਰ ਨੇ। ਰਮਨ ਭਾਰਦਵਾਜ ਕਹਿੰਦੇ ਹਾਲੇ ਵੇਸਣ ਦੀ ਲੱਗਦੀ ਹੈ, ਜੇ ਖੋਏ ਦੀ ਹੁੰਦੀ ਤਾਂ ਇੱਕ ਦੂਸਰੇ ਦਾ ਸਿਰ ਪਾੜ ਦੇਣਾ ਸੀ ਬਰਫੀ ਵਾਲਿਆਂ ਨੇ। ਨਹੀਂ ਭਾਰਦਵਾਜ ਸਾਹਿਬ, ਸਿਰ ਤਾਂ ਹੁਣ ਫਟਾਇਆ ਹੀ ਹੈ, ਕਾਂਗਰਸ ਦਾ ਹਾਲਾਤ ਮਾੜੇ ਨੇ। ਸਿਕੰਦਰ ਸਿੰਘ ਔਜਲਾ ਜੁੜੇ ਨੇ। ਔਜਲਾ ਸਾਹਿਬ ਸਵਾਗਤ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਕਿਹਾ ਚਲੋ ਕਵਿਤਾ ਸੁਣਾ ਦਈਏ ਪ੍ਰਦੇਸ਼ ਤੇ ਪਹਾੜ ਵਾਲੀ। ਹਾਂ ਬਿਲਕੁਲ ਜੀ। ਤੇ ਚਲੋ ਮੈਂ ਕਿਹਾ ਕਵਿਤਾ ਲਿਖੀ ਟਵਾਣਾ ਸਾਹਿਬ, ਆਵਾਜ਼ ਆ ਰਹੀ? ਹਮੇਸ਼ਾ ਕਹਿੰਦੇ ਨੇ ਪਹਾੜ ਪ੍ਰਦੇਸ਼ ਦੂਰੋਂ ਸੋਹਣੇ ਲੱਗਦੇ ਨੇ। ਮੇਰੇ ਇੱਕ ਦਿਨ ਦਿਮਾਗ ਚ ਆਈ, ਮੈਂ ਚੱਲ ਲਿਖ ਨਹੀਂ ਵਧੀਆ ਟਾਈਟ। ਮੈਨੂੰ ਐਕਚੁਅਲੀ ਮੈਂ ਪੋਇਟਰੀ ਘੱਟ ਲਿਖਦਾ, ਉਦਾਂ ਗੱਲਾਂ ਕਹਾਣੀ ਨਾਲ ਸੌਂਦੀ ਹੈ ਜੀ ਇਹ। ਤੇ ਜਿੱਥੇ ਜੰਮੇ ਨਾਲ ਕੇ ਲੋੜੀਆਂ ਸੀ, ਕਿੰਨੇ ਚਾਵਾਂ ਨਾਲ ਮਿਲ ਕੇ ਦੁਬਾਰਾ ਬੋਲਦੇ ਗਾਈਆਂ ਨੱਚ ਕੇ, ਸੌਰੀ, ਜਿੱਥੇ ਜੰਮੇ ਤੇ ਵਿੱਚ ਖੁਸ਼ੀਆਂ ਦੇ ਵੰਡੀਆਂ ਰਲ ਕੇ ਰੋੜੀਆਂ ਸੀ, ਕਿੰਨੇ ਚਾਵਾਂ ਨਾਲ ਮਿਲ ਕੇ ਸਾਰਿਆਂ ਨੇ ਗਾਈਆਂ ਰਲ ਕੇ ਘੋੜੀਆਂ ਸੀ। ਕਿੰਨੇ ਮਾਪੇ ਡੀਕਦੇ ਤੁਰ ਗਏ ਵਹਿੰਦੇ ਪੁੱਤਾਂ ਦੀਆਂ ਰਾਵਾਂ ਨੂੰ, ਪਹਾੜ ਪ੍ਰਦੇਸ਼ ਦਿਸਣ ਦੂਰੋਂ ਸੋਹਣੇ ਪਰ ਖਾ ਜਾਂਦੇ ਪਿੰਡ ਤੇ ਨਾਵਾਂ ਨੂੰ। ਕਿਆ ਬਾਤ ਹੈ, ਤਾਜ਼ੀ ਓ ਲਿਖੀ ਆ ਵੀਰ ਮੇਰਾ। ਕਿੰਨੇ ਖੁਸ਼ੀ ਜਦੋਂ ਤੁਰੇ ਸੀ ਪਿੰਡੋਂ ਛੱਡ ਕੇ ਅਸੀਂ ਦੇਸ਼ਾਂ ਨੂੰ, ਹੁਣ ਤੁਰਿਆਂ ਦੀ ਅੱਖ ਭਰ ਆਉਂਦੀ ਮੁੜਦੇ ਜਦ ਪ੍ਰਦੇਸ਼ਾਂ ਨੂੰ।
ਮੋਹ ਦੀਆਂ ਤੰਦਾਂ ਇੱਕ ਕਰਕੇ ਘਟਾਉਂਦੀਆਂ ਜਾਂਦੀਆਂ ਸਾਹਾਂ ਨੂੰ, ਪਹਾੜ ਪ੍ਰਦੇਸ਼ ਦਿਸਣ ਦੂਰੋਂ ਸੋਹਣੇ ਪਰ ਖਾ ਜਾਂਦੇ ਨੇ ਪਿੰਡ ਤੇ ਨਾਵਾਂ ਨੂੰ। ਕਿੰਨੇ ਕੁ ਗੇੜੇ ਪਿੰਡਾਂ ਨੂੰ ਲੱਗ ਗਏ, ਕਿੰਨੇ ਹੋਰ ਲੱਗ ਜਾ ਲਾਉਣੇ ਆ, ਕਈ ਕਲਾਹੇ ਪਿੱਛੋਂ ਤੁਰ ਗਏ ਸਿਕੰਦਰਾ, ਕਈ ਹੋਰ ਤੁਰ ਜਾਣੇ ਆ। ਘੁੱਟ ਘੁੱਟ ਪਾਉਂਦੀਆਂ ਗਲਵੱਕੜੀਆਂ ਵਾਲੀਆਂ, ਤਰਸੇਗਾ ਫਿਰ ਵਾਹਵਾਂ ਨੂੰ। ਘਰ ਪ੍ਰਦੇਸ਼ ਪਹਾੜ ਪ੍ਰਦੇਸ਼ ਦਿਸਣ ਦੂਰੋਂ ਸੋਹਣੇ ਖਾ ਜਾਂਦੇ ਪਿੰਡ ਤੇ ਨਾਵਾਂ ਨੂੰ। ਇਹ ਤਰਾਸਦੀ ਹੈ ਜੀ ਪਿੰਡ ਪਹਾੜ ਤੇ ਪ੍ਰਦੇਸ਼ ਦੀ। ਇਹ ਤਾਂ ਮੇਰੇ ਖਿਆਲ ਨਵੀਂ ਲਿਖੀ ਹੈ, ਤਾਜੀ। ਹਾਂਜੀ, ਆ 2 ਹਫ਼ਤੇ ਹੋ ਗਏ ਉਦੋਂ ਲਿਖੀ ਸੀ। ਮੇਰੇ ਤੁਹਾਡੀ ਗੱਲ ਯਾਦ ਆ ਗਈ, ਤੁਸੀਂ ਕਿਤੇ ਬੋਲਦੇ ਹੀ, ਮੈਂ ਕਿਹਾ ਵੀ ਵਾਕਈ ਤੇ ਉਹਨੂੰ ਮੁੱਖ ਰੱਖ ਕੇ ਪਹਾੜ ਤੇ ਪ੍ਰਦੇਸ਼ ਵਾਲੇ ਨੂੰ। ਬਿਲਕੁਲ ਪਰ ਤਰਾਸਦੀ ਬਹੁਤ ਹੈ ਹਨਾ, ਬਹੁਤ ਵੱਡਾ ਕੁਛ ਦਰਦ ਬਹੁਤ ਹੈ ਜੀ। ਇਹ ਆਪਾਂ ਸੋਚਦੇ ਆ, ਦੇਖੋ ਜਿਹੜੀ ਆਹ ਪੀੜ੍ਹੀ ਹੈ ਜਿਹਦੇ ਵਿੱਚ ਮੈਂ ਆ, ਜਿਹੜੀ ਪਹਿਲੀ ਪੀੜ੍ਹੀ ਹੈ ਜੀ ਅਸੀਂ ਛੱਡ ਕੇ ਆਏ ਆ, ਇਹ ਸਾਡੇ ਤਾਂ ਕਮਾ ਬਹੁਤ ਕੁਛ ਲਿਆ ਜੀ, ਪਰ ਜਿਹੜਾ ਅਹਿਸਾਸ ਹੈ, ਜਿਹੜੀ ਚੀਜ਼ ਆ ਸਾਡੇ ਅੰਦਰ, ਉਹ ਕੋਈ ਨਹੀਂ ਸੁਣਦਾ। ਨਾ ਪਿੱਛੇ ਵਾਲੇ ਸੁਣਦੇ ਨੇ, ਨਾ ਇੱਥੇ ਦੇ ਜੰਮੇ ਵਾਲੇ ਸੁਣਦੇ ਨੇ। ਉਹ ਜਿਹੜਾ ਗਵਾਉਣ ਦਾ ਦਰਦ ਆ ਸਾਡੇ ਅੰਦਰ, ਉਹ ਸਾਡੇ ਅੰਦਰ ਹੀ ਹੈ ਜੀ। ਹਾਂਜੀ, ਉਹ ਗਵਾਉਣ ਦਾ ਦਰਦ। ਮੈਂ ਇੱਕ ਸ਼ੇਰ ਲਿਖਿਆ ਸੀ ਕਿ ਕਦੇ ਛੱਡਿਆ ਸੀ ਘਰ, ਨਿਕਲੇ ਸੀ ਕਰਨ ਕਮਾਈਆਂ, ਹੁਣ ਪਿੱਛੇ ਖਾਲੀ ਪਈਆਂ ਕੋਠੀਆਂ, ਰਹਿੰਦੀਆਂ ਪਾਉਂਦੀਆਂ ਦਹਾਈਆਂ। ਬਹੁਤਾ ਕਰਦੇ ਅਸੀਂ, ਬਹੁਤ ਅੱਗੇ ਲੰਘ ਗਏ ਸਿਕੰਦਰਾ, ਬਹੁਤ ਕੁਝ ਪਾ ਲਿਆ, ਬਹੁਤ ਗਿਆ ਕੜਾਹੇ ਵਿੱਚ ਭੰਗ ਦੇ। ਬਹੁਤ ਖੂਬ ਜੀ, ਬਹੁਤ ਪਾ ਵੀ ਲਿਆ ਜੀ, ਗਵਾਇਆ ਵੀ ਬਹੁਤ ਕੁਛ ਆ ਟਵਾਣਾ ਸਾਹਿਬ। ਜਿਹੜੀ ਚੀਜ਼ ਹੈ ਪਹਿਲੀ ਪੀੜ੍ਹੀ ਦੀ ਹੈ ਜੀ, ਕਿਉਂਕਿ ਪਹਿਲੀ ਪੀੜ੍ਹੀ ਵਿਚਾਲੇ ਫਸ ਜਾਂਦੀ ਹੈ। ਜਿਹੜੇ ਦੂਸਰੇ ਬੱਚੇ ਉੱਤੇ ਜੰਮ ਪੜਨੇ ਉਹ ਸੈੱਟ ਹੋ ਜਾਂਦੇ ਨੇ। ਹਾਂ, ਜਿਹੜੀ ਇਹ ਪੀੜ੍ਹੀ ਹੈ ਨਾ, ਉਹ ਤਰਾਸਦੀ ਚੱਲਦੀ ਹੈ। ਚਲੋ ਮੌਲਾ ਮਿਹਰ ਕਰੇ। ਮੰਝਧਾਰ ਵਧੀਆ, ਮਤਲਬ ਇਹ ਵੀ ਹੈ ਕਿ ਟਵਾਣਾ ਸਾਹਿਬ ਵੀ ਨਹੀਂ ਖੁਸ਼ ਹੈ, ਪਰ ਉਹ ਜਿਹੜਾ ਦਰਦ ਅਹਿਸਾਸ ਦੀ ਚੀਜ਼ ਆ ਨਾ, ਜਿਹੜੀ ਦੇਖੋ ਕਿੰਨੀਆਂ ਖੁਸ਼ੀਆਂ ਚ ਬੰਦਾ ਸ਼ਰੀਕ ਨਹੀਂ ਹੋ ਸਕਦਾ, ਉਹ ਜਿਹੜਾ ਉਮਰ ਦਾ ਵਧੀਆ ਪੜਾਅ ਹੁੰਦਾ, ਉਹ ਸੰਘਰਸ਼ ਚ ਲੰਘ ਜਾਂਦਾ ਜੀ ਤੁਹਾਡਾ। ਬਹੁਤ ਜ਼ਿਆਦਾ ਹਾਰਡ ਵਰਕ, ਬਹੁਤ ਜ਼ਿਆਦਾ ਜਿਹੜਾ ਵਧੀਆ ਜ਼ਿੰਦਗੀ ਦਾ ਪੜਾਅ ਹੁੰਦਾ, 25 ਸਾਲ ਤੋਂ ਲੈ ਕੇ 40-45 ਸਾਲ ਤੋਂ ਤੁਹਾਡਾ ਸੰਘਰਸ਼ ਕਰਦਿਆਂ ਦਾ ਲੰਘ ਜਾਂਦਾ ਜੀ। ਤੇ ਉਹ ਫਿਰ ਉਹ ਮਤਲਬ ਜਦ ਨੂੰ ਬੰਦਾ ਪਿੱਛੇ ਮੁੜਦਾ ਹੈ, ਜਿਵੇਂ ਅਸੀਂ ਵੀ ਆਉਣੇ ਆ, ਉਹ ਸਾਂਝਾਂ ਨਹੀਂ ਬਣਦੀਆਂ। ਹੁਣ ਦੇਖੋ ਆਪਣੀਆਂ ਗੱਲਾਂ ਦੀਆਂ ਸਾਂਝਾਂ ਆਪਾਂ ਕਿੰਨਾ ਚਿਰ ਗੱਲ ਕਰਦੇ ਰਹਿੰਦੇ ਆ, ਪਰ ਜਦ ਤੁਸੀਂ ਪਿੰਡ ਜਾਂਦੇ ਹੋ ਨਾ ਟਵਾਣਾ ਸਾਹਿਬ, ਥੋੜੀ 10 ਮਿੰਟ ਚ ਗੱਲ ਮੁੱਕ ਜਾਂਦੀ ਹੈ ਨਾਲ ਦੇ ਨਾਲ, ਬਿਲਕੁਲ ਹਨਾ। ਉਹ ਨਹੀਂ, ਕਿਉਂਕਿ ਥੋੜੀ ਵਿਚਾਰਧਾਰਾ ਬਦਲ ਜਾਂਦੀ ਹੈ, ਤੁਹਾਡੀ ਸੋਚ ਚ ਫਰਕ ਪੈ ਜਾਂਦਾ ਹੈ, ਤੁਸੀਂ ਹੋਰ ਹਿਸਾਬ ਨਾਲ ਸੋਚਦੇ ਹੋ ਜੀ। ਉਹਨਾਂ ਨਾਲ ਕੋਈ ਗੱਲ ਵੀ ਕਰਦੇ ਹੋ, ਫਿਰ ਕਈ ਵਾਰੀ ਉੱਥੇ ਗੱਲਾਂ ਕਰੂੰ ਜਾ ਕੇ, ਭਾਈ ਆਏ ਨਹੀਂ ਆਏ, ਫਿਰ ਬਾਅਦ ਚ ਐ ਸੋਚੀਦਾ, ਮੈਂ ਯਾਰ ਇਹ ਗਾਲੇ ਕੱਢਦੇ ਹੋਣੇ ਨੇ ਵੀ ਇਹਨਾਂ ਦੇ ਸਾਲਿਆਂ ਦਾ ਲੋਟ ਲੱਗ ਗਿਆ, ਹਨਾ। ਪਰ ਅਸੀਂ ਦੱਸਣ ਦੀ ਕੁਛ ਨਹੀਂ, ਮੇਰਾ ਹੁੰਦਾ ਮਨ ਵੀ ਆਪਾਂ ਕੋਈ ਦੱਸਣਾ ਚਾਹੁੰਦੇ ਆ ਵੀ ਭਾਈ ਤਰੱਕੀ ਤਾਂ ਪਿੰਡੋਂ ਜਿਹੜੇ ਉੱਠ ਕੇ ਖੰਨੇ ਗਏ ਉਹਨਾਂ ਨੇ ਵੀ ਕਰੀ ਹੋਆ, ਜਿਹੜੇ ਤੁਹਾਡੇ ਪਿੰਡੋਂ ਪਟਿਆਲੇ ਆਏ ਹੋਣੇ, ਤਰੱਕੀ ਤਾਂ ਉਹਨਾਂ ਨੇ ਵੀ ਕੀਤੀ ਹੈ। ਜ਼ਰੂਰੀ ਤਾਂ ਅਮਰੀਕਾ ਹੀ ਜਾਣਾ ਹੈ, ਪਰ ਉਹ ਫਿਰ ਮੈਨੂੰ ਐਂ ਲੱਗਦਾ ਸਾਰੀ ਗੱਲ ਸੁਣ ਕੇ ਜਦੋਂ ਚੁੱਪ ਜੇ ਕਰ ਜਾਂਦੇ ਨੇ। ਮੈਂ ਕਿਹਾ ਵੀ ਇਹ ਕੁਆਂਟਲ ਦੀ ਹੁਣ ਮੈਨੂੰ ਗਾਲ ਕੱਢੀ ਹੋਣੀ ਇਹਨਾਂ ਨੇ ਵੀ ਇਹ ਨੇਤਰ ਦੀ ਲਾਤ ਦਾ ਲੋਟ ਆ ਗਿਆ, ਹੁਣ ਸਾਨੂੰ ਮੱਤਾ ਦਿੰਦਾ। ਗੱਲ ਉਹ ਸਮਝਣ ਦੀ ਕੋਸ਼ਿਸ਼ ਕੋਈ ਨਹੀਂ ਕਰਦਾ ਉਹਦੇ ਵਿੱਚੋਂ। ਬਾਕੀ ਟਵਾਣਾ ਸਾਹਿਬ ਤੁਸੀਂ ਆ ਜਿਹੜਾ ਦੱਸਿਆ ਵੀ ਫਿਰ ਗੁਰਦੁਆਰੇ ਮੈਂ ਲਿਖਿਆ, ਮੈਂ ਕਿਹਾ 20 ਸਾਲ ਬਾਅਦ 4 ਪੈਸੇ ਆਉਂਦੇ, ਫਿਰ ਤੰਦਰੁਸਤੀ ਲੜਨ ਲੱਗ ਜਾਂਦੀ, ਕਹਿੰਦਾ ਗੁਰਦੁਆਰੇ ਦੀ ਪ੍ਰਧਾਨਗੀ ਲਈ ਆਈ ਉਧਰ ਨੂੰ ਤੁਰਦਾ, ਫਿਰ ਉੱਥੇ ਸੋਚ ਆਪਣੀ ਉਹ ਹੁੰਦੀ ਨੀ, ਤੇ ਫਿਰ ਲੜਾਈਆਂ ਹੁੰਦੀਆਂ ਨੀ, ਹਨਾ। ਨਹੀਂ, ਪ੍ਰਧਾਨਗੀ ਵੀ ਨਹੀਂ, ਇਹਦਾ ਦੂਸਰਾ ਪੱਖ ਹੈ ਨਾ ਕਿ ਜਦੋਂ ਅਸੀਂ ਆਰਥਿਕਤਾ ਚੁਲਝੇ ਹੁੰਦੇ ਆ, ਉਦੋਂ ਅਸੀਂ ਰਾਜਨੀਤੀ ਬਾਰੇ ਕਿ ਸਿਆਸਤ ਕੀ ਕਰ ਰਹੀ ਹੈ, ਜ਼ਰੂਰੀ ਨਹੀਂ ਆਪ ਭਾਗ ਲਓ, ਪਰ ਪੋਲੀਟੀਕਲ ਪਾਰਟੀਆਂ ਬਾਰੇ ਸੁਚੇਤ ਰਹੋ। ਇਹਦੇ ਬਾਰੇ ਕਿਉਂਕਿ ਤੁਹਾਡੇ ਮੁਲਕਾਂ 'ਚ ਕੋਈ ਹੋਰ ਰੱਬ ਨਹੀਂ ਹੈ। ਇੰਡੀਆ ਨਾਲੋਂ ਬਦਤਰ ਮੌਸਮ ਦੇ ਹਾਲਾਤ ਨੇ, ਜ਼ਮੀਨਾਂ ਮਾੜੀਆਂ ਨੇ, ਪਰ ਫਿਰ ਵੀ ਜ਼ਰਾਅਤ ਮਾੜੀ ਹੈ, ਸਾਧਨ ਨਹੀਂ ਇੰਨੇ, ਪਰ ਫਿਰ ਵੀ ਬਹੁਤ ਸਾਰੇ ਮੁਲਕ ਇਸ ਕਰਕੇ ਸਕਸੈਸ ਨੇ ਕਿ ਉੱਥੇ ਰਾਜ ਪ੍ਰਬੰਧ ਬਿਹਤਰ ਹੈ। ਉੱਥੋਂ ਦੇ ਜੋ ਰਾਜ ਪ੍ਰਬੰਧ ਸਰਕਾਰਾਂ ਚਲਾ ਰਹੇ ਲੋਕ ਨੇ, ਉਹ ਇਮਾਨਦਾਰ ਨੇ, ਸਾਡੇ ਵਾਂਗੂ ਕਰਪਟ ਨਹੀਂ ਹੈਗੇ, ਆਪਸ 'ਚ ਲੜਾ ਕੇ ਮਾਰਨ ਵਾਲੇ। ਸੋ ਇਸ ਕਰਕੇ ਰਾਜਨੀਤੀ ਦੇ ਬਾਰੇ ਜ਼ਰੂਰ ਸੁਚੇਤ ਰਹਿਣਾ ਚਾਹੀਦਾ। ਰਾਜਨੀਤੀ 'ਚ ਸਫਾਈ ਆਉਣ ਨਾਲ ਹੀ ਮੁਲਕਾਂ ਦਾ ਸੁਧਾਰ ਹੋਊਗਾ। ਕਿਸੇ ਰੱਬ ਨੇ, ਰਹਿਬਰ ਪੀਰ ਨੇ ਕੁਛ ਨਹੀਂ ਕਰਨਾ। ਇਹ ਜਿਹੜੇ ਲੋਕ ਨੇ ਨਾ ਰਾਜਨੀਤਿਕ, ਰੱਬ ਨੂੰ ਵੀ ਵੇਚ ਕੇ ਖਾ ਜਾਂਦੇ ਆ, ਖਾ ਹੀ ਰਹੇ ਆ। ਸੋ ਧੰਨਵਾਦ ਔਜਲਾ ਸਾਹਿਬ। ਗੱਲ ਟਵਾਣਾ ਸਾਹਿਬ ਇਹ ਹੈ, ਤੁਹਾਨੂੰ ਮੈਂ ਇੱਕ ਥੋੜੀ ਜਿਹੀ ਗੱਲ ਦੱਸਦਾ, ਇਹ ਮੁਲਕਾਂ ਦਾ ਕੀ ਹੈ। ਦੇਖੋ, ਚਾਹੇ ਇੱਥੇ $14 $12 ਘੰਟੇ ਤੇ ਕੋਈ ਕੰਮ ਕਰਦਾ, ਚਾਹੇ ਮੇਰੀ ਕੋਈ ਜੌਬ ਕਰਦਾ ਹੈ, ਹੁਣ ਇੱਥੇ ਪ੍ਰਾਈਵੇਟਾਈਜ਼ੇਸ਼ਨ ਕਰਨ ਲੱਗੇ ਨੇ, ਕਰ ਦੇਣ, ਕੋਈ ਮਾੜੀ ਨਹੀਂ ਪ੍ਰਾਈਵੇਟਾਈਜ਼ੇਸ਼ਨ, ਪਰ ਹੁਣ ਚਾਹੇ ਕੋਈ ਮੇਰੀ ਵੀ ਜੌਬ ਕਰਦਾ, ਮੈਂ ਉਹਦੀ ਤਨਖਾਹ ਨਹੀਂ ਰੋਕ ਸਕਦਾ, ਮੇਰੇ ਉੱਪਰ ਲੇਬਰ ਡਿਪਾਰਟਮੈਂਟ ਬੈਠਾ ਜੀ,
ਸਾਡੇ ਇੱਥੇ ਸਿਸਟਮ ਨਹੀਂ ਹੈ, ਇੱਥੇ ਸਿਸਟਮ ਆ। ਬਸ ਇੱਕ ਗੱਲ ਇਹ ਹੈ ਕਿ ਇੱਥੇ ਸਿਸਟਮ ਸੈਟਅਪ ਕੀਤਾ ਹੋਇਆ। ਇੱਥੇ ਜੌਬ ਨੂੰ ਕੋਈ ਚਾਹੇ ਪ੍ਰਾਈਵੇਟ ਕਰਦਾ ਹੈ, ਕੋਈ ਚਾਹੇ ਸਰਕਾਰੀ ਕਰਦਾ, ਇੱਥੇ ਜੌਬ ਨੂੰ ਜੌਬ ਸਮਝਦੇ ਨੇ, ਉਹ ਆਪਦੀ ਜੌਬ ਸਮਝਦੇ। ਹੁਣ ਆਪਣੇ ਇੱਥੇ ਜਿਹੜੇ ਪੁਲਿਸ ਵਾਲੇ ਨੂੰ ਆਪਦੇ ਆਪ ਨੂੰ ਸਰਵੈਂਟ ਸਮਝਦੇ ਨੇ ਵੀ ਸਾਡੀ ਜੌਬ ਆ ਲੋਕਾਂ ਪ੍ਰਤੀ। ਲੀਡਰ ਵੀ ਇਹੀ ਸਮਝਦੇ ਨੇ। ਸਾਡੇ ਤਾਂ ਪੁਲਿਸ ਵਾਲੇ ਵੀ ਰਾਜੇ ਬਣ ਗਏ ਤੇ ਸਾਡੇ ਲੀਡਰ ਵੀ ਰਾਜੇ ਬਣ ਗਏ। ਸਾਡੇ ਜੀ ਜਿਨ੍ਹਾਂ ਨੇ ਸਾਡਾ ਮੁਲਕ ਸੁਧਾਰਨਾ ਸੀ ਉਹ ਤਾਂ ਸਾਡੇ ਹਾਕਮ ਬਣ ਗਏ ਜੀ। ਚੁਣੇ ਅਸੀਂ ਉਹ ਸੀ ਵੀ ਇਹ ਸਾਡੀ ਆਰਥਿਕਤਾ ਨੂੰ ਸੁਧਾਰਨਗੇ, ਸਾਡੀ ਜ਼ਿੰਦਗੀ ਨੂੰ ਸੁਧਾਰਨਗੇ। ਤੇ ਪੁਲਿਸ ਚਾਹੀਦੀ ਸਾਡੀ ਪ੍ਰੋਟੈਕਟ ਕਰਨ ਨੂੰ। ਪੁਲਿਸ ਵਾਲੇ ਨੂੰ ਦੇਖ ਕੇ ਜਿਵੇਂ ਭਗਵੰਤ ਮਾਨ ਦੀ ਗੱਲ ਹੈ ਵੀ ਜੇ ਇੱਥੇ ਪੁਲਿਸ ਉੱਥੇ ਆ ਜਾਂਦੀ ਹੈ ਬੰਦੇ ਦੇ ਸਾਹ ਆ ਜਾਂਦਾ ਵੀ ਚੱਲ ਭਾਈ ਪੁਲਿਸ ਆ ਗਈ ਵੀ ਚਲੋ ਇਹ ਸਾਡਾ ਮੇਰੀ ਮਦਦ ਕਰੂ। ਉਹ ਕਹਿੰਦਾ ਜਦ ਇੱਥੇ ਆ ਜਾਂਦੀ ਹੈ ਕਹਿੰਦਾ ਬੰਦਾ ਕਹਿੰਦਾ ਇੱਕ ਵਿਫਤਾ ਪਈ ਸੀ ਇੱਕ ਉੱਪਰ ਹੋਰ ਆ ਗਈ। ਭਗਵੰਤ ਮਾਨ ਦਾ ਹੀ ਜੋਕ ਹੈ ਜੀ ਇਹ। ਮਤਲਬ ਜਾਨੀ ਸਾਡੇ ਸਿਸਟਮ ਇਹ ਪੁੱਠਾ ਹੋ ਗਿਆ। ਜਿਨ੍ਹਾਂ ਨੇ ਸਾਡੀ ਰਾਖੀ ਕਰਨੀ ਸੀ ਉਹ ਸਾਡੇ ਹੁਕਮਰਾਨ ਬਣ ਗਏ। ਸਾਨੂੰ ਉਹਨਾਂ ਤੋਂ ਡਰ ਲੱਗਣ ਲੱਗ ਗਿਆ। ਇੱਥੇ ਚਾਹੇ 10 ਸਾਲ ਦਾ ਬੱਚਾ ਹੈ, ਪੁਲਿਸ ਚੀਫ ਚਾਹੇ 65 ਸਾਲ ਦਾ, ਉਹਦਾ ਨਾਂ ਲੈ ਕੇ ਬੁਲਾਉਂਦਾ ਜੀ ਉਹਨੂੰ। ਉਹਦੇ ਮਨ 'ਚ ਇਸ ਤਰ੍ਹਾਂ ਦਾ ਭਰਿਆ ਹੋਇਆ ਛੋਟੇ ਹੁੰਦੇ। ਕਿਉਂਕਿ ਸਕੂਲਿੰਗ ਆਪਾਂ ਕਹਿੰਦੇ ਸੁਧਰਨ, ਮੈਂ ਕਹਿੰਦਾ 20 ਸਾਲ ਲੱਗਣਗੇ। ਜੇ ਸਕੂਲ ਸਿਸਟਮ ਸੁਧਰੂ ਤਾਂ ਸੁਧਾਰ ਆਊ ਬਾਣਾ ਸਾਹਿਬ। ਉਹ ਸਾਡੇ ਸਕੂਲ ਸਿਸਟਮ ਅਸੀਂ ਵਿਗਾੜ ਰਹੇ ਹਾਂ, ਦਿਨੋਂ ਦਿਨ ਸੁਧਾਰ ਤਾਂ ਰਹੇ ਹੀ ਨਹੀਂ, ਉਹ ਤਾਂ ਹੋਰ ਵਿਗਾੜ ਰਹੇ ਹਾਂ ਜੀ ਅਸੀਂ। ਸਕੂਲ ਸਿਸਟਮ ਤਾਂ ਨਹੀਂ ਹੈ ਨਾ, ਉਹ ਬਹੁਤ ਵਧੀਆ। ਥੈਂਕ ਯੂ। ਇੱਥੇ ਟੀਚਰ ਨੂੰ ਵੀ ਨਾਂ ਲੈ ਕੇ ਬੁਲਾਉਂਦੇ ਨੇ, ਪਰ ਆਪਣੇ ਤਾਂ ਕਹਿੰਦੇ ਨੇ ਟੀਚਰ ਨੂੰ ਚਾਹੇ ਪਿੱਛੇ ਹੱਥ ਕੱਢ ਕੇ ਮਾਸਟਰ ਨੂੰ ਖੜੇ ਰਹੋ, ਡਰੀ ਜਾਓ, ਦਿਲ 'ਚ ਗਾਲਾਂ ਕੱਢੀ ਜਾਵੇ ਇਹ ਸਾਲਾ ਜਾਵੇ ਬਿਮਾਰ ਹੋ ਜਾਵੇ, ਉਹਦੀ ਲੱਤ ਟੁੱਟ ਜਾਵੇ, ਕੱਲ ਨੂੰ ਆਵੇ ਨਾ। ਫਰਕ ਹੈ ਸਾਡੀ ਕਹਿਣੀ ਕਰਨੀ 'ਚ ਫਰਕ ਹੈ। ਧੰਨਵਾਦ। ਥੈਂਕ ਯੂ। ਮਿਹਰਬਾਨੀ ਔਜਲਾ ਸਾਹਿਬ। 100 ਤੇ ਹੋਰ ਜੁੜੇ ਨੇ। ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਨਰ ਹੋ। ਸਤਿ ਸ਼੍ਰੀ ਅਕਾਲ ਜੀ ਕੁਮਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਹਾਂ ਕੀ ਹਾਲ ਚਾਲ ਭਾਜੀ? ਗੁਰਚਰਨ ਸਿੰਘ ਜੀ। ਠੀਕ ਹੈ, ਬਹੁਤ ਵਧੀਆ ਜੀ। ਕੀ ਹਾਲ ਚਾਲ ਹੈ? ਤੁਸੀਂ ਦੱਸੋ, ਠੀਕ ਹੋ? ਸਭ ਵਧੀਆ ਮੇਰਾ। ਹਾਂ ਜੀ ਠੀਕ ਹੈ ਸਰ। ਹੋਰ ਫਿਰ ਠੀਕ ਹੈ ਸਾਰਾ ਕੁਝ? ਸਭ ਵਧੀਆ। ਤੁਸੀਂ ਸੁਣਾਓ ਖੇਤ ਪੱਤੀ ਦਾ ਕੀ ਹਾਲ ਹੈ? ਕਣਕਾਂ ਕੁਣਕਾਂ ਦਾ ਨਿਬੜ ਲਿਆ ਕੰਮ? ਹਾਂ ਜੀ ਨਿਬੜ ਗਿਆ ਸਭ। ਦਲੇਲ ਸਿੰਘ ਵਾਲਾ ਹਾਂ ਨਿਕਾਲ ਤਾਂ ਥੋੜਾ ਜਿਹਾ ਘੱਟ ਸੀਗਾ। ਅੱਛਾ ਚਲੋ ਫੇਰ ਹੋ ਜੀ। ਲਾਈਟ ਲੂਟ ਆਈ ਜਾਂਦੀ ਹੈ ਪਿੰਡਾਂ 'ਚ? ਕੀ ਹਾਲਾਤ ਨੇ? ਹਾਂਜੀ ਬਿਜਲੀ ਬੁਜਲੀ ਠੀਕ ਆਈ ਜਾਂਦੀ ਹੈ ਪਿੰਡਾਂ 'ਚ ਹੁਣ? ਹਾਂ ਜੀ ਠੀਕ ਆਈ ਜਾਂਦੀ ਹੈ, ਪਰ ਮੌਸਮ ਥੋੜਾ ਜਿਹਾ ਠੀਕ ਹੋ ਗਿਆ। ਆਪਣਾ ਸੋਲਰ ਜਿਹਾ ਲੱਗਿਆ ਹੋਇਆ, ਜਿਵੇਂ ਦਾ ਪਤਾ ਨਹੀਂ ਲੱਗਦਾ, ਰਾਤ ਨੂੰ ਆਈ ਜਾਂਦੀ ਰਹਿੰਦੀ ਹੈ। ਅੱਛਾ ਬੜੇ ਪੁਰਾਣੇ ਸਰੋਤੇ ਨੇ ਆਪਣਾ ਦਲੇਲ ਵਾਲਾ ਸਾਹਿਬ। ਇਹ ਰਿਕਾਰਡ ਕਰਕੇ ਸੱਥ 'ਚ ਬੈਠ ਕੇ ਸੁਣਾਉਂਦੇ ਨੇ, ਮੈਂ ਫੋਟੋ ਵੀ ਬੈਠ ਕੇ। ਥੈਂਕ ਯੂ ਭਾਈ ਜੀ, ਥੈਂਕ ਯੂ। ਉਹ ਜੀ ਇੱਕ ਮਿੰਟ। ਹਾਂਜੀ ਜਿਹੜਾ ਬੱਸਾਂ ਦੇ ਵਿੱਚ ਨਾ ਇਹਨੇ ਕਿਰਾਇਆ ਮੁਕਤ ਕਰ ਛੱਡਿਆ। ਉਹ ਤਾਂ ਚੱਲ ਕਰਤਾ ਪੁਰਾਣੀ ਸਰਕਾਰ ਗਈ। ਇਹ ਤਾਂ ਮਤਲਬ ਮੈਨੂੰ ਲੱਗਦਾ ਵੀ ਬਹੁਤ ਨੁਕਸਾਨ ਹੈਗਾ। ਅਸੀਂ ਪਟਿਆਲੇ ਆਏ ਤੇ ਸੋਮਵਾਰ ਨੂੰ, ਤੇ ਅਸੀਂ 2-3 ਬੱਸਾਂ ਉੱਥੋਂ ਮੁੜੇ, 2-3 ਬੱਸਾਂ ਲੰਘਾਤੀਆਂ। ਉੱਥੇ ਮਤਲਬ ਕਹਿੰਦੇ ਵੀ ਫੜ ਕੇ ਜਾਣਾ ਪਊ, ਇੰਨੀ ਭੀੜ ਬੁੜੀਆਂ ਦੀ। ਹਰ ਕਿਸੇ ਪੁਰਾਣੀ ਭੀੜ ਤੇ ਚੜੇ, ਬੰਦਾ ਕੋਈ ਨਹੀਂ ਸੀ ਉਹਨਾਂ ਚ, ਬੁੜੀਆਂ ਚੱਲੀਆਂ। ਉਹ ਮਤਲਬ ਚੱਲੂ ਕਿਵੇਂ? ਮੈਂ ਇਹੀ ਤਾਂ ਗੱਲ ਹੈ ਵੀ ਇਹ ਕਿਵੇਂ ਚੱਲੂ ਸਿਸਟਮ ਇਹਨਾਂ ਦਾ। ਹਾਂ ਜਿਹਨੂੰ ਨਹੀਂ ਵੀ ਕੰਮ ਉਹ ਵੀ ਬੇਬੇ ਕਹਿੰਦੀ ਸ਼ਹਿਰ ਹੀ ਗੇੜਾ ਦੇ ਆਵਾਂ। ਹਾਂਜੀ ਮੈਨੂੰ ਲੱਗਦਾ ਵੀ ਇਹਨਾਂ ਨੇ ਅੱਧਾ ਕਿਰਾਇਆ ਵੀ ਲਾ ਦੇਣ ਫਿਰ ਵੀ ਕੋਈ ਨਾ ਕੋਈ ਟਿਕਿਆ ਹੋ ਜੇ। ਮੈਂ ਆਪਣਾ ਬਲਤੇਜ ਪੰਨੂ ਦਾ ਕਿਹਾ ਸੀਗਾ, ਮੈਂ ਸੁਝਾਅ ਦੇ, ਉਹਨਾਂ ਦਾ ਮਿੱਤਰ ਹੈ ਨਾ ਕਿਹਾ ਸੀਗਾ ਮੈਂ ਕੋਈ ਸੁਝਾਅ ਇਹਨਾਂ ਨੂੰ ਦੇ, ਅੱਧਾ ਉੱਧਾ ਲਾ ਦੇਣ ਕੁਛ ਨੀ ਹੁੰਦਾ। ਇਹਨਾਂ ਦਾ ਨਾ ਗੁਰਬਚਨ ਸਿੰਘ ਜੀ, ਇਹਨਾਂ ਦਾ ਹੁਣ ਦੇਖੋ ਜਿਹੜੇ ਬੱਚੇ ਆਉਂਦੇ ਆ ਨਾ ਉਹ ਫ੍ਰੀ ਹੋਣ ਕਰਕੇ ਬੱਚਿਆਂ ਨੂੰ ਵੀ ਸੀਟ ਨਹੀਂ ਮਿਲਦੀ, ਬੇਬੇ ਹੀ ਇੰਨੀਆਂ ਚੜ ਜਾਂਦੀਆਂ। ਆਉਂਦੇ ਨੇ ਨਾ ਉਹਨਾਂ ਦਾ ਪਾਸ, ਕਿਉਂਕਿ ਉਹਨਾਂ 'ਚ ਨੇ, ਪ੍ਰਾਈਵੇਟ 'ਚੋਂ ਚੜ ਨਹੀਂ ਪਾਉਂਦੇ ਹੈ ਨਾ। ਉਹੀ ਤਾਂ ਗੱਲ ਹੈ, ਵੀ ਬਹੁਤ ਦਿੱਕਤ ਹੈ। ਹਾਂਜੀ ਬਿਨਾਂ ਲੋੜ ਤੋਂ ਬੇਬਿਆਂ ਜ਼ਿਆਦਾ ਘੁੰਮਦੀਆਂ। ਥੈਂਕ ਯੂ। ਬੇਮਤਲਬ ਜਮੀ ਮੈਨੂੰ ਤਾਂ ਜੋ ਮੈਂ ਬੱਸ ਤੇ ਉੱਤੇ ਚੜਿਆ 2 ਵਾਰੀ 5 ਸਾਲਾਂ ਬਾਅਦ ਹੀ ਮੈਨੂੰ ਤਾਂ ਉੱਦੀ ਪਤਾ ਲੱਗਿਆ ਵੀ ਆਹ ਕੀ ਹਾਲ ਹੋ ਰਿਹਾ ਹੈ।
ਧਾਰਮਿਕ ਸਥਾਨਾਂ ਤੇ ਵੀ ਬੇਬਿਆਂ ਦੀਆਂ ਭੀੜਾਂ ਵਧੀਆਂ ਉਹਦੇ ਨਾਲ ਮੱਸਿਆ ਪੰਚਮੀ ਹੁਣ ਕਿਹੜਾ ਟਿਕਟ ਲੱਗਣਾ ਜਦੋਂ ਮਰਜੀ ਝੋਲਾ ਜੇ ਕੋਈ ਚੜ ਜਾਓ। ਕਨੈਕਟਰ ਨੇ ਪੁੱਛਿਆ ਕਹਿੰਦਾ ਰੋਜ਼ ਨਾ ਉਹੀ ਰੋਜ਼ ਹੀ ਮੁੜ ਕੇ ਰੋਜ਼ ਹੀ ਚੜੀ ਜਾਂਦੇ ਨੇ। ਕਹਿੰਦਾ ਕਮਾਲ ਹੋ ਗਈ। ਤੁਸੀਂ ਵੇਖੋ ਕਿ ਕਈ ਬੇਬਿਆਂ ਨਾ ਮੈਂ ਇੱਕ ਦਿਨ ਗਿਆ ਦਿੱਲੀ ਗਿਆ ਤੇ ਬੱਸ ਤੇ ਗਿਆ ਮੈਂ ਯੂਪੀ ਜਾਣਾ ਸੀ ਅੰਬਾਲੇ ਤੋਂ ਗਿਆ ਮੈਂ ਉਹ ਪੰਜਾਬ ਵਾਲੀਆਂ ਬੇਬੀਆਂ ਉੱਥੇ ਵੀ ਕਹਿਣਗੀਆਂ ਆਧਾਰ ਕਾਰਡ ਕੱਢ ਕੇ ਉਹ ਕਹਿੰਦਾ ਇਹ ਪੰਜਾਬ ਆ ਪੰਜਾਬ ਤੱਕ ਹੀ ਮਿਲੂਗਾ ਟਿਕਟ ਲੱਗੂ। ਉਦੋਂ ਤਾਂ ਇਹਨਾਂ ਨੂੰ ਪਤਾ ਨਹੀਂ ਸੀ ਜਦੋਂ ਅਸੀਂ ਪ੍ਰਾਈਵੇਟ ਤੇ ਚੜੇ ਬੁੜੀਆਂ ਵੀ ਚੜ ਗਈਆਂ ਦੋ ਉਹ ਕਾਰਡੀਆਂ ਕੱਢੀਆਂ ਇੱਥੇ ਨਹੀਂ ਕਹਿੰਦੇ ਬਾਈ ਚੱਲਦਾ ਉਹ ਕਰਾਇਆ ਦੋ ਸਿੱਧੀਆਂ ਤੇ ਦੇਣਾ ਸੀ ਉਹਨਾਂ ਨੂੰ। ਇਹ ਮਤਲਬ ਕਿ ਜੇ ਸਰਕਾਰ ਨੂੰ ਪਤਾ ਲੱਗ ਜਾਈਏ ਗੱਲਾਂ ਕਰਿਆ ਕਰੋ ਤੁਸੀਂ ਵੀ ਕਿਰਾਇਆ ਲੱਗਣਾ ਚਾਹੀਦਾ। ਸਦਉਪਯੋਗ ਹੋਵੇ। ਥੈਂਕ ਯੂ ਮਿਹਰਬਾਨੀ ਦਲੇਰਵਾਲ ਸਾਹਿਬ ਕਿਉਂਕਿ ਉਹ ਫ੍ਰੀ ਹੈ ਨਾ ਫ੍ਰੀ ਦੇ ਚੱਕਰ 'ਚ ਅਸੀਂ ਕੁੱਤੇ ਫ੍ਰੀ ਕਰ ਲੈਣੇ ਸਿਸਟਮ ਦੇ। ਆਖਰੀ ਕਾਲ 38 ਨੰਬਰ ਆਖਰੀ ਕਾਲ। ਸਤਿ ਸ਼੍ਰੀ ਅਕਾਲ। ਹੈਲੋ 38 ਨੰਬਰ ਬਾਈ ਜੀ ਗੱਲ ਕਰੋ। ਅੱਛਾ ਤੁਹਾਡੀ ਕਾਲ ਕੱਟ ਗਈ। ਖੈਰ ਲਾਲੀ ਬਾਈ ਹੋਰਾਂ ਨੂੰ ਇੱਕ ਬਾਈ ਰੇਹੜੀ ਵਾਲਾ ਸੱਜਣ ਮਿਲਿਆ ਸੀਗਾ ਉਹਨਾਂ ਨਾਲ ਗੱਲਬਾਤ ਹੋਈ ਸੀ ਇਹਨਾਂ ਦੀ ਸੁਣਦੇ ਆ ਕੀ ਕਹਿੰਦੇ ਆ। ਲਾਲੀ ਟੋੜਾ ਹੋਰਾਂ ਨੇ ਗੱਲਬਾਤ ਕੀਤੀ ਸੀਗੀ। ਹਾਂਜੀ ਮੁਕੱਦਰ ਜੀ ਸਵਾਗਤ। ਸਤਿ ਸ਼੍ਰੀ ਅਕਾਲ ਟਵਾਣਾ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਟਵਾਣਾ ਜੀ ਗੱਲ ਐ ਸੀ ਜਿਹੜਾ ਅੱਜ ਇਹਨਾਂ ਨੇ ਫੈਸਲਾ ਕਰਿਆ ਆਹ ਰੇਹੜੀਆਂ ਵਾਲਾ ਜੀ। ਅੱਜ ਨਾ ਮੈਂ ਸਵੇਰੇ ਵੀਡੀਓ ਦੇਖੀ ਜਾਂਦਾ ਸੀ ਟਵਾਣਾ ਸਾਹਿਬ ਇੰਨਾ ਮੂਡ ਖਰਾਬ ਹੋਇਆ ਨਾ ਇੱਕ ਬਜ਼ੁਰਗ ਵਿਚਾਰਾ ਉਹਦਾ ਚਲਾਨ ਕੱਟਤਾ ਜੀ। ਇਹਨਾਂ ਕਹਿੰਦਾ ਵੀ ਮੈਂ 3 ਘਰੇ ਮੇਰੇ ਧੀਆਂ ਨੇ ਕਹਿੰਦਾ ਵੀ ਮੇਰਾ ਸਾਧਨ ਇਹੀ ਹੈ ਜੋ ਵੀ ਹੈਗਾ। ਤੇ ਇਹ ਟਵਾਣਾ ਸਾਹਿਬ ਦੇਖੋ ਪਹਿਲਾਂ ਤਾਂ ਚਲੋ ਇਹ ਚੱਲਣ ਦਿੰਦੇ ਨੇ ਸਿਸਟਮ ਫਿਰ ਇੱਕਦਮ ਅਗਲੇ ਤੇ ਥੋਪ ਦਿੰਦੇ ਨੇ। ਇਹ ਜਿਹੜੀਆਂ ਹੁਣ ਰੇਹੜੀਆਂ ਨੇ ਟਵਾਣਾ ਸਾਹਿਬ ਇਹਨਾਂ ਦਾ ਫਾਇਦਾ ਵੀ ਬਹੁਤ ਹੈ ਜੇ ਆਪਾਂ ਹਿਸਾਬ ਲਾਈਏ ਜੇ ਇਹਨਾਂ ਨੇ ਚਲਾਨ ਕੱਟਣਾ ਹੈ ਤੇ ਉਹਦਾ ਓਵਰਲੋਡ ਦਾ ਕੱਟਣ ਜਾਂ ਕੋਈ ਚੀਜ਼ ਇਹੋ ਜਿਹੀ ਲੱਭੀ ਹੋਈ ਹੈ ਵੀ ਜਿਹੜੀ ਸਾਈਡ ਤੇ ਜ਼ਿਆਦਾ ਫੈਲਾ ਕਰ ਰਹੀ ਹੈ ਵੀ ਕਿਸੇ 'ਚ ਅੜੂਗੀ ਓਦਾਂ ਦਾ ਹੋਵੇ। ਜਿਵੇਂ ਹੁਣ ਭੀੜੀਆਂ ਗਲੀਆਂ ਨੇ ਉੱਥੇ ਵੜ ਜਾਂਦੀਆਂ ਨੇ ਜੀ ਕੋਈ ਏਸੀ ਹੈ ਫਰਿੱਜ ਹੈ ਕੋਈ ਛੋਟਾ ਸਮਾਨ ਲੈ ਕੇ ਇੱਕ ਦੂਜੇ ਡਿਲੀਵਰੀ ਕਰ ਦਿੰਦੀਆਂ ਨੇ ਉੱਥੇ ਫਾਇਦਾ ਵੀ ਬਹੁਤ ਦਿੰਦੀਆਂ ਨੇ। ਬਾਕੀ ਹੁਣ ਜਿੰਨੇ ਰੁਜ਼ਗਾਰ ਇਹਦੇ ਨਾਲ ਜੁੜਿਆ ਹੋਇਆ ਜੀ ਟਵਾਣਾ ਸਾਹਿਬ ਜਿਹੜਾ 300-400 500 ਦਿਹਾੜੀ ਕਰਕੇ ਆਪਣਾ ਘਰੇ ਜਾ ਕੇ ਰੋਟੀ ਜੋਗਾ ਹੋ ਜਾਂਦਾ ਉਹਨਾਂ ਨੂੰ ਇਹ ਕਿੱਥੇ ਛੱਡਣਗੇ ਜਾ ਕੇ ਜੀ। ਉਹਨਾਂ ਕੋਲ ਤਾਂ ਕੋਈ ਸਾਧਨ ਰਿਹਾ ਨਹੀਂ ਹੈਗਾ ਜੀ ਜਿਹੜੇ ਹਿਸਾਬ ਨਾਲ ਇਹ ਕਰਤਾ ਜੀ ਇਹਨਾਂ ਨੇ ਚੱਕੇ। ਤੇ ਤੁਸੀਂ ਦੇਖੋ ਟਵਾਣਾ ਸਾਹਿਬ ਪੁਲਿਸ ਵੀ ਇੰਨੀ ਐਕਟਿਵ ਹੈ ਹੋਰ ਕੋਈ ਕਾਨੂੰਨ ਹੋਵੇ ਨਾ ਜੀ ਦੇਖੋ ਉਹਦੇ ਤੇ ਜਮਾ ਨਹੀਂ ਤੇ ਅੱਜ ਦੇਖੋ ਪੂਰੇ ਐਕਟਿਵ ਕੱਲੀ ਰੇਹੜੀ ਘੇਰ ਕੇ ਤੇ ਉੱਥੇ ਚਲਾਨ ਕੱਟ ਰਹੇ ਨੇ ਦਵਾ ਦਾ ਵੀ ਪਤਾ ਨਹੀਂ ਕਿੱਦਾਂ ਕੋਈ ਤੀਰ ਮਾਰ ਰਹੇ ਨੇ ਜੀ। ਉਹੀ ਗੱਲ ਬਿਲਕੁਲ ਨਹੀਂ ਕੋਈ ਸਮਾਂ ਦਿਓ 6 ਮਹੀਨੇ ਲੋਕਾਂ ਨੂੰ ਕੋਈ ਸਮਾਂ ਦਿਓ ਬਦਲ ਕਿ ਭਾਈ ਇਹਦਾ ਕੋਈ ਹੋਵੇ। ਹੁਣ ਇਹਦੇ 'ਚ ਬੇਕਦਰੀ ਹੈ ਇੱਕਦਮ ਤੁਸੀਂ ਐਡੀ ਹੁਣ ਅਵਾਰਾ ਕੁੱਤੇ ਕਿੰਨੀਆਂ ਜਾਨਾਂ ਲੈਂਦੇ ਆ ਲੋਕਾਂ ਦੀਆਂ ਜਿਹੜੀਆਂ ਰੇਹੜੀਆਂ ਨਾਲ ਹਾਦਸੇ ਵਾਪਰਦੇ ਉਦੋਂ ਵੱਧ ਅਵਾਰਾ ਕੁੱਤੇ ਨੋਚ ਕੇ ਖਾ ਗਏ। ਅਵਾਰਾ ਕੁੱਤਿਆਂ ਤੇ ਕੋਈ ਲੈਂਦਾ ਸਰਕਾਰ ਨੇ ਨਾ ਕੈਪਟਨ ਨੇ ਨਾ ਬਾਦਲ ਨੇ ਨਾ ਚੰਨੀ ਨੇ ਨਾ ਭਗਵੰਤ ਨੇ। ਆ ਜਿਹੜੇ ਦੂਸਰੇ ਕੁੱਤੇ ਆ ਜੀ ਉਹਨਾਂ ਤੇ ਪਾਬੰਦੀ ਲਾਤੀ ਸੰਗਰੂਰ 'ਚ। ਹਾਂਜੀ ਹਾਂਜੀ ਇਹ ਅਵਾਰਾ ਕੁੱਤੇ ਆ ਧੱਕੇ ਦੇਖੋ ਕਿੰਨੇ ਨੁਕਸਾਨ ਕਰਦੇ ਨੇ ਜੀ ਇਹ। ਤੇ ਉਹ ਜਿਹੜੀ ਚੀਜ਼ ਕਰਨ ਵਾਲੀ ਆ ਉਹ ਕਰਨੀ ਨਹੀਂ ਹੈਗੀ ਜਾਂ ਤਾਂ ਉਹਨਾਂ ਨੂੰ ਵਿਕਲਪ ਦੇਣ ਨਾ ਕੋਈ ਵੀ ਤੁਸੀਂ ਆਹ ਛੱਡ ਕੇ ਆਹ ਕਰ ਲਓ ਜੀ। ਹੁਣ ਉਹ ਤਾਂ ਖਾਲੀ ਹੋ ਗਈ ਜੀ ਇੱਕਦਮ ਬਿਲਕੁਲ। ਉਹ ਕਿੱਥੇ ਜਾਣਗੇ ਕੋਈ ਸਮਝ ਤੋਂ ਬਾਹਰ ਹੈ ਜੀ ਗੱਲ। ਉਹੀ ਗੱਲ ਵੀ ਕਿਹੋ ਜਿਹੇ ਇਹਨਾਂ ਨੂੰ ਸਲਾਹਕਾਰ ਨੇ ਜਿਹੜੇ ਇਹਨਾਂ ਨੂੰ ਸਲਾਹ ਦਿੰਦੇ ਨੇ। ਟਰੈਕਟਰ ਵੀ ਤਾਂ ਉਹੀ ਚੀਜ਼ ਹੈ ਕਿ ਹੁਣ ਟਰੈਕਟਰ ਟਰਾਲੀ ਤੁਸੀਂ ਤਾਂ ਗੱਲਾਂ ਤੋਂ ਆ ਰਹੇ ਹੋ ਉਹ ਕਾਨੂੰਨੀ ਹੈ ਉਹ ਗੈਰ ਕਾਨੂੰਨੀ ਹੈ। ਤੁਸੀਂ ਆਪ ਮਹੀਨਾ 20 ਦਿਨ ਪਹਿਲਾਂ ਆਖੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ। ਕਿਸਾਨ ਜ਼ਿਮੀਂਦਾਰ ਜੱਟ ਆਪਣੇ ਟਰੈਕਟਰ ਨਾਲ ਕਿਰਾਇਆ ਢੋ ਲੈਣ ਉਹ ਕਿਹੜੇ ਕਾਨੂੰਨ ਚਾਹੁੰਦਾ। ਇੰਡੀਆ ਦਾ ਕਾਨੂੰਨ ਆਗਿਆ ਨਹੀਂ ਦਿੰਦਾ ਉਹਦੀ ਜਿਹੜੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਟਰਾਲੀਆਂ ਨਾਲ ਢੋ ਲੋ। ਜੱਟਾਂ ਨੂੰ ਤੁਸੀਂ ਉਹ ਦੇ ਰਹੇ ਜਿਹੜੇ ਗਰੀਬ ਦਿਹਾੜੀਦਾਰ ਮਜ਼ਦੂਰ ਹੈ ਠੀਕ ਹੈ ਜੱਟਾਂ ਕੋਲ ਵੀ ਰੇਹੜੀਆਂ ਉਹਨਾਂ ਨੂੰ ਤੁਸੀਂ ਇਹ ਕਰ ਰਹੇ ਹੋ। ਇਹ ਕਿੰਨੀ ਗੱਲ ਹੈ ਇਹ ਤੁਸੀਂ ਹੋਰ ਵੇਖੋ NRI ਦਾ ਜਿਹੜਾ ਡਾਟਾ ਲੈ ਰਹੇ ਆ 20 ਜ਼ਿਲ੍ਹਿਆਂ ਨੂੰ ਭਗਵੰਤ ਮਾਨ ਲੰਬੀਆਂ ਛੱਡਦਾ ਸੀ ਉੱਥੇ ਯੂਨੀਵਰਸਿਟੀ 'ਚ ਹੋਇਆ ਕਿ ਟੀਚਰ ਤਾਂ ਪੜ੍ਹਾਉਣ ਨੂੰ ਹੁੰਦੇ ਨੇ ਟੀਚਰ ਟੈਂਕੀਆਂ ਤੇ ਜਿਹੜੇ ਨੇ ਚੜੇ ਬੈਠੇ ਨੇ ਮੋਹਾਲੀ ਟੀਚਰ ਟੈਂਕੀਆਂ ਤੇ ਕਿ ਇਹਨਾਂ ਤੋਂ ਕੋਈ ਹੋਰ ਕੰਮ ਨਹੀਂ ਲਵਾਂਗੇ। 20 ਜ਼ਿਲ੍ਹਿਆਂ ਨੂੰ ਨਾ ਨੋਟਿਸ ਭੇਜ ਦਿੱਤਾ 1 ਮਾਰਚ ਨੂੰ ਭੇਜਿਆ ਤੇ 4 ਅਪ੍ਰੈਲ ਨੂੰ ਮਿਲ ਗਿਆ ਕਿ ਸਾਰੇ NRI ਦਾ ਡਾਟਾ ਰਿਕਾਰਡ ਕਰੋ ਕਿ ਉਹ ਕਿੱਥੇ ਰਹਿੰਦੇ ਨੇ ਕੀ ਉਹਨਾਂ ਦਾ ਨੰਬਰ ਹੈ ਉਹਦੇ ਨਾਲ ਕੀ ਹੋ ਜਾਣਾ। ਤੁਸੀਂ ਪਾਲਿਸੀ ਲਿਆਓ ਕਿ NRI ਜਿਵੇਂ ਬਾਦਲਾਂ ਨੇ ਲਿਆਂਦੀ ਸੀ ਜੇ ਹੁਣ ਉਹਦੇ 'ਚ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਤੋਲੀ ਹੈ ਉਹਨੇ ਮੋਗੇ ਵਾਲਾ ਉਹਨੇ ਜਾਣਕਾਰੀ ਦਿੱਤੀ ਹੈ ਵੀ ਸਰਕਾਰ ਦਾ ਹੁਕਮ ਹੈ ਵੀ ਅਸੀਂ ਜਾਣਕਾਰੀ ਨਹੀਂ ਦੇ ਸਕਦੇ ਵੀ ਇਹ ਡਾਟਾ ਕਿਉਂ ਇਕੱਠਾ ਹੋ ਰਿਹਾ NRI ਦਾ। ਤੇ ਇੱਕ ਜਿਹੜਾ ਮਾਸਟਰ ਆ ਬਲਜਿੰਦਰ ਸਿੰਘ ਉਹਨੇ ਕਹਿੰਦਾ ਵੀ ਇਹ ਜਿਵੇਂ ਪਹਿਲੀ ਗਵਰਨਮੈਂਟ ਨੇ ਫੰਡਿੰਗ ਕਰਾਈ ਹੈ ਕਿ ਤੁਸੀਂ ਸਕੂਲਾਂ 'ਚ ਸਿਹਤ ਸੇਵਾਵਾਂ 'ਚ ਪੈਸਾ ਲਾਓ
ਉਹਦੇ 'ਚ ਗਵਰਨਮੈਂਟ ਸਕੀਮ ਅਨਾਉਂਸ ਕਰੇ। ਮੈਂ ਇਹਨਾਂ ਦੇ NRI ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਫੋਨ ਵੀ ਲਾਇਆ ਸੀ, ਉਹਨਾਂ ਨੇ ਚੱਕਿਆ ਨਹੀਂ। ਮੈਂ ਪੋਸਟ ਵੀ ਪਾ ਦਿੱਤੀ ਉਹਨਾਂ ਦੀ ਵਾਲ ਤੇ ਵੀ ਜੇ ਤੁਸੀਂ ਡਾਟਾ NRI ਦਾ ਤੁਸੀਂ ਆਪ ਸਗੋਂ ਗਵਰਨਮੈਂਟ ਨੂੰ ਪੋਰਟਲ ਬਣਾ ਦਿਓ ਕਿ ਆਹ ਸਾਡਾ ਪੋਰਟਲ ਹੈ, ਜਿਹੜੇ NRI ਵਿਦੇਸ਼ਾਂ 'ਚ ਨੇ ਸਾਨੂੰ ਆਪਣੇ ਬਾਰੇ ਦੱਸਣਾ ਚਾਹੁੰਦੇ ਆ, ਇੱਥੇ ਗਵਰਨਮੈਂਟ ਪੰਜਾਬ ਦੀ ਵੈਬਸਾਈਟ ਤੇ ਆਪਣਾ ਡਾਟਾ ਪਾ ਦਿਓ। ਅਸੀਂ ਤੁਹਾਡੇ ਨਾਲ ਟਾਈਪ ਰਹਿਣਾ ਚਾਹੁੰਦੇ ਤਾਂ ਜੋ ਕਿਸੇ ਵੀ NRI ਕੋਈ ਦੁਬਈ 'ਚ ਹੈ, ਕੋਈ ਉਹ ਹੈ, ਕੋਈ ਲਾਪਤਾ ਹੋ ਗਿਆ, ਕਿਸੇ ਨੂੰ ਕੋਈ ਦਿੱਕਤ ਹੈ, ਤਾਂ ਜੋ ਸਾਡੇ ਕੋਲੇ ਡਾਟਾ ਹੋਵੇ। ਪਰ ਇਹਦੇ 'ਚ ਇਹ ਤਾਂ ਨਹੀਂ ਤਰੀਕਾ ਮਾਸਟਰਾਂ ਨੂੰ ਉਹਨਾਂ ਦੇ ਘਰੇ ਭੇਜ ਦਿਓ। ਕੌਣ ਮਾਸਟਰ ਨੂੰ ਅਗਲਾ ਨੰਬਰ ਸਹੀ ਲਿਖਾ ਦੂ ਪਿੰਡ ਵਾਲਾ? ਆਪਣੇ ਪੁੱਤ ਦਾ ਨੰਬਰ ਆਪਣਾ ਕੋਈ ਨਹੀਂ ਕਿਸੇ ਨੂੰ ਲਿਖਾਉਂਦਾ ਕਿ ਮੇਰਾ ਮੁੰਡਾ ਕਿੱਥੇ ਰਹਿੰਦਾ। ਅਗਲਾ ਕਹਿੰਦਾ ਉਹਨੇ ਕੋਈ ਫੇਸਬੁੱਕ ਤੇ ਲਿਖਤਾ, ਇਹਨਾਂ ਦੇ ਨੋਟਿਸ ਭੇਜ ਦੇਣਾ। ਕਿਉਂ ਦੱਸੀਏ ਅਸੀਂ? ਮਾਸਟਰਾਂ ਨੂੰ ਜਿਹੜਾ ਡਾਟਾ ਲੋਕ ਲਿਖਾਉਣਗੇ ਸਹੀ ਡਾਟਾ ਨਹੀਂ ਲਿਖਾਉਣਗੇ। ਤੁਸੀਂ ਪੰਜਾਬ ਗਵਰਨਮੈਂਟ ਦੀ ਵੈਬਸਾਈਟ ਹੈ, NRI ਮੰਤਰੀ ਹੈ, ਉਹ ਸਿੱਧਾ ਬਿਆਨ ਦੇਵੇ ਕਿ ਅਸੀਂ ਤੁਹਾਡੀ ਭਲਾਈ ਵਾਸਤੇ ਕੁਝ ਯੋਜਨਾਵਾਂ ਬਣਾਉਣੀਆਂ ਨੇ, ਸਾਨੂੰ ਆਪਣਾ ਈਮੇਲ ਦੇ ਰਾਹੀਂ ਤੁਸੀਂ ਉਹ ਕਰੋ। ਉਹ 10 ਮਿੰਟ 'ਚ ਡਾਟਾ ਜਿਹਨੇ ਦੇਣਾ ਉਹ ਦੇ ਦੇਣਾ। ਮਾਸਟਰ ਨੂੰ ਜਾ ਕੇ ਉਹਦੀ NRI ਮੁੰਡੇ ਦੀ ਕੈਨੇਡਾ ਆਸਟ੍ਰੇਲੀਆ ਗਏ ਮੁੰਡੇ ਦੀ ਮਾਂ ਐਡਰੈਸ ਦੱਸ ਦੂਗੀ? ਕੋਈ ਨਹੀਂ ਦੱਸੇਗਾ। ਅਗਲਾ ਗੁਆਂਢੀ ਨੂੰ ਨਹੀਂ ਦੱਸਦਾ ਆਪਣੇ ਪੁੱਤ ਦਾ ਐਡਰੈਸ। ਗੱਲ ਤਾਂ ਉਹੀ ਹੈ ਜੀ ਤੁਹਾਡਾ ਸਾਹਿਬ ਵੀ ਚੱਜ ਦਾ ਕੰਮ ਕੋਈ ਕਰਨਾ ਨਹੀਂ ਹੈਗਾ ਜੀ, ਲੋਕਾਂ ਨੂੰ ਬਸ ਤਕਲੀਫ ਦੇਣੀ ਹੈ ਵੀ ਹੋਰ ਕੋਈ ਗੱਲ। ਉਹ ਵਿਚਾਰੇ ਹੁਣ ਲੋਕਾਂ ਨੇ ਆਪ ਐਡਰੈਸ ਤੁਹਾਨੂੰ ਦੇ ਦੇਣਾ, ਤੁਹਾਡੇ ਨਾਲ ਸਿੱਧਾ ਸੰਪਰਕ ਹੋਏਗਾ। ਤੁਸੀਂ ਕਰੋ ਤਾਂ ਸਹੀ ਕੁਛ NRI ਲਈ। ਤੁਸੀਂ ਬਿਨਾਂ ਦੱਸੇ ਕਹਿੰਦੇ ਜੀ ਨਾ ਜਾਣਕਾਰੀ ਅਸੀਂ ਲੀਕ ਨਹੀਂ ਕਰਨੀ। ਐਡਾ ਦੱਸੋ ਕਿਹੜਾ NRI ਤੁਸੀਂ ਆਹ ਦਿੱਲੀ ਸਰਕਾਰ ਬਣੀ ਸੀ NRI ਲਈ ਉੱਥੇ ਕੁਛ ਕੀਤਾ? ਏਅਰਪੋਰਟ ਤੇ ਕਿੰਨੀ ਲੁੱਟਾ ਦਿੱਲੀ 'ਚ NRI ਦੀ, ਉਹਦੇ ਲਈ ਕੋਈ ਕਾਊਂਟਰ ਬਣਿਆ? ਗੱਲਾਂ ਮਾਰਦੇ ਵੱਡੀਆਂ ਵੱਡੀਆਂ। ਗੱਲ ਤਾਂ ਉਹੀ ਹੈ ਟਵਾਣਾ ਸਾਹਿਬ। ਉਹ ਵਿਚਾਰੇ ਹੁਣ ਕਹਿੰਦੇ ਸਭ ਤੋਂ ਵੱਧ ਪਟਾਕੇ ਕਹਿੰਦੇ ਅਸੀਂ ਚਲਾਏ ਸੀ, ਵੋਟਾਂ ਵੀ ਪਾਈਆਂ, ਕਹਿੰਦੇ ਅੱਜ ਅਸੀਂ ਬਿਲਕੁਲ ਖਾਲੀ ਕਰਤੇ ਵੀ। ਹੁਣ ਕੀ ਕੋਈ ਸਮਝ ਤੋਂ ਬਾਹਰ ਹੈ ਵੀ ਪੈਸਾ ਉਹਨਾਂ ਕੋਲ ਹੈ ਨਹੀਂ ਵਿਚਾਰਿਆਂ ਕੋਲ, ਸ਼ਾਮ ਦਾ ਰੋਟੀ ਦਾ ਸਾਧਨ ਸੀ ਉਹਨਾਂ ਦਾ, ਉਹ ਖੜਾਤਾ ਜੀ। ਹੋਰ ਕੀ ਹੋਣਾ ਜੀ? ਧੰਨਵਾਦ ਤੁਹਾਡਾ, ਮਿਹਰਬਾਨੀ। ਚਲੋ ਖੈਰ ਹੁਣ ਦੇਖੋ ਜਿਹੜਾ ਪੁਲਿਸ ਨੇ ਕੀਤਾ ਕਿ ਪੁਲਿਸ ਅਗਰ ਐਨਕਾਊਂਟਰ ਹੋ ਜਾਂਦਾ, ਪੁਲਿਸ ਮੁਲਾਜ਼ਮ ਦੀ ਮੌਤ ਹੁੰਦੀ ਹੈ, ਕਰੋੜ ਰੁਪਏ ਦੇਵਾਂਗੇ ਅਸੀਂ। ਉਹਦਾ ਆਲਰੇਡੀ ਸਰਵਿਸ ਬੈਨੀਫਿਟ ਮਿਲਦੇ ਨੇ। ਕੀ ਪੁਲਿਸ ਨੂੰ ਐਡਾ ਵੱਡਾ ਰਿਵਾਰਡ ਦੇ ਕੇ ਤੁਸੀਂ ਪੁਲਿਸ ਦੇ ਵਿੱਚ ਭੱਲ ਬਣਾਉਣੀ ਚਾਹੁੰਦੇ ਹੋ? ਜੇ ਭੱਲ ਬਣਾਉਣੀ ਹੈ ਉਹਨਾਂ ਨੂੰ ਆਖੋ ਕਿ ਤੁਹਾਡੇ ਤੋਂ 24 ਘੰਟੇ ਡਿਊਟੀ ਨਹੀਂ ਲੈ ਜਾਏਗੀ, ਹਫ਼ਤੇ 'ਚ ਤੁਹਾਡੀ 1 ਘੰਟਾ ਰੈਸਟ ਹੈ, ਅਸੀਂ ਮੁਲਾਜ਼ਮ ਹੋਰ ਭਰਤੀ ਕਰਦੇ ਹਾਂ। ਉਹਦਾ ਫਾਇਦਾ ਨਾ 9 ਮਣ ਤੇਲ ਹੋਣਾ, ਨਾ ਰਾਧਾ ਨੇ ਨੱਚਣਾ। ਕਿੰਨੇ ਕੁ ਪੰਜਾਬ 'ਚ ਐਨਕਾਊਂਟਰ ਹੁੰਦੇ ਨੇ ਕਿ ਪੁਲਿਸ ਮੁਲਾਜ਼ਮ ਦੀ ਡਿਊਟੀ ਤੇ ਮੌਤ ਹੁੰਦੀ ਹੈ? ਜੇ ਹੋਵੇਗੀ ਤੇ ਕਿਸੇ ਦੀ ਕਿਸੇ ਨਾ ਕਿਸੇ ਤਰ੍ਹਾਂ ਕੋਈ ਗਲਤ ਮੁਆਵਜ਼ਾ ਲਏਗਾ ਲੋਕੀ। ਸੋ ਇਹ ਕੋਈ ਉਹ ਆਲਰੇਡੀ ਉਹਨਾਂ ਨੂੰ ਸਰਵਿਸ ਬੈਨੀਫਿਟ ਮਿਲਦਾ। ਡਿਊਟੀ ਦੌਰਾਨ ਮੌਤ ਹੁੰਦੀ ਹੈ, ਉਹਦੇ ਬੱਚਿਆਂ ਨੂੰ ਜੌਬ ਮਿਲਦੀ ਹੈ, ਤੇ ਤੁਸੀਂ ਰੱਜਿਆਂ ਨੂੰ ਰਜਾਈ ਜਾਂਦੇ ਹੋ, ਭੁੱਖਿਆਂ ਨੂੰ ਤਰਸਾਈ ਜਾਂਦੇ ਹੋ। ਕੁਛ ਅੱਜ ਕਰਨ ਲੱਗੇ ਹੋ ਕੁਝ ਪੁਲਿਸ ਅਫਸਰਾਂ ਦੇ ਧੱਕੇ ਚੜ੍ਹ ਕੇ। ਖੈਰ ਤੇ ਆਪਣੇ ਲਾਲੀ ਟੋੜਾ ਹੋਰਾਂ ਨੇ ਇੱਕ ਰੇਹੜੀ ਵਾਲੇ ਵੀਰ ਨਾਲ ਕਾਲ ਕੀਤੀ ਸੀ ਆ ਪਿੰਡ ਦੌਣ ਤੋਂ, ਉਹਦੇ ਨਾਲ ਗੱਲਬਾਤ ਸੁਣਦੇ ਹਾਂ। ਹਾਂਜੀ ਹਾਂਜੀ ਬੋਲੋ ਗੁਰਪ੍ਰੀਤ ਜੀ ਦੰਦਾਲਾ ਧਾਂਦਰਾ। ਹਾਂਜੀ ਭਾਈ ਜੀ, ਇਹ ਤਾਂ ਉਹ ਗੱਲ ਆ ਜਿੰਨੀ ਕਿ ਜੇਠ ਦਾ ਮੁੰਡਾ ਮੋਢੇ ਰੱਖ ਕੇ ਕਢਾਉਣਗੇ ਖੇਡੀ ਜਾਣਗੇ। ਜੇਠ ਦਾ ਮੁੰਡਾ ਦਿੱਲੀ ਵਾਲੇ ਦਾ ਉਹ ਕਹਿੰਦਾ ਮੇਰੇ ਕੱਪੜੇ ਲਵੇੜ ਤੇ ਇਹ ਕੱਪੜੇ ਲਵੇੜ ਤੇ ਧੋਣੇ ਆਪੇ ਹੀ ਪੈਣਗੇ ਫਿਰ ਹੁਣ ਆਪਾਂ ਨੂੰ। ਗਲਤ ਗੱਲ ਦੇਖੋ, ਮਿਹਰਬਾਨੀ ਧਾਂਦਰਾ ਸਾਹਿਬ। ਨਹੀਂ ਆਲੋਚਨਾ ਹੋਵੇ ਸਰਕਾਰ ਦੇ ਫੈਸਲੇ ਦੀ ਆਲੋਚਨਾ ਹੋਵੇ ਤਾਂ ਇਹ ਹੋਏਗਾ, ਕਿਉਂਕਿ ਇਹ ਕਹਿੰਦੇ ਸੀ ਤਾਂ ਹੀ ਇਹ ਇਹਨਾਂ ਨੇ ਸੈਸ਼ਨ ਸੱਦਿਆ ਸੀ ਨਾ ਕਿ ਸਰ ਤਾਂ ਉਦਾਂ ਵੀ ਜਾਂਦਾ ਕਹਿੰਦੇ ਪਰ ਸਾਡੇ ਤੇ ਪ੍ਰੈਸ਼ਰ ਹੈ। ਸਰਕਾਰ ਨਿੱਗਰ ਆਲੋਚਨਾ ਸੁਣੇ, ਪਹਿਲੀਆਂ ਸੁਣਦੀਆਂ ਰਹੀਆਂ ਨੇ। ਤੁਸੀਂ ਇੰਨਾ ਕੰਫਰਟੇਬਲ ਜ਼ੋਨ ਨਾ ਪਾੜੋ। ਇਹਨਾਂ ਦੇ ਭਗਤਾਂ ਨੂੰ ਵੀ ਬੇਨਤੀ ਹੈ ਕਿ ਸੁਣ ਲਓ। 4 ਮਹੀਨੇ ਨੂੰ ਜਿਹੜੀ ਗੱਲ ਤੁਸੀਂ ਕਹੋਗੇ ਅਸੀਂ ਅੱਜ ਕਹਿੰਦੇ ਹਾਂ, ਇਹ ਗੱਲ ਤਾਂ ਇਹ ਸਹੀ ਹੈ। ਤੇ ਆਪਣਾ ਜਗਾੜੂ ਰੇਹੜੀਆਂ ਵਾਲੇ ਕਹਿੰਦੇ ਜੀ ਮੀਤ ਹੇਅਰ ਦੀ ਕੋਠੀ ਅੱਗੇ ਬਰਨਾਲਾ 'ਚ ਧਰਨਾ ਦਿੱਤਾ। ਬਾਈ ਕੁਲਵਿੰਦਰ ਜੱਸਲ ਕਾਲਾ ਲਿਖਦੇ ਨੇ ਕਿ ਜਗਾੜੂ ਰੇਹੜੀਆਂ ਤੇ ਹੋਈਆਂ ਕਾਰਵਾਈਆਂ ਦੇ ਰੋਸ ਵਜੋਂ, ਕਿਉਂਕਿ ਲੰਮਾ ਸਰੀਆ ਲੈ ਕੇ ਚੱਲਦੇ ਨੇ ਜਿਸ ਨਾਲ ਜਾਨੀ ਨੁਕਸਾਨ ਹੋ ਸਕਦਾ, ਪਰ ਇਹਨਾਂ ਮੀਤ ਹੇਅਰ ਦੀ ਕੋਠੀ ਅੱਗੇ ਧਰਨਾ ਦਿੱਤਾ। ਹਾਂ ਉਹ ਗਲਤ ਹੈ। ਜਿਹੜੇ ਇਹਨਾਂ ਰੇਹੜੀਆਂ ਤੇ ਇਸ ਤਰ੍ਹਾਂ ਮਾਲ ਲੱਦਦੇ ਨੇ ਉਹਨਾਂ ਨੂੰ ਓਵਰਲੋਡ 'ਚ ਉਹਨਾਂ ਨੂੰ ਜੁਰਮਾਨੇ ਕਰੋ। ਜਿਹੜੀ ਰਿਸਕੀ ਗੱਲ ਹੈ ਵੀ ਇਹ ਗਲਤ ਕਰ ਰਹੇ ਹੋ ਤੁਸੀਂ। ਯਾਰ ਆਮ ਲੋਕਾਂ ਨੇ ਛੋਟੇ ਮੋਟੇ ਕੰਮਾਂ ਲਈ ਤੇ ਐਡਾ ਵੀ ਕਿਹੜਾ ਸਿਸਟਮ ਹੈ। ਹੁਣ ਤੁਸੀਂ ਵੇਖੋ ਕਿ ਕਿਹੜੇ ਨੇਤਾ ਨੇ ਓਲਡ ਮਾਡਲ ਜੀਪ ਨਹੀਂ ਰੱਖੀ ਹੋਈ, ਮੈਨੂੰ ਦੱਸ ਦਿਓ। 1940-45 ਦੀਆਂ ਪੁਰਾਣੀਆਂ ਜੀਪਾਂ ਸਭ ਨੇ ਰੱਖੀਆਂ ਹੋਈਆਂ ਨੇ ਜੋਂਗੇ। ਉਹਨਾਂ 'ਚ ਪੈਟਰੋਲ ਇੰਜਨ ਵੈਲਿਡ ਹੈ ਤੇ ਉਹਦੀ ਜਗ੍ਹਾ ਕਿਸੇ ਨੇ ਦੂਸਰਾ ਪੈਟਰੋਲ ਰੱਖਿਆ, ਕਿਸੇ ਨੇ ਡੀਜ਼ਲ ਰੱਖਿਆ। ਤੁਸੀਂ ਸਾਰਾ ਕੰਮ ਆਪ ਕਾਨੂੰਨ ਨਹੀਂ ਕਰਦੇ ਹੋ। ਜੇ ਯਾਰ ਗਰੀਬ ਬੰਦਾ ਕੋਈ ਆਪਣਾ ਪੱਠੇ ਪੁੱਠੇ ਲੈ ਆਉਂਦਾ ਉਹਨਾਂ ਨੂੰ ਕੰਮ ਕਰ ਲੈਣ ਦਿਓ। ਆ ਕੁੱਤੇ ਅਵਾਰਾ ਬਥੇਰੇ ਤੁਰੇ ਫਿਰਦੇ ਆ, ਸੜਕਾਂ ਦੇ ਖੱਡੇ ਪਏ ਆ ਉਹ ਭਰ ਦਿਓ।
और सुनते हैं लाली टोड़ा होरां दी गलबात रेहड़ी पीड़ित नाल। अच्छा तुसी अच्छा कमेटी पता है गल्लां करनियां सौखियां ने। पहला देखो सुखबीर माड़ा हो गया, कैप्टन माड़ा हो गया, फलाना माड़ा हो गया, मोदी माड़ा हो गया। मोदी नूं कहना फकीरियां ने ਉਹਨੇ फकीरी कट्टी हुई है। ਉਹਨੂੰ कहते चाय बेचने वाले ने बेच दिया। नहीं ਉਹਨੇ कितने बेचे? हम तो गरीब भी नहीं बेचे, गरीब ਨੂੰ सहारा लाया, तो गरीब बेचते गरीब के गल गुੱਠਾ दे दिया। हजारों रेहड़ियां इतने गाला करते को मानसा ज्यादा खाजगिरी है, ਉਹਨਾਂ ਪਰ ਜ਼ਿਆਦਾ ਬਿਜਲੀਗਿਰੀ ਹੈ। ਅੱਛਾ ਤੁਸੀਂ ਹਾਂਜੀ ਬਜ਼ੁਰਗ ਤੁਸੀਂ ਵੀ ਵੋਟ ਪਾਈ ਸੀ ਭਗਵੰਤ ਮਾਨ ਨੂੰ? ਪਤਾ ਅਸੀਂ ਤਾਂ ਫੁੱਲ ਵਿਛਾਏ ਤੇ ਵੀ ਕੋਈ ਗੱਲ ਨਹੀਂ, ਸਾਨੂੰ ਇਹ ਸੁੱਖ ਦਊਗਾ। ਜਿਹੜੇ ਫੁੱਲ ਵਿਛਾਏ ਤੇ ਗੁਲਾਬ ਦੇ ਉਹ ਕੰਡੇ ਬਣ ਗਏ, ਹੁਣ ਸਾਡੇ ਪੈਰਾਂ ਵਿੱਚ ਲੱਗ ਰਹੇ। ਹਾਂ ਬਿਲਕੁਲ। ਜਿਹੜੀ ਚਲਾਉਣਾ ਇੱਕ ਪਰਿਵਾਰ, ਮੇਰੇ ਕੋਲ 2 ਬੇਟੀਆਂ ਨੇ ਜੀ। ਦੇਖੋ ਮੈਂ ਕਿੰਨੀ ਕੁ ਕਮਾਈ ਕਰਦਾ ਹੈ, ਅਸੀਂ ਕਿਹੜਾ ਕੋਈ ਗੁਹਾਟੀ ਦਾ ਗੇੜਾ ਲੱਭ ਲੈਂਦੇ ਆ ਬਈ। ਛੋਟੇ ਹਾਥੀ ਵਾਲਿਆਂ ਦਾ ਇਹ ਕਾਰਨਾਮੇ ਆ ਸਾਰੇ ਵਿੱਚੇ ਮਿਲੀ ਭੁਗਤ। ਪਹਿਲਾਂ ਵੀ 2 ਸਾਲ ਇਹਨਾਂ ਨੇ ਹੰਗਾਮਾ ਕੀਤਾ ਸੀ। ਜੇ ਪੁੱਛਿਆ ਜਾਵੇ ਵੀ ਉਹ ਟਰਾਂਸਪੋਰਟ ਵਾਲਿਆਂ ਨੂੰ ਕੰਮ ਨਹੀਂ ਮਿਲਦਾ, ਕੰਮ ਮਿਲਦਾ ਉਹਨਾਂ ਨੂੰ। ਨਾਲੇ ਤੁਸੀਂ ਤਾਂ ਬਜ਼ੁਰਗੋ ਲੋਕਲ ਹੀ ਚੱਕਰ ਲਾਉਂਦੇ ਹੋਣਗੇ, ਮਤਲਬ ਦੂਰ ਤਾਂ ਨਹੀਂ ਲੈ ਕੇ ਜਾਂਦੇ ਹੋਵੇ, ਕਿਉਂਕਿ ਇੰਨਾ ਦੂਰ ਤਾਂ ਜਾ ਨਹੀਂ ਸਕਦਾ ਹੈਗਾ ਇਹ। ਬਿਲਕੁਲ ਨਹੀਂ ਜਾ ਹੀ ਨਹੀਂ ਸਕਦੀ ਜੀ। ਕਿਵੇਂ ਲੈ ਜਾਂਗੇ? ਇਹ ਤਾਂ ਪੂਰੀ 300-400 ਰੁਪਇਆ ਕਮਾ ਕੇ 500 ਵੀ ਕਮਾ ਸਕਦਾ ਬੰਦਾ, 700 ਉਹੀ ਮੇਨਟੇਨੈਂਸ ਆ ਜਾਂਦੀ ਹੈ। ਉਹਦੇ ਵਿੱਚ ਪੈਟਰੋਲ ਆ ਜਾਂਦਾ, 105 ਰੁਪਏ ਪੈਟਰੋਲ ਆ। ਹਾਂਜੀ ਕਿਆ ਕਰੂਗਾ ਬੰਦਾ? ਇਹ ਇੱਕ ਬਸ ਰੋਜੀ ਰੋਟੀ ਹੈ, ਕੋਈ ਮਤਲਬ ਕਿ ਇੰਨਾ। ਅੱਛਾ ਤੁਹਾਡਾ ਕਿੰਨਾ ਬਜ਼ੁਰਗ ਕਿੰਨਾ ਖਰਚਾ ਆ ਗਿਆ ਸੀ ਇਹਦੇ ਜਦੋਂ ਤੁਸੀਂ ਤਿਆਰ ਕਰਿਆ ਸੀ ਇਹਦੇ ਤੇ? ਤਕਰੀਬਨ ਜਦੋਂ 25-30 ਹਜ਼ਾਰ ਰੁਪਇਆ ਲੱਗਿਆ था ਜੀ। ਠੀਕ ਆ। ਹੁਣ ਫਿਰ ਤੁਸੀਂ ਜੇ ਹੁਣ ਇਹ ਬੰਦ ਹੋ ਗਏ ਕਰਵਾਤੇ ਗਵਰਨਮੈਂਟ ਨੇ, ਸਰਕਾਰ ਨੇ, ਭਗਵੰਤ ਮਾਨ ਸਰਕਾਰ ਨੇ, ਫਿਰ ਹੁਣ ਤੁਸੀਂ ਤੁਹਾਡਾ ਕੀ ਹਿੱਲਾ ਬਣੂਗਾ ਇਸ ਤੋਂ ਬਾਅਦ? ਤੁਸੀਂ ਕੀ ਕਰੋਗੇ? ਦੇਖਾਂਗੇ ਹੁਣ ਸਰ ਜੀ, ਕਿਉਂਕਿ ਹੋਰ ਕੋਈ ਹਿੱਲਾ ਕਰਾਂਗੇ, ਪਰ ਇਹਦੇ ਵਿੱਚ ਸਾਨੂੰ ਐ ਤਾਂ ਵੀ ਚਲੋ ਵੀ ਕਿਤੇ ਗੇੜਾ ਮਿਲ ਜਾਂਦਾ, ਸੌਖਾ ਰੋਜੀ ਰੋਟੀ ਦਾ ਸਾਧਨ ਤਾਂ ਸਾਡਾ ਸਾਰਿਆਂ ਦਾ। ਪਰ ਇਹਨਾਂ ਨੇ ਸਾਡੇ ਗਰੀਬ ਬੰਦਿਆਂ ਨੇ ਲੱਤ ਮਾਰੀ ਹੈ ਪੇਟ ਦੇ। ਠੀਕ ਆ। ਤੁਸੀਂ ਹੁਣ ਕੱਲ ਨੂੰ ਧਰਨਾ ਦੇ ਰਹੇ ਹੋ ਪਟਿਆਲੇ? ਹਾਂ ਸਾਧੂ ਸ਼ਾਂਤੀ ਨਗਰ ਇਕੱਠ ਹੈ ਜੀ ਸਾਰੇ ਰੇਹੜੀ ਵਾਲਿਆਂ ਦਾ। ਉੱਥੇ ਰੋਸ ਮੁਜ਼ਾਹਰਾ। ਦੇਖੋ ਸੰਵਿਧਾਨ ਦੇ ਮੁਤਾਬਕ ਉਹ ਗਾਲ ਤਾਂ ਕੱਢ ਨਹੀਂ ਸਕਦਾ, ਨੱਕ ਤੇ ਪੱਥਰ ਮਾਰ ਸਕਦਾ, ਮੁਜ਼ਾਹਰਾ ਕਰਨ ਦਾ ਤਾਂ ਬਿਲਕੁਲ ਹੱਕ। ਹਾਂਜੀ ਲੋਕਤੰਤਰ ਦੇ ਵਿੱਚ ਬਿਲਕੁਲ ਹੱਕ ਆ। ਹਾਂਜੀ ਹਾਂ, ਜੋ ਭੀਮ ਰਾਓ ਅੰਬੇਦਕਰ ਨੇ ਬਣਾਇਆ। ਦੇਖੋ ਜੀ ਉਹਨਾਂ ਦੀ ਰੱਖੇ ਹੋਏ ਇੱਕ ਮਾਰਗ ਦੇ ਉੱਤੇ ਉਹਨੂੰ ਮੁੱਖ ਰੱਖਦੇ ਹੋਏ ਵੀ ਬੰਦਾ ਰੋਸ ਮੁਜ਼ਾਹਰਾ ਕਰ ਸਕਦਾ, ਆਪਣਾ ਰੋਸ ਪ੍ਰਦਰਸ਼ਨ ਹੈ। ਇਹ ਗੁੱਸਾ ਹੁੰਦਾ ਆਪਣਾ ਬਿਲਕੁਲ ਕਰਦਾ ਬੰਦਾ ਵੀ ਇਹਨਾਂ ਨੇ ਏਦਾਂ ਕਰਿਆ। ਮਤਲਬ ਹੁਣ ਰੋਜੀ ਰੋਟੀ ਕਮਾਉਣ ਦਾ ਤੁਹਾਡੇ ਕੋਲ ਇਕੱਲਾ ਬਿਲਕੁਲ ਇੱਕ ਹੀ ਸਾਧਨ ਇਹੀ ਸੀ ਥੋੜੀ ਜਿਹੜਾ ਤੁਸੀਂ ਰਿਕਸ਼ਾ ਚਲਾਉਣਾ ਸੀ? ਹਾਂ ਜੀ ਮੇਰੇ ਕੋਲ ਤਾਂ ਇਹੀ ਸਾਧਨ ਆ ਸਰ ਜੀ। ਮਤਲਬ ਕਿ ਹਿੱਸਾ ਹੀ ਨਹੀਂ ਇੱਕੋ ਮੈਂ ਪਰਿਵਾਰ ਦੇ ਵਿੱਚ ਇੱਕ ਬੰਦਾ ਹੈ ਨਾ, ਮਤਲਬ ਕਿ ਸਾਰੇ ਬੰਦਿਆਂ ਨੂੰ 3-4 ਬੰਦਿਆਂ ਦਾ ਪੇਟ ਪਾਲਦਾ। ਜੀ। ਅੱਛਾ ਬੱਚੇ ਤੁਹਾਡੇ ਛੋਟੇ ਛੋਟੇ ਨੇ? ਹਾਂਜੀ 2 ਬੇਟੀਆਂ ਜੀ ਮੇਰੇ। ਠੀਕ ਅੱਛਾ ਜੀ। ਅੱਛਾ ਚਲੋ ਕੱਲ ਨੂੰ ਦੋ ਮੁਜ਼ਾਹਰਾ ਦੇਖੋ ਕਰਦਾ, ਕੋਸ਼ਿਸ਼ ਕਰੋ ਇਹਨਾਂ ਨੂੰ ਸਰਕਾਰ ਦੇ ਮੜੇ ਦੇ ਕੰਨ ਖੁੱਲਣ ਦਿਓ, ਠੀਕ ਆ ਕਿ ਨਹੀਂ, ਵੀ ਅਸੀਂ ਕਿੱਧਰ ਨੂੰ ਜਾਈਏ, ਆਪਣਾ ਹੱਕ ਮੰਗੋ। ਬਹੁਤ ਬਹੁਤ ਧੰਨਵਾਦ ਕਰਦੇ ਜਿਹੜੇ ਸਰਕਾਰ ਦੇ ਕੰਨਾਂ ਤੱਕ। ਨਹੀਂ ਹਾਂ ਤੁਹਾਡਾ ਪਹੁੰਚਾ ਦੇਣਾ ਮੈਂ, ਤੁਹਾਡਾ ਪਾ ਦੇਣਾ ਸ਼ਾਮ ਨੂੰ, ਅੱਜ ਪੈ ਜਾਣੀ ਤੁਹਾਡੀ ਆਵਾਜ਼ ਇਹ। ਠੀਕ ਹੈ ਹਾਂਜੀ ਬਹੁਤ ਧੰਨਵਾਦ। ਧੰਨਵਾਦ। ਦੋਸਤੋ ਇਹ ਸਨ ਲਾਲੀ ਟੋੜਾ ਬਾਈ ਜੀ, ਕਿਤੇ ਘੁੰਮ ਰਹੇ ਸਨ। ਦੌਣ ਪਿੰਡ ਦਾ ਕੋਈ ਕਿਸਾਨ ਹੈ ਜਿਹੜਾ ਦੱਸ ਰਿਹਾ ਕਿ ਉਹਦੇ 2 ਬੇਟੀਆਂ ਨੇ, ਛੋਟਾ ਪਰਿਵਾਰ ਹੈ। ਇਹ 20-25 ਹਜ਼ਾਰ ਦਾ ਸੰਦ ਬਣਾਇਆ ਸੀ ਜਿਸ ਤੋਂ ਗੁਜ਼ਰ ਬਸਰ ਕਰਦਾ। ਸਰਕਾਰ ਨੂੰ ਫੈਸਲਾ ਵਾਪਸ ਲੈਣਾ ਪੈਣਾ ਤੁਹਾਡੇ ਸਾਹਮਣੇ। ਠੀਕ ਹੈ ਜਿਹੜੇ ਓਵਰਰੋਡ ਇਸ ਤਰ੍ਹਾਂ ਲੱਦਿਆ ਹੋਇਆ ਜਿਨ੍ਹਾਂ ਨੇ ਸਰੀਆ ਜੋ ਧੋਂਦੇ ਨੇ ਉੱਤੇ ਸਖਤੀ ਹੋਵੇ, ਪਰ ਆਮ ਛੋਟੇ ਮੋਟੇ ਕੰਮਾਂ ਤੇ ਇੰਨਾ ਨਹੀਂ ਹੋਣਾ ਚਾਹੀਦਾ। 35 ਨੰਬਰ ਸਵਾਗਤ ਹੈ ਜੀ ਤੁਹਾਡਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸੱਤਾ ਬਰਿਆਰ ਬੋਲ ਰਹੇ ਜੀ। ਬਰਿਆਰ ਸਾਹਿਬ ਪਤਾ ਨਹੀਂ ਔਜਲਾ ਸਾਹਿਬ ਦੇ ਸ਼ੇਰ ਵੀ ਵਧੀਆ ਜੀ। ਹਾਂ ਸੋਹਣਾ ਲਿਖਿਆ। ਤੇ ਇੱਕ ਦਿਨ ਤੁਸੀਂ ਗੱਲ ਕਰਨ ਲੱਗੇ ਵੀ ਬਰਿਆਰ ਤੇ ਬਰਾੜਾਂ ਬਾਰੇ ਗੋਤਾਂ ਬਾਰੇ ਦੱਸਣ ਲੱਗੇ, ਮੁੜ ਕੇ ਵਾਹਵਾ ਦਿਨਾਂ ਦੀ ਗੱਲ ਆ ਤੇ ਤੁਸੀਂ ਮੁੜ ਕੇ ਜ਼ਿਕਰ ਨਹੀਂ ਕੀਤਾ। ਤੇ ਹੁਣ ਮੈਂ ਨਾ ਵੀ ਤੁਸੀਂ ਹੁਣ ਕੱਲ ਤੋਂ ਛੁੱਟੀ ਆ ਤੇ ਸੋਮਵਾਰ ਮੰਗਲਵਾਰ ਕਿਤੇ ਇੱਕ ਦਿਨ ਇਹ ਜ਼ਿਕਰ ਜ਼ਰੂਰ ਕਰਕੇ ਦੱਸਣਾ ਬਰਿਆਰ ਕਿੱਦਾਂ ਬਰਾੜ ਹੈ। ਚਲੋ ਮੈਂ ਕੋਸ਼ਿਸ਼ ਕਰਾਂਗਾ। ਵੈਸੇ ਬਰਾੜਾਂ ਦੀ ਤਾਂ ਹਿਸਟਰੀ ਬਹੁਤ ਲੰਮੀ ਹੈ, ਗਜਨੀ ਨਾਲ ਵੀ ਬਰਾੜਾਂ ਦੀ ਹਿਸਟਰੀ ਜੁੜਦੀ ਹੈ। ਗਜਨੀ ਤੋਂ ਸਿੱਧੂ ਬਰਾੜਾਂ ਦਾ ਇਤਿਹਾਸ ਤਾਂ ਬਹੁਤ ਲੰਮਾ, ਪੂਰਾ ਚੈਪਟਰ ਹੀ ਹੋ ਜਾਣਾ।
ਬਰਿਆਰਾਂ ਦਾ ਮੈਂ ਸੁਣਿਆ ਸੀ ਤੇ ਇੱਧਰ ਨਾ ਮਹਾਰਾਜ ਆਪਣੇ ਇੱਧਰ ਬਿਹਾਰ ਦੇ ਗੁਰਾਜਿਆਂ ਰੂਜਿਆਂ ਨਾਲ ਜੁੜਦਾ ਹੈ ਤੇ ਸੁਣਿਆ ਮੈਂ ਬਹੁਤੇ ਜਿਹੜੇ ਗੋਤ ਨੇ ਨਾ ਬਰਿਆਰ ਸਾਹਿਬ ਪੰਜਾਬ ਦੇ ਉਹ ਰਾਜਪੂਤਾਂ ਨਾਲ ਰਾਜਸਥਾਨ ਨਾਲ ਜੁੜਦੇ ਨੇ ਉਹਨਾਂ ਨਾਲ ਪਿਛੋਕੜ ਜਿਵੇਂ ਪਰਮਾਰ ਹੈ ਪਰਮਾਰਾਂ ਚੋਂ ਟਵਾਣੇ ਨਿਕਲੇ ਏਦਾਂ ਕੋਈ ਹੈਗੀ ਰਿਲੇਸ਼ਨ ਸੰਧੀਆਂ ਆਪਸ ਚ ਹੈਗੀਆਂ ਜੀ ਜੀ। ਅੱਛਾ ਪਿੰਡਾਂ 'ਚ ਕਿੰਨੀਆਂ ਕੁ ਇਸ ਤਰ੍ਹਾਂ ਦੀਆਂ ਰੇਹੜੀਆਂ ਲੋਕਾਂ ਨੇ ਪੱਠਿਆਂ ਪੁੱਠਿਆਂ ਲਈ ਕਿੰਨੀਆਂ ਕੁ ਰੱਖੀਆਂ ਹੋਈਆਂ ਮੋਟਰਸਾਈਕਲ ਰੇਹੜੀਆਂ ਪਿੰਡਾਂ 'ਚ ਵੀ ਨੇ ਤੁਹਾਡੇ ਮਾਝੇ? ਰੇਹੜੀਆਂ ਪੱਠਿਆਂ ਵਾਲਿਆਂ ਤੇ ਨਹੀਂ ਰੱਖੀਆਂ ਸਾਡੇ ਰੇਹੜੇ ਹੀ ਆ ਦੂਜੇ ਝੋਟਿਆਂ ਵਾਲੇ ਤੇ ਬਲਦਾਂ ਵਾਲੇ ਤੇ ਆਮ ਲੋਕਾਂ ਦੇ ਆਮ ਜਿਹੜੇ ਵਿਚਾਰੇ ਮਾਤਰ ਬੰਦੇ ਉਹਨਾਂ ਰੱਖੀਆਂ ਵੀ 2-400 ਰੁਪਇਆ ਜਿਨ੍ਹਾਂ ਕੋਲ ਖੱਚਰ ਰੇਹੜੇ ਸੀ ਉਹਨਾਂ ਨੇ ਖੱਚਰ ਰੇਹੜੇ ਵੇਚ ਕੇ ਖੱਚਰਾਂ ਹੁਣ ਸਮਝੀਆਂ ਨਹੀਂ ਜਾਂਦੀਆਂ ਪੱਠੇ ਪੁੱਠੇ ਪੈਂਦੇ ਨੇ ਉਹਨਾਂ ਬਣਾਈਆਂ ਜਗ੍ਹਾ ਖੱਚਰ ਰੇਹੜਿਆਂ ਵਾਲਿਆਂ ਨੇ ਬਣਾਈਆਂ ਜਾਣੀ। ਹਾਂਜੀ ਹਾਂਜੀ। ਅੱਛਾ ਇਹ ਵੀ ਦੋ ਤਰ੍ਹਾਂ ਦੀਆਂ ਨੇ ਇੱਕ ਜਿਵੇਂ ਮੋਟਰਸਾਈਕਲ ਦੇ ਪਿੱਛੇ ਪੈ ਜਾਂਦੀ ਹੈ ਟਰਾਲੀ ਮੋਟਰਸਾਈਕਲ ਵਾਲੀ ਟਰਾਲੀ ਇੱਕ ਉਹ ਆਪਣੇ ਲੋਕਾਂ ਨਾਲ ਬਣਾਈਆਂ ਵਾ ਜਿਹੜੇ ਬੰਬੀਆਂ ਬੁੰਬੀਆਂ ਤੋਂ ਪੱਠੇ ਤੇ ਹੁੰਦੇ ਨਾ ਉਹਨਾਂ ਬਣਾਈਆਂ ਪੱਠਿਆਂ ਵਾਲਿਆਂ ਨੇ ਉਹ ਬਣਾਈਆਂ। ਹਾਂਜੀ ਹਾਂਜੀ। ਹਾਂ ਉਹ ਮੋਟਰਸਾਈਕਲ ਉਹ ਘਰ ਆ ਕੇ ਲਾ ਦਿੰਦੇ ਆ ਤੇ ਮੁੜ ਕੇ ਮੋਟਰਸਾਈਕਲ ਸ਼ਹਿਰ ਨੂੰ ਜਿੱਦਾਂ ਮਰਜ਼ੀ ਤੇ ਮਰਜ਼ੀ ਲਈ ਫਿਰਦੇ ਉਹ ਸ਼ਹਿਰ ਵੀ ਲੈ ਆਉਂਦੇ ਮੋਟਰਸਾਈਕਲ ਦੇ ਪਿੱਛੇ ਰੇਹੜੀ ਪਾ ਕੇ ਇਹਦੇ ਚ ਉਹਨਾਂ ਤੇ ਵੀ ਰੋਕ ਲੱਗੀ ਹਾਂਜੀ ਖਾਦ ਖੂਦ ਦੇ 4 ਬੋਰੇ ਲਿਆਉਣੇ ਹੋਣ ਤੇ ਫਿਰ ਲੈ ਆਉਂਦੇ ਆ ਖਾਦ ਲੈ ਕੇ ਆਉਂਦੇ ਆ ਦੁੱਧ ਦਾ ਡਰਮ ਡੀਜ਼ਲ ਦਾ ਡਰਮ ਡਰਮ ਵੀ ਲੈ ਆਉਂਦੇ ਆ 2-4 ਡਰਮ ਲੈ ਆਉਂਦੇ ਉਹ ਵੀ ਬਣਾਏ ਹੋਏ ਨੇ ਨਾ ਲੋਕਾਂ ਨੇ ਰੇਹੜੀਆਂ ਪਿੱਛੇ 3-4 ਕੁਇੰਟਲ ਵਾਸਤੇ 4 ਕੁਇੰਟਲ ਤੋਂ ਜ਼ਿਆਦਾ ਨਹੀਂ ਲੱਗਦੇ। ਮੰਨ ਲਓ ਉਹਦੇ ਲਈ ਉਹ ਤੁਹਾਨੂੰ ਉਹ ਜਿਹੜਾ ਸੰਡਾ ਰੱਖਣ ਦੀ ਲੋੜ ਨਹੀਂ ਹੈ ਨਾ ਪੱਠਿਆਂ ਵਾਸਤੇ ਵੀ ਰੇਹੜੀ ਲੱਗੇ। ਹਾਂਜੀ ਹਾਂਜੀ ਉਹ ਪਹਿਲਾਂ ਬਲਦਾਂ ਦਾ ਕੰਮ ਹੀ ਤੁਹਾਨੂੰ ਪਤਾ ਖਤਮ ਹੋ ਗਿਆ। ਮੈਂ ਦੇਖਿਆ ਨਾ ਬਹੁਤ ਸਾਰੇ ਇੱਧਰ ਸਾਡੇ ਪਿੰਡਾਂ ਵੱਲ ਕਿ ਉਹ ਸਵੇਰੇ ਗੋਹੇ ਦੀ ਭਰ ਕੇ ਲੈ ਜਾਂਦੇ ਆ ਖੇਤ ਨੂੰ। ਹਾਂਜੀ ਹਾਂਜੀ ਉਹ ਨੁਕਰੇ ਲਾ ਆਉਂਦੇ ਪੈਲੀਆਂ ਦੇ ਪੈਲੀ ਤੇ ਲਾ ਆਉਂਦੇ ਆ ਜਿਨ੍ਹਾਂ ਦੇ ਰੂੜੀ ਰਾੜੀ ਨੇੜੇ ਨਹੀਂ ਹੈ ਨਾਲੇ ਉਹ ਸਖਾਲਾ ਉੱਥੇ ਮਤਲਬ ਐ ਨਾ ਉਧਰੋਂ ਪੱਠੇ ਲੱਦ ਲਿਆਉਂਦੇ ਉਧਰੋਂ ਪੱਠੇ ਲੱਦ ਲਿਆਉਂਦੇ ਗੋਹੇ ਦਾ ਟੋਕਰਾ ਰੂੜੀ ਤੇ ਸੁੱਟੋ ਰੂੜੀ ਤੋਂ ਫੇਰ ਟਰਾਲੀ ਪਰ ਉਹਦੇ ਨਾਲੋਂ ਬਿਹਤਰ ਹੈ ਕਿ ਘਰੋਂ ਹਾਂਜੀ ਹਾਂਜੀ ਨਾ ਪੈਲੀ ਦੇ ਪੱਲੇ ਪੈ ਗਿਆ ਤੇ ਨਾ ਉਧਰੋਂ ਪੱਠੇ ਖਾਂਦੇ। ਹਾਂ ਉਹ ਗਲੀਆਂ 'ਚ ਮਤਲਬ ਲੋੜ ਨਹੀਂ ਹੈ ਟੋਕਰਾ ਲੈ ਕੇ ਨਿਕਲ। ਹਾਂਜੀ ਹਾਂਜੀ ਹਾਂਜੀ। ਹਾਂ ਜੀ ਥੈਂਕ ਯੂ ਥੈਂਕ ਯੂ। ਲਓ ਦੋਸਤੋ ਇਸ ਮਾਰਚ ਮਹੀਨੇ ਦੌਰਾਨ ਜਿਨ੍ਹਾਂ ਸੱਜਣਾ ਨੇ ਆਪਣੀ ਸਬਸਕ੍ਰਿਪਸ਼ਨ ਲਈ ਹੈ ਉਹਨਾਂ ਦਾ ਮੈਂ ਧੰਨਵਾਦ ਕਰਦੇ ਹਾਂ। ਸੁਮੀਤ ਜੌਲ, ਹਰਿੰਦਰ ਸਿੰਘ, ਓਂਕਾਰ ਸਿੰਘ, ਰਾਜਵੀਰ ਬਰਾੜ, ਗੁਰਦੀਪ ਸਿੰਘ ਔਲਖ ਨਿਊਜ਼ੀਲੈਂਡ ਤੋਂ, ਕਰਮਜੀਤ ਸਿੰਘ ਤੇ ਸੁਰਿੰਦਰ ਜੌਲ ਬਾਈ ਜੀ ਕੈਨੇਡਾ ਤੋਂ, ਕੁਲਜਿੰਦਰ ਸਿੰਘ ਬਲੱਗਣ ਸਮਰਾਲਾ ਸਿਡਨੀ ਆਸਟ੍ਰੇਲੀਆ ਵਾਲੇ, ਮਨਜੀਤ ਸਿੰਘ, ਦਲਜੀਤ ਸਿੰਘ ਰੇਸ਼ਮ ਬਰਾੜ ਭਾਜੀ ਕੈਨੇਡਾ ਤੋਂ, ਜਸਵੀਰ ਚਾਲ ਬੇਨੜਾ ਕੈਨੇਡਾ ਤੋਂ ਤੇ ਦਰਵਿੰਦਰ ਧਾਲੀਵਾਲ, ਹਰਨੇਕ ਸਿੰਘ ਕੈਨੇਡਾ ਤੋਂ, ਇੰਦਰਪ੍ਰੀਤ ਟਵਾਣਾ ਗ੍ਰਾਈਮੇਰਾ, ਸਿਕੰਦਰ ਸਿੰਘ ਔਜਲਾ ਤੇ ਨਰਿੰਦਰ ਸਿੰਘ ਇਹਨਾਂ ਨੇ ਮਾਰਚ ਮਹੀਨੇ ਦੇ ਦੌਰਾਨ ਆਪਣੀ ਸਬਸਕ੍ਰਿਪਸ਼ਨ ਲਈ ਹੈ ਮੰਥਲੀ। ਸੋ ਇਹਨਾਂ ਦਾ ਧੰਨਵਾਦ। ਸਾਨੂੰ ਸਪੋਰਟ ਕੀਤਾ ਹੈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਦੇ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਟਰੱਕਾਂ ਦਾ ਸਮਾਨ ਸਮਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ 'ਚ ਲਾਸਟਿਲ ਟਰੈਵਲ ਸੈਂਟਰ 14814 ਅਲੋਮਾ ਸਟਰੀਟ ਲਾਸਟਿਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਦੇ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ ਨਾਲ ਲਿਕਵਿਡ ਸ਼ੋਪ ਹੈ ਫ੍ਰੀ ਨਹੀਂ ਹੈ ਸਦਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 84 13 425 232 8413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਉਧਰ ਭਗਵੰਤ ਮਾਨ ਹੋਰਾਂ ਨੇ ਅੱਜ ਡਰੋਨ ਦੀ ਦੇਸੀ ਤਕਨੀਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ ਕਿ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਤੇ ਨਸ਼ੇ ਰੋਕਣ ਦੇ ਵਾਸਤੇ ਦੇਸ਼ ਦੇ ਵਿੱਚ ਬਣਿਆ ਡਰੋਨ ਰੋਕੂ ਤਕਨਾਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਸੋ ਇਸ ਸੰਬੰਧੀ ਪਹਿਲੇ ਡਰੋਨ ਕੇਂਦਰ ਦਾ ਉਦਘਾਟਨ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿ ਦੇਸੀ ਡਰੋਨ ਤਕਨੀਕ ਸਰਹੱਦ ਪਾਰੋਂ ਹੁੰਦੀ ਤਸਕਰੀ ਨੂੰ ਰੋਕਣ ਦੇ ਵਿੱਚ ਕਾਰਗਰ ਰਹੇਗਾ ਤੇ ਇਸ ਲਈ ਉਹਨਾਂ ਆਖਿਆ ਕਿ ਇਸ ਤਕਨਾਲੋਜੀ ਨੇ ਵਿਸ਼ਵ ਨੂੰ ਇੱਕ ਆਲਮੀ ਪਿੰਡ ਦੇ ਵਿੱਚ ਤਬਦੀਲ ਕਰ ਦਿੱਤਾ ਹੈ ਤੇ ਸਾਨੂੰ ਸਪੋਰਟ ਕੀਤਾ। ਵਾਸ਼ਿੰਗਟਨ ਫੀਡ ਸਰਵਿਸ ਨੇ ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ ਲੰਮੇ ਰੂਟਾਂ ਤੋਂ ਕਤਾਏ ਹੋ ਦਿਨੇ ਟਰੱਕ ਚਲਾਓ ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਡ ਸਰਵਿਸ ਵਾਲਿਆਂ ਨਾਲ ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਆਵਰਲੀ ਬਹੁਤ ਅੱਛੇ ਵੇਜਸ ਪੇ ਕੀਤੇ ਜਾਂਦੇ ਨੇ
ਤੇ ਸਿਆਟਲ ਦੇ ਲੋਕਲ ਲੋਡ ਅਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਓਨਰ ਆਪਰੇਟਰ ਡਰਾਈਵਰ ਵੀ ਸੰਪਰਕ ਕਰਨ। ਵਾਸ਼ਿੰਗਟਨ ਫੀਲਡ ਸਰਵਿਸ ਵਾਲੇ ਨਾਲ ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 2532666924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 2063544060 ਨੰਬਰ ਹੈ ਗੈਰੀ ਧਾਲੀਵਾਲ ਦਾ। ਤੇ ਪੱਟੀ 9 ਲੱਖੀ ਪਰ ਪੱਟੀ ਨਸ਼ੇ ਦੀ ਪੱਟੀ ਹੋ ਗਈ ਹੈ। ਤੇ ਇਸ ਦੌਰਾਨ ਪੱਟੀ ਤੋਂ ਖਬਰਾਂ ਨੇ ਕਿ ਪੱਟੀ ਦੇ ਵਿੱਚ ਅੱਜ 30 ਵਰਿਆਂ ਦਾ ਇੱਕ ਬੜਾ ਸੋਹਣਾ ਸੁਨੱਖਾ ਨੌਜਵਾਨ ਤਸਵੀਰ ਮੈਂ ਵੇਖ ਰਿਹਾ ਗੁਰਪ੍ਰਤਾਪ ਸਿੰਘ ਭੋਲਾ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਬਾਹਮਣੀ ਵਾਲਾ ਨਸ਼ੇ ਦਾ ਟੀਕਾ ਲਗਾਉਂਦਿਆਂ ਓਵਰਡੋਜ਼ ਦੇ ਨਾਲ ਮੌਕੇ ਤੇ ਹੀ ਮਾਰਿਆ ਗਿਆ। ਅੱਜ ਦੁਪਹਿਰੇ ਇੱਥੋਂ ਪੱਟੀ ਦੀ ਸਾਂਸੀਆਂ ਬਸਤੀ ਦੇ ਨਜ਼ਦੀਕ ਖਾਲੀ ਪਲਾਟ ਦੇ ਵਿੱਚ ਝਾੜੀਆਂ ਦੇ ਵਿੱਚ ਉਸ ਦੀ ਲਾਸ਼ ਮਿਲੀ ਹੈ, ਜਿਸ ਕੋਲ ਪਾਣੀ ਦੀ ਬੋਤਲ ਵੀ ਪਈ ਹੈ। ਉਸ ਦੀ ਬਾਂਹ ਕੱਪੜੇ ਦੀ ਰੱਸੀ ਨਾਲ ਬੰਨੀ ਹੋਈ ਸੀ ਤੇ ਨੇੜੇ ਸਿਰਿੰਜ ਤੇ ਪਾਣੀ ਵਾਲੀ ਬੋਤਲ ਪਈ ਸੀ। ਕੁਝ ਲੋਕਾਂ ਨੇ ਉੱਥੇ ਜੋ ਮੌਜੂਦ ਸੀ ਉਹਨਾਂ ਦੱਸਿਆ ਕਿ ਉਹਨਾਂ ਨੇ ਇਸ ਨੌਜਵਾਨ ਨੂੰ ਟੀਕਾ ਲਾਉਂਦਾ ਵੇਖਿਆ ਤੇ ਇਸ ਤੋਂ ਬਾਅਦ ਉਹ ਤੜਫ ਕੇ ਮਰ ਗਿਆ। ਦੱਸਿਆ ਜਾਂਦਾ ਕਿ ਬੇਰੁਜ਼ਗਾਰੀ ਕਾਰਨ ਇਹ ਗੁਰਪ੍ਰਤਾਪ ਨਸ਼ਾ ਕਰਨ ਲੱਗ ਪਿਆ ਸੀ। ਬੜਾ ਸੋਹਣਾ ਸੁਨੱਖਾ ਨੌਜਵਾਨ ਹੈ ਤੇ ਗੋਰਾ ਚਿੱਟਾ ਰੰਗ, ਕੁੰਡੀਆਂ ਮੁੱਛਾਂ, ਵਾਲ ਕੱਟੇ ਹੋਏ ਨੇ, ਕਿਸੇ ਵਿਆਹ ਦੀ ਫੋਟੋ ਪਾਈ ਹੈ ਤੇ ਬੇਰੁਜ਼ਗਾਰੀ ਦੀ ਅਲਾਮਤ ਕਾਰਨ ਇਹ ਸੁਸਾਈਡ ਕਰ ਗਿਆ, ਨਸ਼ੇ ਦੇ ਵਿੱਚ ਗ੍ਰਸਤ ਹੋਇਆ। ਸਵਾਗਤ 82 ਨੰਬਰ। ਮੈਂ ਸਿੱਧੂ ਬੋਲ ਰਿਹਾ। ਹਾਂ ਸਿੱਧੂ ਸਾਹਿਬ, ਕੀ ਹਾਲ ਚਾਲ ਨੇ? ਠੀਕ ਠਾਕ ਹੋ? ਹਾਂਜੀ ਹਾਲ ਚਾਲ ਬਹੁਤ ਵਧੀਆ ਜੀ, ਠੀਕ ਠਾਕ। ਮੈਂ ਤਾਂ ਤੁਹਾਡਾ ਪ੍ਰੋਗਰਾਮ ਕੱਲ੍ਹ ਹੀ ਸੁਣਦਾ ਸੀਗਾ, ਤਕਰੀਬਨ ਅੱਜ ਹੀ ਸੁਣਿਆ। ਜਿਹੜਾ ਰੀਡੀਆਂ ਵਾਲਾ ਨਾ ਜੀ, ਇਹਦੇ ਵਿੱਚ ਦੋਵੇਂ ਗੱਲਾਂ ਹੈ ਜੀ। ਇਹਦੇ ਵਿੱਚ ਸਰਕਾਰ ਵੀ ਧੱਕਾ ਵੀ ਕਰਦੀ ਆ ਤੇ ਉਸ ਮਜਬੂਰੀ ਵੀ ਹੈਗੀ ਆ। ਇਹਨਾਂ ਰੀਡੀਆਂ ਵਾਲੇ ਥੋੜਾ ਜਿਹਾ ਜੋ ਲਾਲਚ ਕਰ ਜਾਂਦੇ ਆ, ਜਿਵੇਂ ਲੰਮਾ ਸਰੀਆ ਜਾਂ ਜਿਵੇਂ ਕੋਈ ਹੋਰ। ਮੈਂ ਤੁਹਾਨੂੰ ਦੱਸਦਾ, ਜਾਨਲੇਵਾ 2.5 ਕੁਆਂਟਲ ਦਾ ਗੇਟ ਸੀਗਾ, ਵੱਡਾ ਗੇਟ 12 ਫੁੱਟ ਚੌੜਾ। ਮੈਂ ਨਾ ਸਾਡੇ ਹਲਵਾਰਾ ਪਿੰਡਾ ਕਿਲੋਮੀਟਰ ਤੇ ਉਹਦੇ ਤੇ ਰੱਖਦਾ। ਮੈਨੂੰ ਤਾਂ ਲਾਲਚ ਹੋ ਗਿਆ ਵੀ ਜਦ ਮੈਨੂੰ ਟਰੈਕਟਰ ਨਹੀਂ ਦੇਣਾ ਪਊਗਾ। ਉਹਨੇ ਲਾਲਚ ਕਰ ਲਿਆ, ਮੇਰੇ ਕੋਲ 1 ਕਿਲੋਮੀਟਰ ਦਾ ਹੀ 50 ਰੁਪਏ ਮੰਗੇ ਨੇ, 50 ਰੁਪਏ ਤੇ ਉਹੀ ਜੋ ਟਰੈਕਟਰ ਨਾ ਮਤਲਬ ਆਪਣੇ ਮੋਟਰਸਾਈਕਲ ਸਕੂਟਰੀ ਉਹ ਮੂਹਰੇ ਚੱਕਿਆ ਜਾ ਕਰੇ, ਕਦੇ ਨਕਲ ਕਰੇ, ਤੇਰੇ ਮੂਹਰੇ ਚੱਕਿਆ ਜਾ ਕਰੇ, ਤੇ ਸੀਟ ਬਤਾ ਦੀ। ਇਹ ਆਪਦੇ ਸਵਾਦ ਨਾਲੋਂ ਵੱਧ ਤਕਰੀਬਨ ਵੀ ਸ਼ਰੀਆ ਲੰਮਾ ਮਾਰਦੀ ਦਾ ਆਪਾਂ 5-4 ਸੱਜੀ ਨੇ ਉਹ ਦੂਰੇ ਕਰ ਲੋ, ਘਰੇ ਜਾ ਕੇ ਸਿੱਧੇ ਵੀ ਹੋ ਸਕਦੇ ਦੁਬਾਰੇ। ਤੇ ਜਿਹੜਾ ਜ਼ਿਆਦਾ ਵਜਨ ਵਾ ਉਹ ਤਾਂ ਜਾਂ ਛੋਟਾ ਹਾਥੀ ਜਾਂ 407 ਤੱਕ ਸਾਡਾ ਵਾ। ਉਹ ਜਿਹੜੇ ਅਮਲੀ ਆਦਮੀ ਆ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ, ਉਹਨਾਂ ਦੇ ਖਰਚੇ ਬਹੁਤ ਹੁੰਦੇ ਆ, ਉਹ ਥੋੜਾ ਜਿਹਾ ਲਾਲਚ ਕਰ ਦਿੰਦੇ ਆ। ਉੱਥੇ ਵੀ ਐਕਸੀਡੈਂਟ ਦੇ ਚਾਂਸ ਵੀ ਬਣਦੇ ਆ। ਬਿਲਕੁਲ, ਦੋਵੇਂ ਕਾਰਨ ਨੇ। ਥੈਂਕ ਯੂ ਸਿੱਧੂ ਸਾਹਿਬ, ਕੈਨੇਡਾ ਤੋਂ ਜੁੜੇ ਸਨ। ਬਾਈ ਸੁਖੀ ਘੁੰਮਣ ਹੋਰਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਬੇਕਰਸਫੀਲਡ ਇਲਾਕੇ 'ਚ ਵਿਚਰੋ ਤੇ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ ਨਾਲ ਇੰਡੀਅਨ ਰੈਸਟੋਰੈਂਟ ਬਣਿਆ, ਜਿੱਥੇ ਦੇਸੀ ਘਿਓ ਦੇ ਪਰੌਂਠੇ ਦਹੀਂ ਨਾਲ ਬਹੁਤ ਸਵਾਦਲੇ ਛਕਾਉਂਦੇ ਆ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ, ਟਰੱਕ ਤੋਂ ਆਓ ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500। 6613047500 ਨੰਬਰ ਹੈ ਸੁਖੀ ਘੁੰਮਣ ਹੋਰਾਂ ਦਾ। ਜੈ ਘੁੰਮਣ ਹੋਰਾਂ ਦਾ ਨੰਬਰ ਹੈ 661 885 8858। 6618858858 ਨੰਬਰ ਹੈ ਜੈ ਘੁੰਮਣ ਹੋਰਾਂ ਦਾ। ਇਸੇ ਤਰ੍ਹਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ CPA ਤਰਸੇਮ ਸਿੰਘ ਗਿੱਲ, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ, ਵਪਾਰ, ਕਾਰੋਬਾਰ ਦੀ ਕੋਈ ਵੀ ਰਿਟਰਨ ਭਰਵਾ ਸਕਦੇ ਹੋ। ਕਿਸੇ ਸਾਖ ਸੰਬੰਧੀ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਵਰਕ ਪਰਮਿਟ ਜਾਂ ਹੋਰ ਸੇਵਾਵਾਂ ਤੁਸੀਂ ਲੈਣੀਆਂ ਨੇ ਤਾਂ CPA ਤਰਸੇਮ ਸਿੰਘ ਗਿੱਲ ਨੂੰ ਸੰਪਰਕ ਕਰੋ, ਜੋ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਦੇ ਵਿੱਚ ਵਸਦੇ ਨੇ। ਨੰਬਰ ਹੈ CPA ਤਰਸੇਮ ਸਿੰਘ ਗਿੱਲ ਹੋਰਾਂ ਦਾ, ਨੋਟ ਕਰ ਸਕਦੇ ਹੋ। ਸਾਡਾ ਜ਼ਿਕਰ ਕਰਨ ਦੇ ਹੋਰ ਰਿਆਇਤ ਮਿਲੇਗੀ ਕਿਉਂਕਿ ਆਪਣੇ ਪੁਰਾਣੇ ਸਰੋਤੇ ਨੇ ਬਾਈ ਹਰਵੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ, ਜੋ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਨਸਿਲਵੇਨੀਆ ਦੇ ਵਿੱਚ ਵਸਦੇ ਨੇ। ਨੰਬਰ ਹੈ CPA ਤਰਸੇਮ ਸਿੰਘ ਗਿੱਲ ਦਾ 484 764 9861 4847649861। ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦਾ ਤਜਰਬਾ, ਬਿਜ਼ਨਸ, ਵਪਾਰ ਦੀ ਜਾਂ ਕੋਈ ਕੰਮ, ਇਮੀਗ੍ਰੇਸ਼ਨ ਦਾ, ਇਹਨਾਂ ਨੂੰ ਕਰੋ ਸੰਪਰਕ। ਲਓ ਦੋਸਤੋ, ਤੇ ਤੁਸੀਂ ਹੁਣ ਆਪਣਾ ਵੀਕਐਂਡ ਇੰਜੋਏ ਕਰੋ, ਅੱਛਾ ਖਾਓ ਪੀਓ, ਅੱਛੀ ਸਾਂਝ ਬਣਾਓ ਸੁਸਾਇਟੀ ਦੇ ਨਾਲ, ਸਮਾਜ ਦੇ ਨਾਲ। ਤੇ
ਮੁਲਾਕਾਤ ਤੁਹਾਡੇ ਨਾਲ ਹੋਏਗੀ ਸੋਮਵਾਰ ਸਵੇਰ 7 ਵਜੇ ਤੇ ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ ਤੇ ਪ੍ਰੋਗਰਾਮਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ। ਇਹ ਗੁਜ਼ਾਰਿਸ਼ ਬੇਨਤੀ ਹੈ ਤੇ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਵਾਣਾ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਸ਼ਬਾ ਖੈਰ, ਸਤਿ ਸ਼੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।